विश्व ਸਾਹਿਤ ਦੀ ਗੱਲ ਕਰੀਏ ਪੰਜਾਬੀ ਸਾਹਿਤ ਕਿੱਥੇ ਜੇ ਖੜਾ? ਕੋਲੇ ਗੁਰਦਿਆਲ ਸਿੰਘ ਤੇ ਅਮਰਤਾ ਪ੍ਰੀਤਮ ਇਹੋ ਜਿਹੇ ਸਾਹਿਤਕਾਰ ਆ ਜਿਹੜੇ ਵਿਸ਼ਵ ਦੀਆਂ 40 ਤੋਂ ਵੱਧ ਭਾਸ਼ਾਵਾਂ ਵਿੱਚ ਟ੍ਰਾਂਸਲੇਟ ਹੋ ਚੁੱਕੇ ਆ। ਲਗਾਤਾਰ ਹੁਣ ਰਾਮ ਸਰੂਪ ਅਣਖੀ ਦੇ ਕੁਝ ਨਾਵਲ ਜਿਹੜੇ ਟ੍ਰਾਂਸਲੇਟ ਹੋ ਰਹੇ ਆ। ਪੰਜਾਬੀ ਸਾਹਿਤ ਨੂੰ ਵਿਸ਼ਵ ਦੇ ਵਿੱਚ ਕਿਤੇ ਘੱਟ ਨਹੀਂ ਹੈ। ਪੱਤ ਝੜਾਂ ਵਿੱਚ ਸਾਂਭਦਾ ਜੋ ਪੱਤ ਰੁੱਖੇ ਸੁੱਖੇ, ਉਹੀਓ ਸੀਮ ਦਾ ਬਹਾਰਾਂ ਦੀ ਪੋਸ਼ਾਕ। ਤੁਹਾਨੂੰ ਮੌਸਮ ਕੁਦਰਤ ਜ਼ਿਆਦਾ ਆਪਣੇ ਵੱਲ ਖਿੱਚਦੀ ਆ? ਉਵੇਂ ਹੀ ਜਿਵੇਂ ਪੱਤੇ ਉੱਗਦੇ ਆ, ਅਸੀਂ ਵੀ ਐਂ ਜਿਹੇ ਉੱਗੇ ਹੋਏ ਆ ਤੇ ਇੱਕ ਦਿਨ ਰੁੱਤ ਜੀ ਸਾਡੀ ਆਊਗੀ ਜਦੋਂ ਅਸੀਂ ਝੜ ਵੀ ਜਾਵਾਂਗੇ। ਤੁਹਾਨੂੰ ਕਾਹਦੀ ਵਿਗਿਆਨਗੀ ਦਾ ਅਹਿਸਾਸ ਆ? ਵਿਗਿਆਨਗੀ ਦਾ ਕੋਈ ਇੱਕ ਰੂਪ ਆਕਾਰ ਨਹੀਂ ਬਣਦਾ। ਅਸਤਿਤਵੀ ਪੱਧਰ ਤੇ ਹੋ ਸਕਦੀ ਆ, ਸੱਭਿਆਚਾਰਕ ਪੱਧਰ ਤੇ ਹੋ ਸਕਦੀ ਆ। ਬਹੁਤ ਸਾਰੀਆਂ ਵੱਡੀਆਂ ਸੱਚਾਈਆਂ ਨੇ ਜ਼ਿੰਦਗੀ ਦੀਆਂ ਜਿਹੜੀਆਂ ਹਾਲੇ ਤੱਕ ਕਵਿਤਾ ਵਿੱਚ ਬੰਨੀਆਂ ਨਹੀਂ ਜਾ ਸਕੀਆਂ। ਵੇਖਣ ਨੂੰ ਚੁੱਪ ਨੇ ਜਿਹੜੇ ਹਰਕਤ ਨੂੰ ਵੰਡਦੇ ਨੇ, ਭਰ ਭਰ ਕੇ ਡੁੱਲਣ ਵਾਲੇ ਬਰਕਤ ਨੂੰ ਵੰਡਦੇ ਨੇ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਸਾਹਿਤਿਕ ਤੰਦਾਂ ਲੈ ਕੇ ਮੈਂ ਅਦਬ ਹਾਜ਼ਰ ਹਾਂ। ਸੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪ੍ਰੋਗਰਾਮ ਸਾਹਿਤਿਕ ਤੰਦਾਂ ਵਿੱਚ ਹਰ ਵਾਰ ਸਾਡੇ ਨਾਲ ਕੋਈ ਨਾ ਕੋਈ ਸਾਹਿਤਕਾਰ ਹੁੰਦਾ ਹੈ ਜਿਹਦੇ ਬਾਰੇ ਆਪਾਂ ਉਹਦੀ ਕਿਰਤ ਬਾਰੇ ਆਪਾਂ ਗੱਲਬਾਤ ਕਰਦੇ ਹਾਂ। ਬਰਕਤ ਦੀ ਗੱਲ ਕਰ ਰਹੇ ਹਾਂ ਤੇ ਬਰਕਤ ਕਿਤਾਬ ਆ ਸਾਡੇ ਕੋਲੇ। ਇਹਦੇ ਜਿਹੜੇ ਰਚੇਤਾ ਨੇ, ਜਿਹੜੇ ਇਹਨੂੰ ਲਿਖਣ ਵਾਲੇ ਨੇ, ਕਰਨਜੀਤ ਕੋਮਲ, ਉਹਨਾਂ ਦੇ ਨਾਲ ਆਪਾਂ ਇਹਦੇ ਬਾਰੇ ਗੱਲਬਾਤ ਕਰਾਂਗੇ। ਉਹਨਾਂ ਬਾਰੇ ਥੋੜ੍ਹਾ ਬਹੁਤਾ ਦੱਸਦੇ ਹਾਂ ਕਿ ਉਹਨਾਂ ਨੇ PhD ਕੀਤੀ ਹੋਈ ਆ, ਪੰਜਾਬੀ ਦੇ ਵਿੱਚ ਪੜ੍ਹਾ ਰਹੇ ਨੇ ਇਸ ਟਾਈਮ ਉਹ। ਅਤੇ ਜਿਹੜੀ ਉਹਨਾਂ ਦੀ ਲਿਖਤ ਦੀ ਖੂਬਸੂਰਤੀ ਆ ਉਹ ਹੈ ਉਹਨਾਂ ਦੀ ਜਿਹੜੀ ਲੈ ਆ, ਜਿਹੜੀ ਬਹਿਰ 'ਚ ਲਿਖਦੇ ਨੇ। ਮੈਨੂੰ ਜਿਹੜੀ ਚੀਜ਼ ਨੇ ਜ਼ਿਆਦਾ ਟੁੰਬਿਆ। ਸੋ ਬੜੀ ਖੂਬਸੂਰਤ ਗੱਲਾਂ, ਬੜੀ ਖੂਬਸੂਰਤ ਕਵਿਤਾ ਦੇ ਵਿੱਚ ਅਹਿਸਾਸ ਮੜ੍ਹਦੇ ਨੇ। ਸੋ ਸਵਾਗਤ ਕਰਦੇ ਹਾਂ ਨੌਜਵਾਨ ਕਵੀ ਕਰਨਜੀਤ ਕੋਮਲ। ਸਤਿ ਸ਼੍ਰੀ ਅਕਾਲ ਅਦਬ ਜੀ, ਬਹੁਤ ਬਹੁਤ ਸ਼ੁਕਰੀਆ ਜਸ ਪੰਜਾਬੀ ਦੇ ਇਸ ਪ੍ਰੋਗਰਾਮ ਵਿੱਚ ਬੁਲਾਉਣ ਲਈ। ਤੇ ਕਰਨਜੀਤ, ਪਹਿਲਾਂ ਤਾਂ ਤੁਹਾਨੂੰ ਤੁਹਾਡੀ ਬਰਕਤ ਦੀਆਂ ਮੁਬਾਰਕਾਂ। ਇਹਦਾ 5ਵਾਂ ਐਡੀਸ਼ਨ ਛਪ ਰਿਹਾ? ਹਾਂਜੀ, ਇਹਦਾ 5ਵਾਂ ਐਡੀਸ਼ਨ ਛਪਿਆ ਇਸ ਅਗਸਤ ਵਿੱਚ ਤੇ 2019 ਵਿੱਚ ਇਹਦਾ ਪਹਿਲਾ ਐਡੀਸ਼ਨ ਆਇਆ ਸੀਗਾ। ਜੀ, ਮੈਂ ਦੱਸ ਦੇਵਾਂ ਪਹਿਲਾਂ ਹੀ ਕਰਨਜੀਤ ਬਾਰੇ ਕਿ ਇਹਨਾਂ ਨਾਲ ਤੇ ਉਹ ਇਸ ਕਰਕੇ ਵੀ ਜ਼ਿਆਦਾ ਹੈ ਮੇਰਾ, ਕਿਉਂਕਿ ਮੇਰੀ ਯੂਨੀਵਰਸਿਟੀ ਦੇ ਵਿੱਚੋਂ ਇਹਨਾਂ ਨੇ PhD ਕੀਤੀ ਆ, ਪੰਜਾਬੀ ਯੂਨੀਵਰਸਿਟੀ ਪਟਿਆਲਾ। ਅਤੇ ਕਰਨਜੀਤ ਦਾ ਜਿਹੜਾ ਪਿੰਡ ਆ ਉਹ ਸਤਲੁਜ ਦਰਿਆ ਦੇ ਕੰਢੇ 'ਤੇ ਵਸਿਆ ਪਿੰਡ ਕੈਲਾ ਜੀ। ਅਤੇ ਕਰਨਜੀਤ ਗੱਲ ਇਹ ਆ ਵੀ ਮੈਂ ਨਾ ਅਕਸਰ ਸਾਰਿਆਂ ਨੂੰ ਇੱਕੋ ਸਵਾਲ ਕਰਦਾ, ਆਪਣੇ ਵਿਊਅਰ ਵੀ ਕਹਿੰਦੇ ਹੋਣਗੇ ਵੀ ਉਹੀ ਸਵਾਲ ਪੁੱਛੀ ਜਾਂਦਾ, ਪਰ ਉਹਦਾ ਮੈਨੂੰ ਕਿਸੇ ਨੇ ਹਲੇ ਉਸ ਤਰੀਕੇ ਨਾਲ ਜਵਾਬ ਨਹੀਂ ਦਿੱਤਾ ਜਿਹੜੇ ਤਰੀਕੇ ਨਾਲ ਮੈਂ ਜਾਣਨਾ ਚਾਹੁੰਦਾ। ਕਿਉਂਕਿ ਇੱਕ ਬੰਦੇ ਦੀ ਬਾਹਰੀ ਦਿੱਖ ਹੁੰਦੀ ਆ ਜੀ। ਤੁਸੀਂ ਦਸਤਾਰ ਸਜਾਉਂਦੇ ਹੋ ਹੈ ਨਾ ਜੀ, ਤੁਸੀਂ ਮੈਨੂੰ ਦਿਖ ਰਹੇ ਹੋ ਸਾਹਮਣੇ ਬੈਠੇ ਹੈ ਨਾ ਜੀ। ਦੂਜੀ ਤੁਹਾਡੀ ਚੀਜ਼, ਤੁਹਾਡੀ ਕਿਰਤ ਦਿਸ ਰਹੀ ਆ, ਬਰਕਤ। ਤੁਹਾਡੇ ਨਾਂ ਨਾਲ PhD ਜੁੜ ਗਈ ਆ, ਤੁਹਾਡੇ ਪਿੰਡ ਦਾ ਨਾਮ, ਮਾਪਿਆਂ ਦਾ ਨਾਮ, ਇਹ ਚੀਜ਼ਾਂ ਜੁੜੀਆਂ ਹੋਈਆਂ ਨੇ ਜਿਹੜੀਆਂ ਬਾਹਰੀ ਚੀਜ਼ਾਂ ਨੇ ਜੀ, ਜਿਨ੍ਹਾਂ ਨੂੰ ਮੈਂ ਜਾਣਦਾ, ਜਿਨ੍ਹਾਂ ਬਾਰੇ ਮੈਂ ਦਰਸ਼ਕਾਂ ਨੂੰ ਦੱਸ ਸਕਦਾ, ਲੋਕਾਂ ਨੂੰ ਦੱਸ ਸਕਦਾ ਵੀ ਕਰਨਜੀਤ ਕੋਮਲ ਇਹ ਆ। ਹਾਂਜੀ, ਹੁਣ ਮੈਂ ਜਾਣਨਾ ਚਾਹੁੰਦਾ ਤੁਹਾਡੇ ਮੂੰਹੋਂ ਕਿ ਕਰਨਜੀਤ ਕੋਮਲ ਕੌਣ ਆ? ਇਹਦੇ ਬਾਰੇ ਮਤਲਬ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਵੀ ਜਦੋਂ ਵੀ ਕੋਈ ਹਰ ਇੱਕ ਬੰਦੇ ਦਾ ਇੱਕ ਸਫ਼ਰ ਆ। ਤਾਂ ਮੇਰਾ ਵੀ ਮੈਨੂੰ ਲੱਗਦਾ ਕਿ ਇੱਕ ਬਚਪਨ ਤੋਂ ਲੈ ਕੇ, ਬਚਪਨ ਦੇ ਦੁੱਖਾਂ ਸੁੱਖਾਂ ਤੋਂ ਲੈ ਕੇ ਹੁਣ ਤੱਕ ਦੇ ਦੁੱਖਾਂ ਸੁੱਖਾਂ ਤੱਕ ਇੱਕ ਸਫ਼ਰ ਆ। ਉਹਦੇ ਵਿੱਚ ਤੁਸੀਂ ਇੱਕ ਖਾਸ ਨਾਮ ਨਹੀਂ ਦੇ ਸਕਦੇ ਹੁੰਦੇ। ਸੋ ਪਾਸ਼ ਇਹਦੇ ਬਾਰੇ ਇੱਕ ਗੱਲ ਕਹਿੰਦਾ ਆ ਕਿ ਵੀ ਮੈਂ ਬਹੁਤ ਕੁਝ ਛੋਟਾ ਕੁਝ ਜੋੜ ਕੇ ਬਣਿਆ। ਤਾਂ ਮੈਨੂੰ ਲੱਗਦਾ ਕਿ ਅਸੀਂ ਹਰ ਬੰਦੇ ਹੀ ਹਰ ਸਾਡੀ ਸ਼ਖਸੀਅਤ, ਸਾਰਿਆਂ ਦੀ ਸ਼ਖਸੀਅਤ ਹੀ ਉਹ ਛੋਟਾ ਕੁਝ ਜੋੜ ਕੇ ਬਣੀ ਹੁੰਦੀ ਆ ਜੀ। ਤੇ ਮੇਰੇ ਉਹਦੇ ਵਿੱਚ ਵੀ, ਮੇਰੀ ਜ਼ਿੰਦਗੀ ਵਿੱਚ ਵੀ, ਹੁਣ ਤੱਕ ਦੇ ਸਫ਼ਰ ਵਿੱਚ ਵੀ ਉਹ ਸਾਰਾ ਕੁਝ ਥੋੜਾ ਕੁਝ ਸ਼ਾਮਲ ਆ, ਜਿਹਦੇ ਵਿੱਚ ਸੁੱਖ ਦੁੱਖ ਵੀ ਆ, ਪਿਆਰ ਵੀ ਆ, ਝਿੜਕਾਂ ਵੀ ਆ, ਘੂਰੀਆਂ ਵੀ ਆ, ਤੇ ਸਟਰਗਲ ਵੀ ਆ ਜਿਹਨੂੰ ਆਪਾਂ ਸੰਘਰਸ਼ ਕਹਿੰਦੇ ਆ, ਤੇ ਪੜ੍ਹਾਈ ਆ ਸਭ ਤੋਂ ਵੱਧ। ਕਿ ਇੱਕ ਲਗਨ ਸੀ ਕਿ ਪੜ੍ਹਾਈ ਦੀ, ਤੇ ਉਹ ਕਰਦਿਆਂ ਮੈਂ ਪਹਿਲਾਂ ਪੰਜਾਬੀ ਯੂਨੀਵਰਸਿਟੀ ਪਟਿਆਲੇ ਪਹੁੰਚਿਆ, MA ਆਨਰਸ ਪੰਜਾਬੀ ਮੈਂ ਉੱਥੋਂ ਕੀਤੀ। ਤੇ ਉਸ ਤੋਂ ਬਾਅਦ ਮੇਰਾ ਅਗਲਾ ਸਫ਼ਰ 2014 ਤੋਂ ਦਿੱਲੀ ਯੂਨੀਵਰਸਿਟੀ ਤੋਂ ਸ਼ੁਰੂ ਹੁੰਦਾ, ਤੇ ਮੈਂ MPhil ਪੰਜਾਬੀ, ਤੇ ਉਸ ਤੋਂ ਬਾਅਦ PhD ਪੰਜਾਬੀ। ਤੁਸੀਂ ਦਿੱਲੀ ਯੂਨੀਵਰਸਿਟੀ ਤੋਂ ਕਰ ਰਹੇ ਹੋ ਜੀ। ਚਿੰਤਨ ਦੀ ਗੱਲ ਆ, ਜਿਹੜੀ PhD ਕਰਨੀ ਆ ਉਹਦੇ ਵਿੱਚ ਰਿਸਰਚ ਦਾ ਬੜਾ ਵੱਡਾ ਕੰਮ ਹੁੰਦਾ, ਚਿੰਤਨ ਹੁੰਦਾ। ਤੇ ਦਰਅਸਲ ਥੋੜ੍ਹਾ ਜਿਹਾ ਮੈਂ ਤੁਹਾਡੇ ਤੋਂ ਸਟਾਰਟਿੰਗ ਦੇ ਵਿੱਚ ਹੀ ਜਾਣਨਾ ਚਾਹੁੰਦਾ, ਤੁਹਾਡਾ ਜਿਹੜਾ ਕੰਮ ਜਿਹੜਾ ਤੁਸੀਂ ਕਰ ਰਹੇ ਹੋ PhD, ਕਿਹੜਾ ਟੌਪਿਕ ਆ? ਮੈਂ ਜੂਨ ਵਿੱਚ PhD ਦਾ ਟੌਪਿਕ ਜਿਹੜਾ ਸਬਮਿਟ ਕਰਵਾਇਆ, ਉਹਦਾ ਸਮਕਾਲੀ ਪੰਜਾਬੀ ਕਵਿਤਾ ਵਿੱਚ ਬੇਗਾਨਗੀ ਦਾ ਸਰੂਪ। ਸੋ ਇਹ ਜਿਹੜਾ ਇੱਕ ਥਿਊਰੀ ਹੈ, ਇਹਨੂੰ ਇੰਗਲਿਸ਼ ਵਿੱਚ ਕਹਿ ਦਿੰਦੇ ਆ ਏਲੀਨੇਸ਼ਨ। ਸੋ ਏਲੀਨੇਸ਼ਨ ਉਹੀ ਆ ਜਿਹਨੂੰ ਅਸੀਂ ਕਹਿੰਦੇ ਆ ਵੀ ਬੇਗਾਨਾ ਕਰ ਦਿੱਤੇ ਜਾਣਾ, ਕਿਸੇ ਥਾਂ ਤੋਂ ਬੇਗਾਨਾ ਹੋ ਜਾਣਾ, ਰਿਸ਼ਤਿਆਂ ਤੋਂ ਬੇਗਾਨਗੀ ਹੋ ਜਾਣਾ, ਤੇ ਜਾਂ ਕਿਸੇ ਵੀ ਤਰੀਕੇ ਦੀ ਜ਼ਿੰਦਗੀ 'ਚ ਜਿੰਨੇ ਵੀ ਹਾਵ ਭਾਵ ਆ
ਉਹਦੇ ਵਿੱਚ ਜਦੋਂ ਵੀ ਕਿਤੇ ਬੰਦਾ ਬੇਗਾਨਾ ਮਹਿਸੂਸ ਕਰਦਾ ਤੇ ਉਹਨੂੰ ਮਤਲਬ ਉਧਰ ਵੈਸਟਰਨ 'ਚ ਉਹਨੂੰ ਏਲੀਨੇਸ਼ਨ ਕਹਿ ਲਿਆ ਗਿਆ, ਇੱਧਰ ਸਾਡੇ ਬੇਗਾਨਾ ਕਹਿ ਲਿਆ ਜਾਂਦਾ ਆ। ਸੋ ਉਹਦੇ ਲਈ ਜਿਹੜਾ ਪੰਜਾਬੀ ਵਿੱਚ ਸਭ ਤੋਂ ਵਧੀਆ ਸ਼ਬਦ ਉਹ ਮਤਲਬ ਉਹਦਾ ਫਿਰ ਅਨੁਵਾਦ ਜੇ ਅਸੀਂ ਕਹੀਏ ਤਾਂ ਉਹ ਬੇਗਾਨਗੀ ਬਣਦਾ। ਬੇਗਾਨਗੀ ਆ। ਅੱਛਾ, ਇਹਨਾਂ ਦੀ ਜਿਹੜੀ ਖੋਜ ਕਾਰਜ ਹੈਗਾ ਉਹ ਕਵਿਤਾ ਦੇ ਵਿੱਚ ਬੇਗਾਨਗੀ ਦੇ ਅਹਿਸਾਸ ਨੂੰ ਫੜਨਾ ਹੈ ਨਾ ਜੀ। 1991 ਤੋਂ 2015 ਤੱਕ ਦੀ ਜਿਹੜੀ ਪੰਜਾਬੀ ਕਵਿਤਾ ਆ, ਹਾਂਜੀ ਹਾਂ, ਉਹਦੇ ਵਿੱਚ ਬੇਗਾਨਗੀ ਕਿਸ ਤਰੀਕੇ ਨਾਲ ਪੇਸ਼ ਹੋਈ ਆ। ਇਹ ਬੇਗਾਨਗੀ ਅਲੱਗ-ਅਲੱਗ ਪੱਧਰ ਤੇ ਹੋ ਸਕਦੀ ਆ, ਜਿਵੇਂ ਤੁਸੀਂ ਆਪਾਂ ਡਿਸਕਸ ਕਰ ਰਹੇ ਸੀਗੇ, ਅਸਤਿਤਵੀ ਪੱਧਰ ਤੇ ਹੋ ਸਕਦੀ ਆ, ਸੱਭਿਆਚਾਰਕ ਪੱਧਰ ਤੇ ਹੋ ਸਕਦੀ ਆ, ਆਰਥਿਕ ਪੱਧਰ ਤੇ ਹੋ ਸਕਦੀ ਆ, ਸਮਾਜਿਕ ਪੱਧਰ ਤੇ ਹੋ ਸਕਦੀ ਆ। ਮਤਲਬ ਬੇਗਾਨਗੀ ਦਾ ਕੋਈ ਇੱਕ ਰੂਪ ਆਕਾਰ ਨਹੀਂ ਬਣਦਾ, ਇਹ ਬਹੁਤ ਸਾਰੇ ਕੁਝ ਛੋਟੇ-ਛੋਟੇ ਚੋਂ ਰਲ ਮਿਲ ਕੇ ਬਣਦੀ ਆ। ਜੇ ਬੰਦਾ ਕਹੇ ਕਿ ਵੀ ਮੇਰੇ ਕੋਲੇ ਬਹੁਤ ਸਾਰਾ ਪੈਸਾ ਆ ਗਿਆ ਤੇ ਵੀ ਮੇਰੇ ਸਾਰੇ ਮਸਲੇ ਹੱਲ ਹੋ ਜਾਣਗੇ, ਤਾਂ ਹੋ ਸਕਦਾ ਕਿ ਉਹਨੂੰ ਜਿਹੜਾ ਅਸਤਿਤਵੀ ਮਸਲਾ ਆ, ਉਹਦੀ ਜਿਹੜੀ ਐਗਜ਼ਿਸਟੈਂਸ ਦਾ ਜਿਹੜਾ ਮਸਲਾ ਆ ਉਹ ਸਤਾਵੇ। ਉਹ ਸਾਰੀਆਂ ਚੀਜ਼ਾਂ ਜਿਵੇਂ ਉਹ ਕਹਿੰਦਾ ਨਾ ਗੁਲਜ਼ਾਰ ਆਪਣਾ ਗਾਲਿਬ ਕੇ ਹਜ਼ਾਰੋਂ ख्वाहिशें ऐसी कि हर ख्वाहिश पे दम निकले, बड़े निकले मेरे अरमान लेकिन फिर भी कम निकले। ਸੋ ਬੰਦਾ ਆਪਦੀ ਜ਼ਿੰਦਗੀ ਵਿੱਚ ਕੀ ਪਾਉਣਾ ਚਾਹੁੰਦਾ ਆ, ਬੰਦਾ ਆਪਣੀ ਜ਼ਿੰਦਗੀ ਵਿੱਚ ਕੀ ਦੂਸਰਿਆਂ ਨੂੰ ਦਿਖਾਉਣਾ ਚਾਹੁੰਦਾ ਆ, ਇਹ ਹੁਣ ਤੱਕ ਕੈਪਚਰ ਨਹੀਂ ਹੋ ਸਕਿਆ। ਕਿਸੇ ਨਾ ਕਿਸੇ ਪੱਧਰ ਤੇ ਜਾ ਕੇ ਬੰਦਾ ਕਿਸੇ ਨਾ ਕਿਸੇ ਥਾਂ ਤੋਂ ਊਣਾ ਰਹਿ ਜਾਂਦਾ ਆ। ਸੋ ਜਿਹੜਾ ਉਹ ਊਣਾ ਰਹਿਣਾ ਆ, ਉਹ ਊਣਾ ਰਹਿਣ ਦੀ ਜਿਹੜਾ ਭਾਵ ਜਦੋਂ ਅੱਗੇ ਜਾ ਕੇ ਹੋਰ ਫੈਲਦਾ ਹੈ ਤਾਂ ਬੇਗਾਨਗੀ ਤੱਕ ਚਲੇ ਜਾਂਦਾ ਆ। ਸੋ ਉਹ ਵੀ ਬੰਦਾ ਬੇਗਾਨਾ ਆ ਜਿਹਦੇ ਕੋਲੇ ਆਰਥਿਕ ਵਸੀਲੇ ਨਹੀਂ ਆ, ਤੇ ਉਹ ਵੀ ਬੰਦਾ ਬੇਗਾਨਾ ਹੋ ਸਕਦਾ ਜਿਹੜਾ ਬਹੁਤ ਮਹਿਲਾਂ ਮੁਨਾਰਿਆਂ ਵਿੱਚ ਰਹਿ ਰਿਹਾ ਆ। ਬਿਲਕੁਲ। ਅੱਛਾ, ਜੇ ਮੈਂ ਗੱਲ ਕਰਾਂ ਕਰਨਜੀਤ ਕੋਮਲ ਦੀ ਕਵਿਤਾ ਦੇ ਵਿੱਚ ਕੋਈ ਇਹੋ ਜਿਹੀ ਕਵਿਤਾ ਸਾਡੇ ਨਾਲ ਸਾਂਝੀ ਕਰੋ ਜਿਹਦੇ ਚ ਤੁਹਾਨੂੰ ਕਾਹਦੀ ਬੇਗਾਨਗੀ ਦਾ ਅਹਿਸਾਸ ਆ? ਮੇਰੀ ਹੁਣ ਤੱਕ ਦੀ ਜਿਹੜੀ ਕਵਿਤਾ ਆ, ਮੈਂ ਪਹਿਲੀਆਂ ਕਵਿਤਾਵਾਂ ਹੋ ਸਕਦਾ ਉਹ ਇਹਦੇ ਵਿੱਚ ਘੱਟ ਹੋਣ, ਮੈਨੂੰ ਇਹ ਲੱਗਦਾ ਹੁੰਦਾ ਹੈ ਕਿ ਕੁਛ ਐਸੀ ਚੀਜ਼ ਆ ਜਿਹੜੀ ਹਾਲੇ ਪ੍ਰਾਪਤ ਨਹੀਂ ਹੋਈ ਜੀ। ਜੋ ਉਹ ਹੋ ਸਕਦਾ ਕਿ ਉਹ ਕਿਸੇ ਪਿਆਰ ਦਾ ਅਹਿਸਾਸ ਆ, ਆਪਦੇ ਮੇਚ ਦੀ ਕੋਈ ਗੱਲ ਆ, ਤਾਂ ਉਹ ਮੈਨੂੰ ਲੱਗਦਾ ਹੁੰਦਾ ਕਿ ਕਿਤੇ ਨਾ ਕਿਤੇ ਮੇਰੀਆਂ ਕਵਿਤਾਵਾਂ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਆਉਂਦੀ ਆ। ਪਰ ਮੈਨੂੰ ਇਹ ਨਾਲ ਇਹ ਵੀ ਲੱਗਦਾ ਹੈ ਕਿ ਕੁਦਰਤ ਤੇ ਆਲਾ ਦੁਆਲਾ ਜਿਹੜਾ ਸਾਡੀ ਜਿਹੜੀ ਪੋਜ਼ਿਟਿਵਿਟੀ ਆ, ਠੀਕ ਆ, ਜਿਹੜਾ ਸਾਡਾ ਸਕਾਰਾਤਮਕ ਰੂਪ ਆ, ਜੇ ਅਸੀਂ ਉਹਦੇ ਵਿੱਚ ਬਣੇ ਰਹਿੰਦੇ ਆ ਤਾਂ ਮੈਨੂੰ ਲੱਗਦਾ ਕਿ ਬਰਕਤ 2019 ਚ ਆਉਂਦੀ ਆ। ਤੇ ਇਹਦੇ ਵਿੱਚ ਜਿਹੜੀਆਂ ਕਵਿਤਾਵਾਂ ਨੇ ਉਹ ਜ਼ਿਆਦਾਤਰ ਇਸ ਗੱਲ ਨੂੰ ਸਮਝਣ ਤੇ ਆ ਕਿ ਜ਼ਿੰਦਗੀ ਚ ਬਹੁਤ ਸਾਰੇ ਦੁੱਖ ਹੁੰਦੇ ਸੁਣਦੇ ਵੀ ਇਹਦਾ ਇੱਕ ਨਾ ਇੱਕ ਇਹਦੇ ਵਿੱਚ ਇਹਦਾ ਜਸ਼ਨ ਮਨਾਇਆ ਜਾ ਸਕਦਾ ਹੈ। ਤੁਸੀਂ ਇੱਕ ਚੀਜ਼ ਲਿਖੀ ਵੀ ਹੋਈ ਹੈ, ਮੇਰੇ ਹੁਣ ਯਾਦ ਨਹੀਂ ਆ ਰਿਹਾ, ਸ਼ਾਇਦ ਤੁਸੀਂ ਫੇਸਬੁੱਕ ਤੇ ਕਿਤੇ ਪਾਇਆ ਹੋਇਆ ਵੀ ਕਵਿਤਾ ਉਹ ਆ ਜੋ ਕਵਿਤਾ ਮਤਲਬ ਮੈਂ ਇਸੇ ਗੱਲ ਦੀ ਹਾਮੀ ਭਰਾਂਗਾ ਕਿ ਕਵਿਤਾ ਹਮੇਸ਼ਾ ਜਿਉਣ ਦੀ ਗੱਲ ਕਰੇ, ਮਰਤਾ ਅਸੀਂ ਜਾਣਾ ਹੈ, ਮਰਤਾ ਅਸੀਂ ਜਾਣਾ ਹੈ। ਤੇ ਉਹ ਮਤਲਬ ਇਹ ਆ ਕਿ ਮੇਰਾ ਕਵਿਤਾ ਨਾਲ ਜਿਹੜਾ ਸਹਿਜ ਸਲੀਕਾ ਹੁਣ ਤੱਕ ਦਾ ਇਹ ਆ, ਚਾਹੇ ਉਹ ਹੁਣ ਹੋ ਸਕਦਾ ਕਿ ਅੱਗੇ ਜਾ ਕੇ ਬਦਲ ਜਾਵੇ, ਮਤਲਬ ਇਹਨੂੰ ਕਿਸੇ ਇੱਕ ਆਕਾਰ ਵਿੱਚ ਜਾਂ ਖਾਨੇ ਵਿੱਚ ਮੈਂ ਬੰਨ੍ਹ ਨਹੀਂ ਸਕਦਾ, ਪਰ ਬਰਕਤ ਤੱਕ ਦਾ ਜਿਹੜਾ ਸਫ਼ਰ ਸੀ ਉਹ ਇਹ ਸੀਗਾ ਕਿ ਬਹੁਤ ਸਾਰੇ ਦੁੱਖਾਂ ਸੁੱਖਾਂ ਦੇ ਹੁੰਦਿਆਂ ਵੀ ਤੁਸੀਂ ਕਿਹੜਾ ਪੱਖ ਚੁਣਨਾ ਆ, ਦੁੱਖ ਵਾਲਾ ਸੁੱਖ ਵਾਲਾ। ਉਹ ਕਹਿੰਦੇ ਆ ਨਾ ਕਰਨਜੀਤ ਕੋਮਲ, ਕਿਸੇ ਕੋਈ ਸ਼ੇਰ ਆ, ਮੇਰੇ ਯਾਦ ਨਹੀਂ ਕਿਹਦਾ ਸ਼ੇਰ ਆ, ਕਹਿੰਦਾ ਮੰਨਿਆ ਦੀਵੇ ਥੱਲੇ ਹਨੇਰਾ ਵੀ ਹੁੰਦਾ ਹੈ ਜੀ, ਪਰ ਮੈਂ ਗੱਲ ਸਿਰਫ ਰੌਸ਼ਨੀ ਦੀ ਕਰਾਂਗਾ। ਜੀ ਲਗਭਗ ਇਦਾਂ ਦਾ ਕੁਝ ਜੀ। ਠੀਕ ਹੈ। ਜਿਹੜੀ ਬਰਕਤ ਨੂੰ ਬਰਕਤ ਹੋਣ ਤੱਕ ਕਿੰਨਾ ਸਮਾਂ ਲੱਗ ਗਿਆ, ਜਿਹੜਾ ਤੁਸੀਂ ਪਹਿਲੀ ਵਾਰੀ ਕਲਮ ਝਰੀਟੀ ਆ? ਚਲੋ ਮੈਂ ਇੱਕ ਹੋਰ ਸਵਾਲ ਪੁੱਛਦਾ ਜੀ। ਸਾਹਿਤ ਵਾਲੇ ਪਾਸੇ ਮੁੜਨਾ, ਇੱਕ ਤਾਂ ਤੁਹਾਡੇ ਅੰਦਰ ਦੀ ਸੰਵੇਦਨਸ਼ੀਲਤਾ ਹੁੰਦੀ ਆ ਜੀ। ਤੁਹਾਡੇ ਕਿਸੇ ਪਰਿਵਾਰ 'ਚ ਵੀ ਕੋਈ ਇਦਾਂ ਦਾ ਸਾਹਿਤ ਨਾਲ ਜੁੜੇ ਹੋਏ ਸੀ, ਜਾਂ ਤੁਹਾਨੂੰ ਇਹ ਚਿੱਟ ਕਿੱਥੋਂ ਲੱਗੀ? ਹਾਂ, ਇਹਦੇ ਬਾਰੇ ਨਾ ਅਦਬ ਮੈਨੂੰ ਐ ਲੱਗਦਾ ਹੁੰਦਾ ਕਿ ਮੇਰੇ ਇੱਕ ਚਾਚਾ ਜੀ ਆ, ਸਰਦਾਰ ਗੁਰਦੇਵ ਸਿੰਘ, ਤੇ ਉਹਨਾਂ ਨੂੰ ਉਹ ਲਿਖਦੇ ਹੁੰਦੇ ਸੀ ਗੀਤ ਜੀ ਜੀ, ਤੇ ਉਹਨਾਂ ਦਾ ਜਿਹੜਾ ਪਹਿਲਾ ਸਰੋਤਾ ਮੈਂ ਹੁੰਦਾ ਸੀਗਾ ਜੀ। ਜਿਵੇਂ ਅੱਜ ਦੇ ਦੌਰ 'ਚ ਸਾਡੇ ਕੋਲ ਇੰਸਟਾਗ੍ਰਾਮ ਆ, ਫੇਸਬੁੱਕ ਆ, ਕਿ ਅਸੀਂ ਆਪਦੇ ਸਰੋਤੇ ਲੱਭ ਲਏ ਜਾਂ ਅਸੀਂ ਇੱਕ ਫਰੈਂਡ ਸਰਕਲ ਬਣਾ ਲਿਆ ਕਿ ਅਸੀਂ ਕੋਈ ਨਾ ਕੋਈ ਰਚਨਾ ਉੱਥੇ ਪਾਤੀ। ਪਰ ਮੈਂ ਉਸ ਸਮੇਂ ਦੀ ਗੱਲ ਕਰਦਾ ਜਦੋਂ ਇਹ ਫੇਸਬੁੱਕ ਜਾਂ ਜਿਹੜਾ ਇਹ ਸੋਸ਼ਲ ਮੀਡੀਆ ਦਾ ਹਾਲੇ ਉਸ ਤਰੀਕੇ ਨਾਲ ਗਲਬਾ ਨਹੀਂ ਵਧਿਆ ਸੀ ਜਾਂ ਹੈ ਹੀ ਨਹੀਂ ਸੀ ਹਾਲੇ, ਤਾਂ ਉਦੋਂ ਉਹਨਾਂ ਨੇ ਜੋ ਲਿਖਣਾ ਉਹਦੀ ਤਰਜ ਬਣਾ ਕੇ ਮੈਨੂੰ ਸੁਣਾਉਣਾ। ਉਹ ਜਿਹੜੇ ਪਹਿਲੇ ਪ੍ਰਭਾਵ ਸੀ, ਜਦੋਂ ਮੈਂ ਹਾਲੇ ਲਿਟਰੇਚਰ ਦੀਆਂ ਕਿਤਾਬਾਂ ਨਹੀਂ ਪੜ੍ਹਦਾ ਸੀ, ਮੈਂ ਸਿਰਫ ਸਕੂਲੀ ਪੜ੍ਹਾਈ ਕਰ ਰਿਹਾ ਸੀ, ਤਾਂ ਉਹ ਕੁਝ ਪਹਿਲੇ ਐਸੇ ਪ੍ਰਭਾਵ ਆ ਜਿਨ੍ਹਾਂ ਤੋਂ ਮੈਨੂੰ ਲੱਗਦਾ ਕਿ ਮੇਰੇ ਅੰਦਰ ਉਹ ਇੱਕ ਤਰਜ, ਗੀਤਾਂ ਦੀ ਤਰਜ ਪਣਪਣ ਲੱਗੀ ਜਾਂ ਉਹ ਜਨਮ ਲੈਣ ਲੱਗੀ। ਤਾਂ ਉਹ ਚੀਜ਼ਾਂ ਮੈਨੂੰ ਬਾਅਦ ਵਿੱਚ ਜਾ ਕੇ ਸਮਝ ਆਉਣੀਆਂ ਸ਼ੁਰੂ ਹੋਈਆਂ ਕਿ ਅੱਛਾ ਇਹਨਾਂ ਦੀ ਇਹ ਸ਼ੁਰੂਆਤ ਉਦੋਂ ਆ। ਤੇ
ਉਸ ਤੋਂ ਬਾਅਦ ਜਦੋਂ +1 ਤੋਂ ਮੈਨੂੰ ਲੱਗਦਾ ਕਿ ਮੈਂ ਜਦੋਂ ਸਾਹਿਤ ਨਾਲ ਜੁੜਨਾ ਸ਼ੁਰੂ ਹੋਇਆ, ਮੇਰਾ ਇੱਕ ਬਹੁਤ ਪਿਆਰਾ ਮਿੱਤਰ ਆ ਪਿੰਡ ਤੋਂ ਹੀ, ਅਜੀਤਪਾਲ ਸਿੰਘ, ਮੈਂ ਉਹਦੇ ਕਰਕੇ ਸਾਹਿਤ ਨਾਲ ਮਤਲਬ ਉਹਦੇ ਸਾਥ ਕਰਕੇ ਸਾਹਿਤ ਨਾਲ ਜੁੜਿਆ। ਤੁਸੀਂ ਪਹਿਲੀ ਕਿਤਾਬ ਜਿਹੜੀ ਪੜ੍ਹੀ ਹੋਵੇ? ਤੱਤੇ ਟਿੱਬਿਆਂ ਦਾ ਪਾਂਧੀ, ਇੱਦਾਂ ਕਰਕੇ ਕੋਈ ਕਿਤਾਬ ਸੀ। ਔਰ ਉਸ ਤੋਂ ਬਾਅਦ ਇੱਕ ਨਾਵਲ ਸੀਗਾ ਨਾਨਕ ਸਿੰਘ ਦਾ ਲਵ ਮੈਰਿਜ ਜੀ। ਫਿਰ ਤਾਂ ਲਗਾਤਾਰ ਸੀ ਗੁਰਬਖਸ਼ ਸਿੰਘ ਪ੍ਰੀਤਲੜੀ, ਨਾਨਕ ਸਿੰਘ ਦੇ ਹੋਰ ਕਈ ਨਾਵਲ, ਜਸਵੰਤ ਸਿੰਘ ਕੰਵਲ ਦੇ ਨਾਵਲ, ਰਾਮ ਸਰੂਪ ਅਣਖੀ ਦੇ ਨਾਵਲ। ਸੋ ਇਹ ਸਾਰੀਆਂ ਜਿਹੜਾ ਸੀਗਾ ਇਹ ਕਿਤਾਬਾਂ ਬੇਸ ਬਣੀਆਂ। ਤਾਂ ਉਸ ਬੇਸ ਤੋਂ ਬਾਅਦ ਹੌਲੀ ਹੌਲੀ ਪੋਇਟਰੀ ਵੱਲ ਸੁਰਜੀਤ ਪਾਤਰ, ਸੁਖਵਿੰਦਰ ਅੰਮ੍ਰਿਤ, ਡਾਕਟਰ ਜਗਤਾਰ, ਪਾਸ਼, ਇਹਨਾਂ ਸਾਰਿਆਂ ਨੂੰ ਲਗਾਤਾਰ, ਪ੍ਰੋਫੈਸਰ ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਸੋ ਇੱਕ ਲਗਾਤਾਰ ਫਿਰ ਅੱਗੇ ਤੰਦ ਨਾ ਤੰਦ ਕੋਈ ਜੁੜਦੀ ਗਈ। ਫਿਰ ਮੈਂ BA ਵਿੱਚ ਵੀ ਜਿਹੜੀ ਇਲੈਕਟਿਵ ਪੰਜਾਬੀ ਵਿਸ਼ੇ ਵਜੋਂ ਚੁਣ ਲਿਆ ਉਹਨੂੰ। ਤੇ ਉਦੋਂ ਫਿਰ ਮੈਨੂੰ ਲੱਗਦਾ ਕਿ ਮੈਂ ਬਹੁਤ ਜ਼ਿਆਦਾ ਲਗਾਤਾਰਤਾ 'ਚ, ਨਿਰੰਤਰਤਾ 'ਚ BA ਕਰਦਿਆਂ ਜਿਹੜਾ ਸਭ ਤੋਂ ਵੱਧ ਫਿਰ ਮੈਨੂੰ ਪੜ੍ਹਨ ਦਾ ਮੌਕਾ ਮਿਲਿਆ ਸਾਹਿਤ, ਤੇ ਉਹੋ ਹੀ ਕਿਤੇ ਨਾ ਕਿਤੇ ਆਧਾਰ ਬਣਦਾ ਹੈ ਮੈਨੂੰ ਲੱਗਦਾ। ਤੁਹਾਡੀ ਜਿਹੜੀ ਪਹਿਲੀ ਲਿਖਤ ਸੀ, ਪਹਿਲੀ ਜੋ ਵੀ ਚੀਜ਼ ਲਿਖਿਆ ਹੋਵੇ, ਜਦੋਂ ਬੰਦੇ ਨੂੰ ਯਕੀਨ ਜਿਹਾ ਵੀ ਨਹੀਂ ਹੁੰਦਾ ਵੀ ਯਾਰ ਮੈਂ ਲਿਖੀ ਇਹ ਚੀਜ਼, ਉਹ ਕਿਹੜੀ ਸੀ? ਹਾਂ, ਉਹ ਹੁੰਦੀ ਜ਼ਰੂਰ ਆ, ਪਰ ਮੈਂ ਤੁਹਾਨੂੰ ਸੱਚੀ ਕਹਿਣਾ ਕਿ ਕੁਝ ਚੀਜ਼ਾਂ ਸਿਰਫ ਤੁਹਾਡਾ ਆਧਾਰ ਬਣਨਾ ਹੁੰਦਾ। ਅਸੀਂ ਮਤਲਬ ਕਈ ਵਾਰੀ ਜਦੋਂ ਹੁਣ ਨੀਂਹ ਚਿਣਦੇ ਹਾਂ ਤੇ ਅਸੀਂ ਪਹਿਲੀ ਇੱਟ ਤੇ ਕੋਈ ਖਾਸ ਨਿਸ਼ਾਨੀ ਨਹੀਂ ਲਾਉਂਦੇ, ਹਨਾ। ਮਤਲਬ ਮੈਂ ਉਹ ਲਾਈ ਨਹੀਂ ਹੋਈ। ਮੇਰੇ ਕੋਲੇ ਕੁਝ ਉਸ ਸਮੇਂ ਦੀਆਂ ਲਿਖੀਆਂ ਜਿਨ੍ਹਾਂ ਕਾਪੀਆਂ ਤੇ ਮੈਂ ਲਿਖਦਾ ਰਿਹਾ, ਜਿਨ੍ਹਾਂ ਡਾਇਰੀਆਂ ਤੇ ਲਿਖਦਾ ਰਿਹਾ, ਉਹ ਪਈਆਂ ਹੋਈਆਂ ਨੇ, ਪਰ ਮੈਨੂੰ ਉਸ ਰੂਪ 'ਚ ਉਹ ਬਿਲਕੁਲ ਹੂਬਹੂ ਯਾਦ ਨਹੀਂ, ਕਿਉਂਕਿ ਉਹ ਮੈਨੂੰ ਇਹ ਲੱਗਦਾ ਕਿ ਉਹ ਅਭਿਆਸ ਸੀਗਾ ਸਾਰਾ ਜੀ ਬਰਕਤ ਤੱਕ ਆਉਣ ਦਾ। ਕਿਉਂਕਿ ਬਹੁਤ ਸਾਰੀਆਂ ਕਵਿਤਾਵਾਂ ਸੀ ਜਿਹੜੀਆਂ BA ਕਰਦਿਆਂ ਲਿਖੀਆਂ, ਬਹੁਤ ਸਾਰੀਆਂ। ਚਲੋ ਮੈਂ ਸਵਾਲ ਬਦਲ ਲੈਣਾ, ਤੁਹਾਡੇ ਉਹ ਨਹੀਂ ਯਾਦ ਹੈ ਪਹਿਲੀ ਕੋਈ ਇਹੋ ਜਿਹੀ ਲਿਖਤ, ਕਵਿਤਾ ਹੋਵੇ ਹਨਾ, ਜਾਂ ਕੋਈ ਵੀ ਚੀਜ਼ ਹੋਵੇ ਜਿਹੜੀ ਤੁਸੀਂ ਲਿਖੀ ਹੋਵੇ ਤੇ ਤੁਹਾਨੂੰ ਅੱਛਾ ਲੱਗਿਆ ਵੀ ਹਾਂ ਯਾਰ ਮੈਂ ਕੁਛ ਵਧੀਆ ਕੁਛ ਲਿਖਿਆ? ਮੈਂ +1 ਜਾਂ 2 ਵਿੱਚ ਲਿਖੀ ਸੀ ਇੱਕ ਕਵਿਤਾ, ਔਰ ਉਹ ਕਵਿਤਾ ਮੈਂ ਆਪਣੇ ਅੰਗਰੇਜ਼ੀ ਦੇ ਇੱਕ ਅਧਿਆਪਕ ਤੋਂ ਜਿਹੜੀ ਪ੍ਰਭਾਵਿਤ ਹੋ ਕੇ ਲਿਖੀ ਸੀ। ਉਹ ਕਵਿਤਾ ਸੁਣਾ ਰਹੇ ਸੀ ਤਾਂ ਮੈਨੂੰ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਕਿਹਾ ਕਿ ਇਦਾਂ ਕਰਕੇ ਲਿਖੀਦਾ ਹੁੰਦਾ, ਇਦਾਂ ਕਰੀਦਾ ਹੁੰਦਾ। ਤਾਂ ਮੈਂ ਵੀ ਘਰੇ ਜਾ ਕੇ ਜਾਂ ਥੋੜੇ ਦਿਨਾਂ ਬਾਅਦ ਇੱਕ ਕਵਿਤਾ ਲਿਖੀ, ਤੇ ਉਹ ਔਰਤ ਬਾਰੇ ਸੀਗੀ, ਤੇ ਔਰਤ ਦੀ ਉਹਦੇ 'ਚ ਮਹਿਮਾ ਸੀ, ਔਰਤ ਦਾ ਜਿਹੜਾ ਹੁਣ ਤੱਕ ਦਾ ਦਾਇਰਾ ਸੀਗਾ ਕਿ ਕਿਵੇਂ ਔਰਤ ਹਰ ਪੱਖੋਂ ਕਿਵੇਂ ਮਹਾਨ ਹੁੰਦੀ ਆ, ਜੇ ਅਸੀਂ ਉਹਨੂੰ ਸਮਝੀਏ, ਚਾਹੇ ਉਹ ਮਾਂ ਦਾ ਪੱਖ ਆ, ਚਾਹੇ ਉਹ ਭੈਣ ਦਾ ਪੱਖ ਆ, ਚਾਹੇ ਉਹ ਮਹਿਬੂਬਾ ਦਾ ਪੱਖ ਆ। ਸੋ ਜਿੰਨਾ ਕਿ ਵੀ ਮੈਂ ਉਸ ਵੇਲੇ ਇਸ ਸਾਰੇ ਜਿਹੜੇ ਵਰਤਾਰੇ ਨੂੰ ਸਮਝਦਾ ਸੀ, ਉਸ ਹਿਸਾਬ ਨਾਲ ਮੈਂ ਇਹ ਕਵਿਤਾ ਲਿਖੀ ਸੀ, ਮੈਨੂੰ ਯਾਦ ਆ। ਤੇ ਪਰ ਉਹਨੂੰ ਹੂਬਹੂ ਮੈਨੂੰ ਕਵਿਤਾ ਯਾਦ ਨਹੀਂ ਗਈ। ਚਲੋ ਕੋਈ ਗੱਲ ਨਹੀਂ, ਮੈਂ ਹੋਰ ਵੀ ਬੜੀਆਂ ਗੱਲਾਂ ਪੁੱਛਣੀਆਂ, ਸਾਹਿਤ ਦੀਆਂ ਗੱਲਾਂ ਕਰਨੀਆਂ, ਸਾਹਿਤ ਦੀਆਂ ਤੰਦਾਂ ਪਾਉਣੀਆਂ ਤੁਹਾਡੇ ਨਾਲ, ਪਰ ਵੇਲਾ ਫਿਲਹਾਲ ਇੱਕ ਬ੍ਰੇਕ ਦਾ ਹੋ ਗਿਆ ਹੈ। ਬ੍ਰੇਕ ਦੇ ਅਗਲੇਰੇ ਪਾਰ ਵੀ ਸਾਹਿਤ ਦੀਆਂ ਗੱਲਾਂ ਕਰਾਂਗੇ, ਇਹਨਾਂ ਦੀਆਂ ਲਿਖਤਾਂ ਬਾਰੇ ਗੱਲ ਕਰਾਂਗੇ, ਲਿਖਤਾਂ ਦੀ ਰਵਾਨਗੀ ਦੇ ਵਿੱਚੋਂ ਅਹਿਸਾਸਾਂ ਨੂੰ ਵੀ ਫੜਾਂਗੇ। ਸੋ ਮਿਲਦੇ ਹਾਂ ਨਿੱਕੀ ਜਿਹੀ ਬ੍ਰੇਕ ਤੋਂ ਬਾਅਦ। ਤੇਰੀ ਝਲਕ ਪਿੱਛੋਂ ਨਹੀਂ ਕੁਝ ਖਾਸ ਸਾਂਭੀਦਾ, ਬਸ ਆਪਣਾ ਆਪ ਸਾਂਭੀਦਾ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਸਵਾਗਤ ਹੈ। ਬਰਕਤ ਦੇ ਨਾਲ ਬਰਕਤ ਦੇ ਰਚੇਤਾ ਵੀ ਸਾਡੇ ਵਿਹੜੇ ਆਏ ਹੋਏ ਨੇ, ਕਰਨਜੀਤ ਕੋਮਲ। ਤੁਹਾਡਾ ਆ ਵੀ ਬੜੀ ਵਧੀਆ ਲਾਈਨ ਲੱਗਦੀ ਹੈ ਮੈਨੂੰ, ਵੀ ਤੇਰੀ ਝਲਕ ਪਿੱਛੋਂ ਨਹੀਂ ਕੁਝ ਖਾਸ ਸਾਂਭੀਦਾ, ਬਸ ਆਪਣਾ ਆਪ ਸਾਂਭੀਦਾ। ਸੋ ਤੁਸੀਂ ਕਿਹਦੀ ਝਲਕ ਪਿੱਛੋਂ ਆਪਣਾ ਆਪ ਸਾਂਭਦੇ ਸੀ? ਐਕਚੁਅਲੀ ਮੈਨੂੰ ਐ ਲੱਗਦਾ ਹੁੰਦਾ ਕਿ ਉਹ ਕੋਈ ਵੀ ਝਲਕ ਹੋ ਸਕਦੀ ਹੈ, ਵੀ ਉਹ ਕੋਈ ਤਸਵੀਰ ਵੀ ਹੋ ਸਕਦੀ ਹੈ, ਤੇ ਕੋਈ ਰਾਹ 'ਚ ਜਾਂਦਾ ਕੋਈ ਚਿਹਰਾ ਵੀ ਹੋ ਸਕਦਾ। ਮਸਲਾ ਇਹ ਮੇਰੇ ਲਈ ਹਮੇਸ਼ਾ ਇਹ ਹੁੰਦਾ ਕਿ ਕਹਿੰਦੇ ਨਾ ਕਿ ਕਵਿਤਾ ਬਾਰੇ ਇਹ ਗੱਲ ਕਹੀ ਜਾਂਦੀ ਕਿ ਕਵਿਤਾ ਹਰ ਥਾਂ ਤੇ ਪਈ ਹੁੰਦੀ ਆ, ਤੇ ਨਹੀਂ ਹੁੰਦਾ ਤਾਂ ਬਸ ਉਹ ਕਵਿਤਾ ਕਹਿਣ ਵਾਲਾ ਉੱਥੇ ਮੌਜੂਦ ਨਹੀਂ ਹੁੰਦਾ ਕਈ ਵਾਰੀ। ਸੋ ਮੈਨੂੰ ਕਵਿਤਾਵਾਂ ਦਾ ਮਿਲਣਾ ਇਦਾਂ ਦਾ ਹੀ ਹੁੰਦਾ ਹੈ ਕਿ ਉਹ ਪਤਾ ਨਹੀਂ ਕਿ ਬੱਸ 'ਚ ਸਫ਼ਰ ਕਰਦਿਆਂ ਵੀ ਕਵਿਤਾ ਆ ਜਾਂਦੀ ਆ, ਤੇ ਕਈ ਵਾਰੀ ਤੁਸੀਂ ਸਪੈਸ਼ਲ ਕਾਪੀ ਪੈਨ ਲੈ ਕੇ ਬੈਠੋ ਤਾਂ ਵੀ ਨਹੀਂ। ਤੁਸੀਂ ਮੇਰੇ ਨਾ ਅਗਲੇ ਸਵਾਲ ਦਾ ਜਵਾਬ ਦੇਤਾ ਜੀ। ਮੈਂ ਪੁੱਛਣਾ ਚਾਹੁੰਦਾ ਸੀਗਾ ਵੀ ਜਿਹੜੀ ਸਿਰਜਣਾ ਤੁਹਾਨੂੰ ਕਦੋਂ ਤੁਸੀਂ ਲਿਖਦੇ ਹੋ, ਕਦੋਂ ਉਤਰਦੀ ਆ? ਕੋਈ ਖਾਸ ਮਾਹੌਲ ਹੁੰਦਾ ਜਾਂ ਨਹੀਂ? ਇਹਦੇ ਲਈ ਮੈਨੂੰ ਐ ਲੱਗਦਾ ਕਿ ਵੀ ਇਹਦੇ ਲਈ ਖਾਸ ਮਾਹੌਲ ਸਿਰਫ ਇੰਨਾ ਹੀ ਹੁੰਦਾ ਹੈ ਕਿ ਤੁਸੀਂ ਪੜ੍ਹ ਲਿਖ ਕੀ ਰਹੇ ਹੋ, ਤੁਸੀਂ ਉਹਨਾਂ ਦਿਨਾਂ 'ਚ ਜਿਹੜਾ ਤੁਹਾਡਾ ਟੇਬਲ ਵਰਕ ਆ ਉਹ ਕੀ ਆ, ਤੁਸੀਂ ਅਭਿਆਸ ਕਿਹੋ ਜਿਹਾ ਕਰ ਰਹੇ ਹੋ, ਤੁਸੀਂ ਕਿਹੋ ਜਿਹੇ ਮਾਹੌਲ 'ਚੋਂ ਗੁਜ਼ਰ ਰਹੇ ਹੋ ਜੀ, ਮਾਨਸਿਕ ਪੱਧਰ ਤੇ, ਸਰੀਰਕ ਪੱਧਰ ਤੇ,
ਆਤਮਿਕ ਪੱਧਰ ਤੇ ਜੇ ਆਪਾਂ ਕਹੀਏ ਤਾਂ। ਸੋ ਉਹੀ ਮਾਹੌਲ ਕਿਤੇ ਨਾ ਕਿਤੇ ਕਵਿਤਾ ਨੂੰ ਇੱਕ ਸੱਦਾ ਦਿੰਦਾ ਆ, ਔਰ ਕਵਿਤਾ ਨੇ ਕਦੋਂ ਆਉਣਾ ਆ ਇਹ ਕਵਿਤਾ ਦੀ ਮਰਜ਼ੀ ਆ। ਕਵਿਤਾ ਕਦੋਂ ਉਤਰੂਗੀ ਇਹ ਨਹੀਂ, ਤੁਸੀਂ ਇਹਨੂੰ ਨਹੀਂ ਬੰਨ੍ਹ ਸਕਦੇ। ਤੁਹਾਡੇ ਮੇਰੇ ਕੋਲ ਇੰਨਾ ਕੁ ਕੰਮ ਆ ਕਿ ਮੈਂ ਕੋਈ ਜਿਹੋ ਜਿਹਾ ਮੈਂ ਪੜ੍ਹਨ ਲਿਖਣ ਵਾਲਾ ਹੈਗਾ ਆ, ਜਿੰਨਾ ਕੁ ਮੈਂ ਪੜ੍ਹ ਸਕਦਾ ਉਹ ਮੈਂ ਪੜ੍ਹ ਰਿਹਾ ਆ। ਮੈਂ ਕੁਝ ਖਾਸ ਤਰੀਕੇ ਦੀ ਪ੍ਰੈਕਟਿਸ ਕਰ ਰਿਹਾ, ਅਭਿਆਸ ਕਰ ਰਿਹਾ, ਚਾਹੇ ਉਹ ਮਾਨਸਿਕ ਪੱਧਰ ਦਾ ਆ ਜਾਂ ਆਤਮਿਕ ਪੱਧਰ ਦਾ ਕਹਿ ਲਓ। ਤੇ ਕਿਹੋ ਜੇ ਮੈਂ ਫਿਰ ਉਹੀ ਗੱਲ ਆ ਕਿ ਇੱਕ ਬੰਦਾ ਉਹ ਰੁੱਤਾਂ ਚੋਂ ਗੁਜ਼ਰ ਰਿਹਾ ਆ, ਦੁੱਖ ਸੁੱਖ ਦੀਆਂ ਜੀਵਨ ਦੀਆਂ ਰੁੱਤਾਂ ਚੋਂ, ਤੁਸੀਂ ਕਿਹੋ ਜਿਹੇ ਮਾਹੌਲ ਚੋਂ ਗੁਜ਼ਰ ਰਹੇ ਹੋ, ਉਹੀ ਤੁਹਾਡੀ ਉਹੋ ਜੀ ਕੋਈ ਕਵਿਤਾ ਮੈਂ ਨਾ ਇੱਕ ਤੁਹਾਡੇ ਨਾਲ ਹੋਰ ਪਰਸਨਲੀ ਗੱਲ ਜੀ ਸ਼ੇਅਰ ਕਰਨੀ ਚਾਹਣਾ ਜੀ। ਜਿਹੜਾ ਅੱਸੂ ਦਾ ਮਹੀਨਾ ਹੁੰਦਾ ਨਾ ਜੀ, ਆ ਹੁਣ ਅੱਗੇ ਅਗਲਾ ਮਹੀਨਾ, ਹਾਂਜੀ, ਮੈਨੂੰ ਉਹ ਰੁੱਤ ਜੀ ਵਧੀਆ ਲੱਗਦੀ ਹੈ ਜਦੋਂ ਸਿਆਲ ਜੀ ਆਉਣ ਵਾਲੇ ਹੋਣ ਤੇ ਤੁਹਾਨੂੰ ਹਵਾ ਦੇ ਵਿੱਚ ਨਾ ਧੁੰਦ ਦੀ ਖੁਸ਼ਬੂ ਜੀ ਫੀਲ ਕਰਦੇ ਹੋ। ਤੇ ਉਸ ਰੁੱਤ ਦੇ ਵਿੱਚ ਮੈਂ ਕੋਈ ਨਾ ਕੋਈ ਨਾਵਲ ਵੀ ਪੜ੍ਹਦਾ, ਮੇਰਾ ਪੜ੍ਹਨ ਨੂੰ ਵੀ ਦਿਲ ਕਰਦਾ। ਤੁਹਾਨੂੰ ਕਿਹੜੀ ਰੁੱਤ ਹੈ ਜਿਹੜੀ ਟੁੰਬਦੀ ਹੈ, ਜਿਹੜੀ ਰੁੱਤ ਦਾ ਅਹਿਸਾਸ ਤੁਹਾਡੇ ਲਈ ਜ਼ਿਆਦਾ ਪਿਆਰਾ? ਮੈਨੂੰ ਗਰਮੀਆਂ ਹੀ ਵਧੀਆ ਲੱਗਦੀਆਂ ਇਸ ਹਿਸਾਬ ਨਾਲ। ਉਵੇਂ ਮੈਨੂੰ ਐਂ ਲੱਗਦਾ ਵੀ ਸਿਆਲ ਵਧੀਆ ਹੁੰਦੇ ਆ ਜੇ ਬੰਦੇ ਦੀ ਉਵੇਂ, ਕਿਉਂਕਿ ਢਕਿਆ ਜਿਹਾ ਵਧੀਆ ਰਹਿੰਦਾ ਬੰਦਾ। ਪਰ ਗਰਮੀਆਂ 'ਚ ਮੈਨੂੰ ਜਿਹੜੀਆਂ ਸਭ ਤੋਂ ਸੋਹਣੀਆਂ ਲੱਗਦੀਆਂ ਉਹ ਸ਼ਾਮਾਂ ਲੱਗਦੀਆਂ ਨੇ। ਤੇ ਸ਼ਾਮਾਂ 'ਚੋਂ ਹੀ ਜਿਹੜਾ ਇੱਕ ਗੀਤ ਜਿਹੜਾ ਲਿਖਿਆ ਗਿਆ ਸੀ ਉਹ ਸ਼ਾਮ ਦਾ ਰੰਗ ਸੀ। ਹਾਂ, ਇਹ ਜਦੋਂ ਵੀ ਕਿਤੇ ਗੱਲ ਤੁਰੀ ਆ, ਸ਼ਾਮ ਦੇ ਰੰਗ ਦੀ ਗੱਲ ਹਮੇਸ਼ਾ ਹੁੰਦੀ ਹੈ ਜਦੋਂ ਵੀ ਕਿਤੇ ਤੁਸੀਂ ਜਾਂਦੇ ਹੋ, ਹਨਾ। ਮਨਪ੍ਰੀਤ ਦੀ ਖੂਬਸੂਰਤ ਆਵਾਜ਼ ਦੇ ਵਿੱਚ ਗਾਇਆ ਗਿਆ ਗੀਤ ਆ ਸ਼ਾਮ ਦਾ ਰੰਗ। ਥੋੜਾ ਜਿਹਾ ਉਹ ਸਾਡੇ ਨਾਲ ਸ਼ੇਅਰ ਕਰੋ ਤੁਸੀਂ। ਸ਼ਾਮ ਦਾ ਰੰਗ, ਮੈਂ ਜਿਵੇਂ ਦੱਸਿਆ ਕਿ ਮੈਂ ਦਿੱਲੀ ਰਹਿ ਰਿਹਾ ਵਾਂ ਹੁਣ ਵੀ, ਤੇ ਦਿੱਲੀ ਰਹਿੰਦਿਆਂ ਹੀ ਇੱਕ ਮੈਂ ਆਪਣਾ ਇੱਥੇ ਮਤਲਬ ਇੱਦਾਂ ਮਾਹੌਲ ਜਿਹਾ ਬਣਿਆ ਹੋਇਆ ਸੀ, ਸੂਰਜ ਛਿਪ ਰਿਹਾ ਸੀ ਤੇ ਰੌਸ਼ਨੀ ਮੇਰੇ ਇੱਦਾਂ ਕਮਰੇ 'ਚ ਆ ਰਹੀ ਸੀ ਸ਼ੀਸ਼ਿਆਂ ਰਾਹੀਂ। ਤਾਂ ਬਸ ਉਦੋਂ ਇੱਦਾਂ ਬਣਿਆ ਤੇ ਉਹ ਲਗਾਤਾਰ 2 ਦਿਨ ਉਹ ਗੀਤ ਮੇਰੇ ਨਾਲ ਨਾਲ ਤੁਰਦਾ ਰਿਹਾ, ਜਾਂ ਮੈਂ ਕਹਿ ਲਓ ਕਿ ਮੈਂ ਗੀਤ ਦੀ ਜਾਂ ਉਸ ਗੀਤ ਦੀ ਤਰਜ਼ ਦੇ ਨਾਲ ਨਾਲ ਤੁਰਦਾ ਰਿਹਾ। ਤੇ ਫਿਰ ਉਹ ਮਨਪ੍ਰੀਤ ਨੇ ਜਦੋਂ ਗਾਇਆ ਤਾਂ ਉਹ ਹੋਰ ਮਤਲਬ ਸੋਹਣੀ ਗੱਲ, ਉਹ ਸੋਹਣਾ ਨਿਖਰ ਕੇ ਆ ਗਿਆ ਸਾਹਮਣੇ। ਉਹ ਕਹਿੰਦੇ ਇੱਕ ਲਿਖਤ ਕਈ ਵਾਰੀ ਤਾਂ ਚੰਦ ਮਿੰਟ ਹੀ ਲੱਗਦੇ ਆ ਉਹਨੂੰ ਮੁਕੰਮਲ ਹੋਣ ਤੇ, ਉਹਨੂੰ ਪੂਰਾ ਸਫ਼ੇ ਦੇ ਉੱਤੇ ਉਤਰਨ ਤੇ, ਹਨਾ, ਅਹਿਸਾਸ ਨੂੰ। ਕਈ ਵਾਰੀ ਇਹ ਸਮਾਂ ਜ਼ਿਆਦਾ ਵੀ ਲੱਗ ਜਾਂਦਾ। ਬਿਲਕੁਲ। ਕਿੰਨਾ ਕੁ ਸਮਾਂ ਲੱਗਿਆ ਸ਼ਾਮ ਦਾ ਰੰਗ ਗੀਤ ਨੂੰ ਉਤਰਨ ਤੇ? ਇਹਦੇ 3 ਪੈਰੇ ਤਾਂ ਮੈਂ ਇੱਕੋ ਵਾਰੀ ਲਿਖ ਲਏ ਇੱਦਾਂ ਬੈਠਿਆਂ ਜਦੋਂ ਇਹ ਗੀਤ ਮੈਨੂੰ ਔੜਿਆ। ਤੇ ਉਸ ਤੋਂ ਬਾਅਦ ਇਹ ਅਗਲੇ ਦਿਨ, ਮਤਲਬ ਇੱਕ ਦਿਨ ਤੇ ਅਗਲੇ ਦਿਨ ਤੱਕ ਮਤਲਬ ਇਹ ਮੁਕੰਮਲ ਹੋਇਆ ਸੀਗਾ ਜੀ। ਮਤਲਬ 2 ਦਿਨਾਂ 'ਚ ਇਹ ਗੀਤ ਮੁਕੰਮਲ ਹੋਇਆ। ਹਾਂ, ਕੁਝ ਗੀਤ ਇਹੋ ਜਿਹੇ ਹੁੰਦੇ ਆ ਕਿ ਉਹਨਾਂ ਦੀਆਂ 2 ਸਤਰਾਂ ਤੁਹਾਡੇ ਕੋਲ ਲਿਖੀਆਂ ਪਈਆਂ ਨੇ ਤੇ ਉਹਨਾਂ ਦਾ ਪਤਾ ਨਹੀਂ ਉਹਨਾਂ ਨੇ ਕਦੋਂ ਮੁਕੰਮਲ ਹੋਣਾ। ਬਰਕਤ ਵੇਲੇ ਇੱਦਾਂ ਹੋਇਆ, ਬਰਕਤ ਛਪਣ ਦੇ ਮੌਕੇ ਬਹੁਤ ਸਾਰੇ ਗੀਤ ਇੱਦਾਂ ਦੇ ਸੀਗੇ ਜਿਹੜੇ ਬਿਲਕੁਲ ਉਦੋਂ ਮੁਕੰਮਲ ਹੋਏ ਜਦੋਂ ਮਤਲਬ ਇਹਦਾ ਮੈਂ ਦੂਸਰਾ ਜਾਂ ਤੀਸਰਾ ਖਰੜਾ ਪੜ੍ਹ ਰਿਹਾ ਸੀ, ਖੁਦ ਇਹਨੂੰ ਸੋਧ ਰਿਹਾ ਸੀ, ਇਹਨੂੰ ਵੇਖ ਰਿਹਾ ਸੀਗਾ, ਤੇ ਉਦੋਂ ਉਹ ਚੀਜ਼ਾਂ ਪੂਰੀਆਂ ਹੋਈਆਂ। ਆਪਾਂ ਇਹ ਗੀਤ ਥੋੜਾ ਜਿਹਾ ਦਰਸ਼ਕਾਂ ਨੂੰ ਵਿਖਾ ਦਿੰਨੇ ਆ, ਸੋ ਤੁਸੀਂ ਵੀ ਇਸ ਗੀਤ ਦਾ ਆਨੰਦ ਮਾਣੋ ਜੀ। ਗੀਤ ਤੋਂ ਬਾਅਦ ਗੱਲ ਕਰਦੇ ਹਾਂ। ਬੜਾ ਪਿਆਰਾ ਗੀਤ ਹੈ ਜੀ ਤੇ ਸਾਰਿਆਂ ਨੂੰ ਪਸੰਦ ਆਇਆ ਹੋਊਗਾ। ਤੇ ਜੇ ਗੱਲ ਕਰੀਏ ਬਰਕਤ ਦੀ, ਮੈਨੂੰ ਤਾਂ ਨਾਮ ਬਹੁਤ ਸੋਹਣਾ ਲੱਗਿਆ ਜੀ। ਬੱਚਿਆਂ ਵਰਗੀ ਕਹਿ ਲਓ ਵੀ ਨਜ਼ਮਾਂ, ਕਵਿਤਾਵਾਂ, ਲਿਖਤਾਂ ਬੱਚਿਆਂ ਵਰਗੀਆਂ ਹੁੰਦੀਆਂ, ਕਿਤਾਬ ਵੀ ਬੱਚਿਆਂ ਵਰਗੀ ਹੁੰਦੀ ਹੈ। ਇਹਦਾ ਨਾਮ ਬਰਕਤ ਕਿਵੇਂ ਆਇਆ ਦਿਮਾਗ 'ਚ ਤੁਹਾਡੇ? ਸਭ ਤੋਂ ਜ਼ਰੂਰੀ ਮੈਨੂੰ ਐਂ ਲੱਗਦਾ ਕਿ ਤੁਸੀਂ ਚਾਹੇ ਇੱਕ ਬੱਚੇ ਦਾ ਨਾਮ ਰੱਖਣਾ ਆ ਤੇ ਚਾਹੇ ਤੁਸੀਂ ਕਿਸੇ ਵੀ ਆਪਦੀ ਕਿਤਾਬ ਦਾ ਨਾਮ ਰੱਖਣਾ, ਸਾਹਿਤ ਵਿੱਚ ਕਿਤਾਬ ਦਾ ਨਾਮ ਰੱਖੋਗੇ, ਜੀਵਨ ਵਿੱਚ ਆਪਣੇ ਕਿਸੇ ਬੱਚੇ ਦਾ ਨਾਮ ਰੱਖੋਗੇ, ਜਿੰਨਾ ਕੁ ਅਸੀਂ ਮੈਨੂੰ ਲੱਗਦਾ ਉਦੋਂ ਸੋਚਦੇ ਵਿਚਾਰਦੇ ਹਾਂ। ਔਰ ਮੈਨੂੰ ਇਹ ਨਿੱਜੀ ਤੌਰ 'ਤੇ ਮੈਂ ਮਹਿਸੂਸ ਕਰਦਾ ਕਿ ਜਿਹੜਾ ਵੀ ਕੋਈ ਅਸੀਂ ਨਾਮ ਰੱਖਦੇ ਹਾਂ ਔਰ ਜਿਹੜੇ ਨਾਮ ਨਾਲ ਅਸੀਂ ਕਿਸੇ ਨੂੰ ਵਾਰ-ਵਾਰ ਬੁਲਾਉਂਦੇ ਹਾਂ ਨਾ, ਉਹ ਅਸਰ ਰੱਖਦਾ, ਕਿਉਂਕਿ ਸ਼ਬਦ ਕੋਲ ਇੱਕ ਸਾਊਂਡ ਵੀ ਹੁੰਦਾ ਆ, ਸ਼ਬਦ ਕੋਲ ਇੱਕ ਨਾਦ ਆ, ਤੇ ਉਹ ਵਾਰ-ਵਾਰ ਜਿਹੜੇ ਸਾਊਂਡ ਨਾਲ ਅਸੀਂ ਕਿਸੇ ਨੂੰ ਆਵਾਜ਼ ਮਾਰਨੀ ਆ ਤੇ ਉਹਦਾ ਅਸਰ ਆ ਜੀ। ਤੇ ਇਹਦੇ ਵਿੱਚ ਬਰਕਤ ਨਾਮ ਬਣਨ ਤੱਕ ਇਹਦੀ ਕਾਫੀ ਜਰਨੀ ਆ ਕਿ ਮੇਰੇ ਕੋਲ ਕਵਿਤਾਵਾਂ ਸੀ, ਸਾਰਾ ਕੁਝ ਸੀ, ਪਰ ਬਰਕਤ ਨਾਮ ਬਿਲਕੁਲ ਐਂਡ ਤੇ ਜਾ ਕੇ ਬਣਿਆ। ਮੇਰੇ ਕੋਲ ਇੱਕ ਪੂਰੀ ਲਿਸਟ ਸੀ ਕਿ ਆਹਾ ਇਹ ਨਾਮ ਰੱਖਿਆ ਜਾਵੇ, ਆਹ ਨਾਮ ਰੱਖਿਆ ਜਾਵੇ, ਪਰ ਮੈਂ ਚਾਹੁੰਦਾ ਸੀ ਇੱਕ ਸ਼ਬਦ ਦਾ ਨਾਮ, ਵੀ ਇੱਕ ਸ਼ਬਦ ਵਿੱਚ ਪੂਰੀ ਤੁਸੀਂ ਕੋਈ ਗੱਲ ਕਹੋ। ਸੋ ਜਦੋਂ ਫਿਰ ਕੁੱਲ ਮਿਲਾ ਕੇ ਮੈਂ ਆਪਣੀ ਥੋੜ੍ਹੀ ਬਹੁਤੀ ਪਿਛਲੇ ਜ਼ਿੰਦਗੀ 'ਤੇ ਝਾਤ ਮਾਰੀ ਕਿ ਮੇਰੇ ਕੰਮ ਕਿੱਦਾਂ ਹੌਲੀ ਹੌਲੀ ਬਹੁਤ ਨਾ ਹੋਣ ਤੋਂ ਹੋਣ ਤੱਕ ਆਏ, ਤਾਂ ਮੈਨੂੰ ਇਹ ਲੱਗਿਆ ਕਿ ਬਰਕਤ ਨਾਮ ਹੀ ਸਹੀ ਆ। ਔਰ ਮੈਂ ਇੱਕ ਦਿਨ ਭਗਤ ਕਬੀਰ ਜੀ ਦੇ ਸ਼ਲੋਕ ਪੜ੍ਹ ਰਿਹਾ ਸੀਗਾ ਤੇ ਉਹਦੀ ਵਿਆਖਿਆ ਵਿੱਚ ਸ਼ਲੋਕ ਸੀਗਾ ਕਿ 52 ਅੱਖਰ ਸੋਧ ਕੇ, ਤੇ ਮਤਲਬ ਉਹਦਾ ਮਤਲਬ ਇਹ ਸੀ, ਉਹਦਾ ਭਾਵ ਇਹ ਆ ਕਿ ਵੀ
ਆਪਣੇ ਮਨ ਚੋਂ ਚਿੰਤਾ ਹਟਾ ਦੇ ਤੇ ਆਪਣੀ ਜਿਹੜੀ ਗੱਲ ਆ ਉਹ ਕਹਿਣੀ ਸ਼ੁਰੂ ਕਰ। ਤੇ ਮੈਨੂੰ ਬਹੁਤ ਹੈਰਾਨੀ ਹੋਈ ਇਸ ਗੱਲ ਦੀ, ਤੇ ਉਹਦੀ ਜਦੋਂ ਮੈਂ ਵਿਆਖਿਆ ਪੜ੍ਹੀ ਤਾਂ ਉਹਦੇ ਵਿੱਚ ਇਹੀ ਸੀਗਾ ਕਿ ਰੱਬ ਮਤਲਬ ਤੂੰ ਆਪਣਾ ਮਨ ਲਾ ਕੇ ਜਿਹੜਾ ਕੰਮ ਕਰ ਤੇ ਉਹਦੇ ਵਿੱਚ ਰੱਬ ਬਰਕਤ ਪਾਊਗਾ। ਜਦੋਂ ਇਹ ਬਰਕਤ ਸ਼ਬਦ ਉੱਥੇ ਲਿਖਿਆ ਵੇਖਿਆ ਤਾਂ ਮੈਨੂੰ ਯਕਦਮ ਯਾਦ ਆਇਆ, ਘਰ ਦੀ ਯਾਦ ਆਈ ਕਿ ਘਰੇ ਇਹ ਸ਼ਬਦ ਆਮ ਵਰਤਿਆ ਜਾਂਦਾ, ਸਾਡੇ ਸਭ ਦੇ ਘਰਾਂ 'ਚ ਆਮ ਸ਼ਬਦ ਆ ਇਹ ਕਿ ਰੱਬ ਬਰਕਤ ਪਾਊਗਾ। ਜੇ ਕੋਈ ਸਾਧ ਸੰਤ ਬੂਹੇ ਤੇ ਆਉਂਦਾ ਤੇ ਉਹ ਵੀ ਕਹਿੰਦਾ ਵੀ ਹਨਾ ਵੀ ਘਰ 'ਚ ਬਰਕਤ ਹੋਵੇ, ਹਾਂ ਘਰ 'ਚ ਬਰਕਤ ਹੋਵੇ, ਰੱਬ ਬਰਕਤਾਂ ਪਾਵੇ ਜੇ ਅਸੀਂ ਉਹਨੂੰ ਕੋਈ ਦਾਨ ਪੁੰਨ ਕਰਦੇ ਹਾਂ। ਤੇ ਮਾਂ ਅਕਸਰ ਹੀ ਕਹਿੰਦੀ ਹੁੰਦੀ ਆ ਵੀ ਮੇਰੀ ਮਾਤਾ ਵੀ ਜਦੋਂ ਕਿ ਜਿਵੇਂ ਰਾਸ਼ਨ ਆਉਂਦਾ ਮਹੀਨੇ ਦਾ ਇਕੱਠਾ ਜਾਂ ਜਦੋਂ ਵੀ ਕੁਝ ਲਿਆਉਂਦਾ ਤੇ ਵੀ ਉਹ ਕਹਿੰਦੇ ਵੀ ਕੁੜੀਆਂ ਦੇ ਹੱਥੋਂ ਰਾਸ਼ਨ ਪਵਾਓ ਵੱਖਰੇ ਵੱਖਰੇ ਡੱਬਿਆਂ 'ਚ, ਇਹਨਾਂ ਦੇ ਹੱਥਾਂ 'ਚ ਬਰਕਤ ਹੁੰਦੀ ਹੈ। ਹੁਣ ਬਰਕਤ ਸ਼ਬਦ ਆਲੇ ਦੁਆਲੇ ਇਦਾਂ ਮਤਲਬ ਇੱਕ ਸਰਕਲ ਬਣ ਗਿਆ ਬਰਕਤ ਹੋਣ ਦਾ, ਤੇ ਮੈਨੂੰ ਇਹ ਲੱਗਿਆ ਕਿ ਇਹ ਨਾਮ ਸਹੀ ਸਾਊਂਡ ਕਰ ਰਿਹਾ ਆ। ਫਿਰ ਆਲੇ ਦੁਆਲੇ ਕੁਝ ਦੋਸਤਾਂ ਮਿੱਤਰਾਂ ਦੀ ਮੈਂ ਸਲਾਹ ਲਈ ਤੇ ਅਖੀਰ ਤੇ ਮਤਲਬ ਇਸ ਨੂੰ ਇਹ ਸਾਰਾ ਰੂਪ ਆਕਾਰ ਦੇਣ 'ਚ ਇਹ ਦਰਸ਼ਨ ਸਿੰਘ ਗਰੇਵਾਲ ਉਹਨੇ ਇਹਦਾ ਸਾਰਾ ਵਰਕ ਤਿਆਰ ਕੀਤਾ ਔਰ ਫਿਰ ਅਸੀਂ ਇਹਨੂੰ ਫਾਈਨਲ ਕੀਤਾ ਕਿ ਹਾਂ ਇਹੀ ਨਾਮ ਹੋਊਗਾ। ਬੜਾ ਖੂਬਸੂਰਤ ਸਰ ਵਰਕ ਹੈ ਜੀ, ਬੜਾ ਕਹਿ ਲਓ ਵੀ ਬਰਕਤ ਲਿਖਿਆ ਹੋਇਆ ਤੇ ਬੜਾ ਕਲਰ। ਤੇ ਇਹ ਮੈਨੂੰ ਇਹ ਦੱਸੋ ਕਰਨਜੀਤ ਕੋਮਲ ਜੀ, ਆ ਪਿੱਛੇ ਵੀ ਲਿਖਿਆ ਹੋਇਆ ਪੱਤ ਝੜਾਂ ਵਿੱਚ ਸਾਂਭਦਾ ਜੋ ਪੱਤ ਰੁੱਖੇ ਸੁੱਖੇ, ਹਾਂ ਉਹੀਓ ਸੀਮ ਦਾ ਬਹਾਰਾਂ ਦੀ ਪੋਸ਼ਾਕ। ਮੈਂ ਨਾ ਤੁਹਾਡੀਆਂ ਗੱਲਾਂ ਦੇ ਵਿੱਚ ਨਾ ਇਹ ਮੌਸਮਾਂ ਦਾ ਬੜਾ ਜ਼ਿਕਰ ਆ ਤੁਹਾਡੀਆਂ ਜਿੰਨੀਆਂ ਕਿ ਮੈਂ ਪੜ੍ਹੀਆਂ ਹਨਾ, ਚਾਹੇ ਸ਼ਾਮ ਦੀ ਗੱਲ, ਆਥਣ ਦੀ ਗੱਲ ਹੋਵੇ, ਚਾਹੇ ਰੁੱਤਾਂ ਦੀ ਗੱਲ ਹੋਵੇ, ਚਾਹੇ ਧਰਤ ਦੀ ਗੱਲ ਹੋਵੇ, ਚਾਹੇ ਆਸਮਾਨ ਦੀ ਗੱਲ ਹੋਵੇ ਜੀ, ਤੁਹਾਨੂੰ ਮੌਸਮ ਕੁਦਰਤ ਜ਼ਿਆਦਾ ਆਪਣੇ ਵੱਲ ਖਿੱਚਦੀ ਆ। ਮੈਨੂੰ ਐ ਲੱਗਦਾ ਕਿ ਮੇਰੀ ਜਿਹੜੀ ਸੰਵੇਦਨਾ ਹੈ ਉਹਦੇ ਵਿੱਚ ਇਹਨਾਂ ਸਭ ਲਈ ਥਾਂ ਜ਼ਿਆਦਾ ਆ। ਔਰ ਦੂਜੀ ਵੱਡੀ ਗੱਲ ਆ ਕਿ ਅਸੀਂ ਇਹਨਾਂ ਇਸੇ ਦਾ ਹਿੱਸਾ ਆ। ਉਹ ਵੱਖਰੀ ਗੱਲ ਆ ਕਿ ਅਸੀਂ ਅੱਜ ਪੈਂਟ ਕੋਟ ਪਾ ਕੇ ਜਾਂ ਹੋਰ ਅਸੀਂ ਇਹ ਸਾਰਾ ਕੁਝ ਭੁੱਲ ਜਾਈਏ। ਜਿਵੇਂ ਗੁਰਬਾਣੀ ਚ ਆਉਂਦਾ ਨਾ ਕਿ ਮੋਤੀ ਤਾਂ ਮੰਦਰ ਉਸਰੇ, ਰਤਨੀ ਤਾਂ ਹੋਏ ਜੜਾਓ, ਮਤ ਦੇਖ ਭੂਲਾ ਵਿਸਰੇ, ਤੇਰਾ ਚਿੱਤ ਨਾ ਆਵੇ ਨਾਓ। ਸੋ ਅਸੀਂ ਵਿਸਰ ਜਾਂਦੇ ਹਾਂ ਕਈ ਵਾਰੀ ਜਦੋਂ ਸਾਨੂੰ ਐ ਲੱਗਦਾ ਵੀ ਸਾਡੇ ਕੋਲ ਥੋੜੇ ਜਿਹੇ ਪੈਸੇ ਆ ਗਏ, ਸਾਡੇ ਕੋਲੇ ਥੋੜਾ ਜਿਹਾ ਹੋ ਗਿਆ, ਤਾਂ ਅਸੀਂ ਤਾਂ ਉਹਦਾ ਹੀ ਹਿੱਸਾ ਆ। ਉਵੇਂ ਹੀ ਜਿਵੇਂ ਪੱਤੇ ਉੱਗਦੇ ਅਸੀਂ ਵੀ ਐਂ ਜੇ ਉੱਗੇ ਹੋਏ ਆ, ਤੇ ਇੱਕ ਦਿਨ ਰੁੱਤ ਜੀ ਸਾਡੀ ਆਊਗੀ ਜਦੋਂ ਅਸੀਂ ਝੜ ਵੀ ਜਾਵਾਂਗੇ। ਬਿਲਕੁਲ। ਤੋ ਮੈਨੂੰ ਇਹ ਲੱਗਦਾ ਆ ਕਿ ਵੀ ਅਸੀਂ ਉਹਦਾ ਹਿੱਸਾ ਹੀ ਆ, ਤੇ ਉਹਨੇ ਉਸ ਮਤਲਬ ਕਿਸੇ 'ਚ ਘੱਟ ਕਿਸੇ 'ਚ ਵੱਧ ਉਹ ਵਿਦਮਾਨ ਹੈਗੀ ਆ ਕੁਦਰਤ, ਤੇ ਇੱਥੇ ਵੀ ਵਿੱਚ ਇਹ ਗੱਲਾਂ ਹੈਗੀਆਂ ਨੇ। ਤੇ ਬਾਕੀ ਉਮਰ ਦਾ ਇੱਕ ਪੜਾਅ ਹੁੰਦਾ ਆ। ਕੁਦਰਤ ਫਿਰ ਵੀ ਮੈਨੂੰ ਹੁਣ ਵੀ ਉਵੇਂ ਹੀ ਪ੍ਰਭਾਵਿਤ ਕਰਦੀ ਹੈ ਜਿਵੇਂ ਇਹਨਾਂ ਗੀਤਾਂ ਕਵਿਤਾਵਾਂ ਵਿੱਚ ਉਹਦਾ ਜ਼ਿਕਰ ਆਇਆ ਆ। ਕਰਨਜੀਤ ਕੋਮਲ, ਵੈਸੇ ਮੈਂ ਇਹ ਤਖੱਲਸ ਆ ਤੁਹਾਡਾ ਪਿੱਛੇ ਜਿਹੜਾ ਕੋਮਲ ਆ? ਮੇਰਾ ਘਰ ਦਾ ਨਾਮ ਆ ਕੋਮਲ। ਘਰ ਦਾ ਨਾਮ ਆ? ਹਾਂ। ਨਹੀਂ ਤਾਂ ਸ਼ਾਇਰ ਰਾਈਟਰ ਤਖੱਲਸ ਲਾ ਲੈਂਦੇ, ਤਖੱਲਸ ਲਾਉਂਦੇ ਉਹ ਇੱਥੇ, ਫਿਰ ਉਹਨੂੰ ਮੈਂ ਐਜ਼ ਏ ਤਖੱਲਸ ਹੀ ਯੂਜ਼ ਕਰ ਲਿਆ। ਦੋਵੇਂ ਮੇਰੇ ਨਾਮ ਹੀ ਬਣ ਗਏ। ਕਰਨਜੀਤ ਸਿੰਘ ਮੇਰਾ ਨਾਮ ਵੀ ਆ ਤੇ ਕੋਮਲ ਮੇਰਾ ਬਿਲਕੁਲ ਜਿਵੇਂ ਬਚਪਨ 'ਚ ਆਪਾਂ ਛੋਟਾ ਨਾਂ ਰੱਖ ਲੈਂਦੇ ਆ ਘਰੇ। ਤੇ ਕੋਮਲ ਕਿੰਨਾ ਕੁ ਕੋਮਲ ਆ? ਕੋਮਲ ਬਹੁਤ ਜ਼ਿਆਦਾ ਕੋਮਲ ਆ, ਬਹੁਤ ਜ਼ਿਆਦਾ ਸੰਵੇਦਨਸ਼ੀਲ ਆ ਮੈਂ। ਮਤਲਬ ਮੈਨੂੰ ਬਹੁਤ ਚੀਜ਼ਾਂ ਬਹੁਤ ਹੱਦ ਤੱਕ ਆਮ ਨਾਲੋਂ ਵੱਧ ਮੈਨੂੰ ਥੋੜਾ ਜਿਹਾ ਪ੍ਰਭਾਵਿਤ ਕਰਦੀ। ਕੋਮਲ ਦੇਖ ਕੇ ਕਿਸੇ ਨਾ ਕਿਸੇ ਸਿਚੁਏਸ਼ਨ 'ਚ ਰੋ ਵੀ ਸਕਦਾ, ਰੋ ਵੀ ਪੈਂਦਾ? ਮੈਂ ਰੋ ਵੀ ਪੈਂਦਾ ਆ, ਤੇ ਪਰ ਇਹ ਜ਼ਰੂਰੀ ਮੈਨੂੰ ਇਹ ਲੱਗਦਾ ਹੁੰਦਾ ਕਿ ਰੋਣਾ ਸਿਰਫ ਅਥਰੂਆਂ ਦਾ ਨਹੀਂ ਹੁੰਦਾ। ਕੀ ਪਤਾ ਤੁਸੀਂ ਅੰਦਰੋਂ ਬਹੁਤ ਸਾਰਾ ਦੁਖੀ ਮਹਿਸੂਸ ਕਰੋ। ਉਦਾਸ ਹੋ ਜਾਂਦਾ ਮੈਂ ਬਹੁਤ ਜ਼ਿਆਦਾ। ਕੋਮਲ ਸਮਾਜ ਬਾਰੇ ਕੀ ਸੋਚਦਾ? ਆਸੇ-ਪਾਸੇ ਦੁਨੀਆਦਾਰੀ ਬਾਰੇ ਕੀ ਸੋਚਦਾ? ਦੁਨੀਆਦਾਰੀ ਬਾਰੇ ਇੱਕ ਤਾਂ ਅਧਿਆਤਮਿਕ ਵਿਚਾਰ ਚੱਲਦਾ ਰਹਿੰਦਾ, ਜਿਹੜਾ ਮਤਲਬ ਸਾਨੂੰ ਸ਼ੁਰੂ ਤੋਂ ਮੈਨੂੰ ਲੱਗਦਾ ਕਿ ਸਿਖਾਇਆ ਵੀ ਜਾਂਦਾ ਔਰ ਹੁੰਦਾ ਵੀ ਆ। ਔਰ ਜਦੋਂ ਅਸੀਂ ਖਾਸ ਕਰਕੇ ਗੁਰਦੁਆਰੇ ਜਾਂਦੇ ਹਾਂ ਜਾਂ ਕੋਈ ਵੀ ਧਾਰਮਿਕ ਗ੍ਰੰਥ ਪੜ੍ਹਦੇ ਹਾਂ, ਤਾਂ ਸਾਨੂੰ ਇਹ ਲੱਗਦਾ ਆ ਕਿ ਇੱਕ ਤਾਂ ਇਹ ਮੇਰੇ ਨਾਲ ਖਿਆਲ ਚੱਲਦਾ ਕਿ ਇਹ ਇੱਦਾਂ ਹੀ ਹੋਣਾ ਸੀ, ਇਹ ਇੱਦਾਂ ਹੀ ਆ, ਜਿਹਨੂੰ ਅਸੀਂ ਹੋਣੀ ਕਹਿ ਦਿੰਦੇ ਹਾਂ, ਡੈਸਟਨੀ ਕਹਿ ਦਿੰਦੇ ਹਾਂ। ਪਰ ਜਦੋਂ ਤੁਸੀਂ ਅਧਿਆਤਮਿਕ ਵਿਚਾਰ ਤੋਂ ਬਾਹਰ ਆ ਕੇ ਥੋੜ੍ਹਾ ਦੇਖਦੇ ਹੋ, ਫਿਰ ਤੁਹਾਨੂੰ ਉਹਦੇ ਹੋਰ ਖੱਪੇ, ਸਮਾਜ ਦੇ ਖੱਪੇ ਵੀ ਦਿਖਣ ਲੱਗ ਪੈਂਦੇ ਆ ਕਿ ਤਗੜਾ ਕਿਉਂ ਹੋ ਰਿਹਾ, ਮਾੜਾ ਕਿਉਂ ਹੋ ਰਿਹਾ, ਗਰੀਬ ਕਿਉਂ ਆ, ਤੇ ਅਮੀਰ ਹੋਰ ਜ਼ਿਆਦਾ ਅਮੀਰ ਕਿਉਂ ਆ। ਸੋ ਇਹ ਚੀਜ਼ਾਂ ਕਦੇ ਤੰਗ ਕਰਦੀਆਂ, ਕਦੇ ਐਂ ਲੱਗਦਾ ਕਿ ਵੀ ਮੈਂ ਤਾਂ ਇਹ ਸਾਰਾ ਕੁਝ ਬਣਾਇਆ ਨਹੀਂ, ਵੀ ਮੈਂ ਆਪਣੇ ਆਪ ਨੂੰ ਕਿਉਂ ਦੋਸ਼ੀ ਕਹਾਂ। ਹਾਂ, ਇੰਨਾ ਜ਼ਰੂਰ ਆ ਕਿ ਮੇਰੇ ਆਲੇ ਦੁਆਲੇ ਜਿੰਨਾ ਕੁ ਮੈਨੂੰ ਲੱਗਦਾ ਹੈ ਕਿ ਵੀ ਮੈਂ ਹੁਣ ਤੱਕ ਜਾਂ ਜਿੰਨਾ ਗਾਂਹ ਕਰ ਸਕਿਆ, ਮੈਂ ਆਪਦੇ ਪੱਧਰ ਤੇ ਕਿੰਨਾ ਇਮਾਨਦਾਰ ਹਾਂ। ਮੇਰੀ ਪਹਿਲੀ ਜਿਹੜੀ ਡਿਊਟੀ ਇਹ ਬਣਦੀ ਆ, ਕਿਸੇ ਵੱਲ ਉਂਗਲ ਕਰਨ ਤੋਂ ਪਹਿਲਾਂ ਮੈਨੂੰ ਇਹ ਲੱਗਦਾ ਕਿ ਵੀ ਮੈਂ ਆਪਣੇ ਆਪ 'ਚ ਇਹ ਦੇਖਾਂ ਵੀ ਜੇ ਕੱਲ ਨੂੰ ਮੈਂ ਇਸ ਸਿਚੁਏਸ਼ਨ 'ਚ ਆ ਤਾਂ ਮੈਂ ਉੱਥੇ ਕੀ ਕਰ ਰਿਹਾ। ਠੀਕ ਹੈ, ਤੇ ਮੈਨੂੰ ਇਹ ਲੱਗਦਾ ਹੁੰਦਾ ਕਿ ਇਹ ਆਪੋ ਆਪਣੀ ਜਰਨੀ ਆ, ਕਿਉਂਕਿ ਇਹ ਸਮਾਜ ਮੈਂ ਨਹੀਂ ਬਣਾਇਆ, ਹੈ ਨਾ। ਤੇ ਇਹਦੇ ਵਿੱਚ ਪਰ ਮੈਂ ਆਪਣਾ ਜਿਹੜਾ ਰੋਲ ਆ ਉਹ ਕਿਵੇਂ ਨਿਭਾਉਣਾ ਆ,
ਇਹ ਇੱਥੇ ਮੈਂ ਕਿੰਨਾ ਇਮਾਨਦਾਰ ਰਹਿਣਾ, ਇਹ ਆ ਮੇਰੀ ਅਸਲੀ ਡਿਊਟੀ। ਕੋਮਲ ਦੀਆਂ ਜਿਹੜੀਆਂ ਕਵਿਤਾਵਾਂ ਨੇ ਜੀ, ਮੈਂ ਵਿਸ਼ਾ ਵਸਤੂ ਤੇ ਆਉਣ ਲੱਗਿਆ ਸੀ ਪਰ ਮੈਨੂੰ ਬ੍ਰੇਕ ਦਾ ਇਸ਼ਾਰਾ ਹੋ ਗਿਆ ਜੀ। ਸੋ ਗੱਲਾਂ ਬਾਤਾਂ ਬਹੁਤ ਪਿਆਰੀਆਂ ਚੱਲ ਰਹੀਆਂ। ਇਹ ਨਾ ਸਾਹਿਤਕਾਰ ਜਿਹੜੇ ਹੁੰਦੇ ਆ ਨਾ ਬੜੇ ਕੋਮਲ ਭਾਵੀ ਹੁੰਦੇ ਆ, ਸੰਵੇਦਨਸ਼ੀਲ ਹੁੰਦੇ ਆ। ਸੋ ਇਹ ਆਸਾ-ਪਾਸੇ ਚੋਂ ਉੱਥੋਂ ਹੀ ਚੀਜ਼ਾਂ ਟੋਲਦੇ ਨੇ, ਉਹਨਾਂ ਨੂੰ ਸ਼ਬਦਾਂ ਦਾ ਰੂਪ ਦੇ ਦਿੰਦੇ ਨੇ ਅਹਿਸਾਸਾਂ ਨੂੰ। ਸੋ ਗੱਲਾਂ ਬਾਤਾਂ ਹੋਰ ਵੀ ਇੰਨੀਆਂ ਪਿਆਰੀਆਂ ਕਰਾਂਗੇ ਪਰ ਫਿਲਹਾਲ ਵੇਲਾ ਇੱਕ ਨਿੱਕੀ ਜੀ ਬ੍ਰੇਕ ਦਾ ਹੋ ਗਿਆ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬੰਦਗੀ ਹੀ ਅੰਤ ਹੈ, ਅਕਾਲ ਦਾ ਸਰੂਪ ਹੈ। ਬੰਦਗੀ ਹੀ ਅੰਤ ਹੈ, ਅਕਾਲ ਦਾ ਸਰੂਪ ਹੈ। ਗੁਰੂ ਵਾਲੀ ਜੋਤ ਹੈ, ਸਿਪਾਹੀ ਵਾਲਾ ਰੂਪ ਹੈ। ਸਹਿਜ ਨੂੰ ਸਲੀਕਾ ਹੈ ਕਿ ਜੰਗ ਕਦੋਂ ਹੁੰਦੀ ਏ, ਹਰ ਗੱਲ ਅੱਖਰਾਂ 'ਚ ਬੰਦ ਕਦੋਂ ਹੁੰਦੀ ਏ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਹੈ। ਸਾਡੇ ਨਾਲ ਹੈ ਨੌਜਵਾਨ ਕਵੀ ਕਰਨਜੀਤ ਕੋਮਲ ਜੀ। ਕਰਨਜੀਤ, ਤੁਹਾਡੀ ਰਚਨਾ ਬੜੀ ਖੂਬਸੂਰਤ ਲੱਗੀ ਮੈਨੂੰ ਜੀ। ਸੁਰਤ ਦੀ ਪਰਿਕਰਮਾ। ਜੀ। ਤੁਹਾਡੀ ਸੁਰਤ ਨੇ ਕਿਹੜੀ ਪਰਿਕਰਮਾ ਕਰੀ ਜਦੋਂ ਤੁਹਾਨੂੰ ਇਹ ਕਵਿਤਾ ਉਤਰੀ? ਜਦੋਂ ਅਸੀਂ ਹਮੇਸ਼ਾ ਜਦੋਂ ਯੋਧਿਆਂ ਦੀ ਗੱਲ ਕਰਦੇ ਹਾਂ, ਜਦੋਂ ਵੀ ਮਤਲਬ ਅਸੀਂ ਹਰ ਗੱਲ ਸ਼ਬਦਾਂ 'ਚ ਬੰਨ੍ਹਣ ਦੀ ਕੋਸ਼ਿਸ਼ ਕਰਦੇ ਹਾਂ ਬੰਦੇ ਦੀ, ਪਰ ਅਸੀਂ ਭੁੱਲ ਜਾਂਦੇ ਹਾਂ ਕਿ ਸਾਡੀ ਇੱਕ ਲਿਮਿਟੇਸ਼ਨ ਆ। ਸੋ ਉਸ ਲਿਮਿਟੇਸ਼ਨ 'ਚੋਂ ਵੀ, ਉਸ ਸੀਮਤਾਈ 'ਚੋਂ ਵੀ ਮਤਲਬ ਮੈਨੂੰ ਇਹੀ ਲੱਗਿਆ ਕਿ ਵੀ ਇਹਦੇ ਵਿੱਚ ਜਿਵੇਂ ਇਹਦਾ ਅਗਲਾ ਪੈਰਾ ਹੈ ਕਿ ਤੰਦੀ ਖਿੱਚ ਛੱਡੇ ਹੋਏ ਮੁੜੇ ਕਦੇ ਤੀਰ ਨਾ, ਰੱਬ ਦੀ ਕਲਾ ਨੂੰ ਬੰਨ੍ਹ ਸਕਦੇ ਸਰੀਰ ਨਾ, ਸੱਚੀ ਜੋ ਸਮਾਧੀ ਉਹ ਭੰਗ ਕਦੋਂ ਹੁੰਦੀ ਏ, ਹਰ ਗੱਲ ਅੱਖਰਾਂ 'ਚ ਬੰਦ ਕਦੋਂ ਹੁੰਦੀ ਏ। ਸੋ ਬਹੁਤ ਸਾਰੀਆਂ ਵੱਡੀਆਂ ਸੱਚਾਈਆਂ ਨੇ ਜ਼ਿੰਦਗੀ ਦੀਆਂ ਜਿਹੜੀਆਂ ਹਾਲੇ ਤੱਕ ਕਵਿਤਾ ਵਿੱਚ ਬੰਨੀਆਂ ਨਹੀਂ ਜਾ ਸਕੀਆਂ, ਕਵਿਤਾ ਵਿੱਚ ਵੀ ਨਹੀਂ ਬੰਨੀਆਂ ਜਾ ਸਕਦੀਆਂ, ਮੈਨੂੰ ਲੱਗਦਾ ਜਾਂ ਸਾਹਿਤ ਦੀ ਕਿਸੇ ਵੀ ਵਿਧਾ ਵਿੱਚ ਨਹੀਂ ਬੰਨੀਆਂ ਜਾ ਸਕਦੀਆਂ। ਉਹਨਾਂ ਨੂੰ ਮਹਿਸੂਸ ਕੀਤਾ ਜਾ ਸਕਦਾ, ਉਹਨਾਂ ਨੂੰ ਜੀਵਿਆ ਜਾ ਸਕਦਾ ਆ, ਤੇ ਹੋ ਸਕਦਾ ਕਿ ਉਹਨਾਂ ਨੂੰ ਕਦੇ ਵੀ ਅੱਖਰਾਂ 'ਚ ਨਹੀਂ ਨਾ ਬੰਨਿਆ ਜਾ ਸਕਦਾ ਹੋਵੇ ਜੀ। ਕਿਉਂਕਿ ਕਵੀ ਆ, ਤੇ ਕਵੀ ਹੋਣਾ ਮੈਨੂੰ ਲੱਗਦਾ ਵੀ ਚਲੋ ਠੀਕ ਆ, ਕਵੀ ਹੋਣਾ ਇੱਕ ਠੀਕ ਗੱਲ ਹੁੰਦੀ ਆ, ਪਰ ਉਹਦੇ ਵਿੱਚ ਕੋਈ ਦਾਅਵਾ ਨਹੀਂ ਹੁੰਦਾ ਵੀ ਦਾਅਵਾ ਨਹੀਂ ਕਰ ਸਕਦਾ ਵੀ ਮੈਂ ਜਾਂ ਕੋਈ ਹੋਰ। ਮੈਨੂੰ ਲੱਗਦਾ ਵੀ ਉਹਦੇ ਵਿੱਚ ਦਾਅਵਾ ਨਹੀਂ ਹੈ ਕਿ ਮੈਂ ਕਿਸੇ ਵੱਡੇ ਸੱਚ ਨੂੰ, ਕਿਸੇ ਵੱਡੀ ਸੱਚਾਈ ਨੂੰ ਇਹਦੇ ਵਿੱਚ ਬੰਨ੍ਹ ਹੀ ਦੇਵਾਂ, ਉਤਾਰ ਦਿਆਂ, ਲਫ਼ਜ਼ਾਂ ਦੇ ਵਿੱਚ ਪਰੋ ਦਿਆਂ, ਸ਼ਬਦਾਂ ਦੇ ਵਿੱਚ ਘੜ ਦਿਆਂ ਕਿਸੇ ਵੱਡੇ, ਜਾਂ ਫਿਰ ਉਹਦੇ ਲਈ ਉਹਨਾਂ ਵੱਡਾ ਹੋਣਾ ਪਊਗਾ। ਉਹਦੇ ਲਈ ਮਤਲਬ ਸਾਡੇ ਗੁਰੂਆਂ ਨੇ ਗੁਰਬਾਣੀ 'ਚ ਬਹੁਤ ਵੱਡੇ ਸੱਚ ਕਹੇ ਵੀ ਆ ਅਕਾਲ ਪੁਰਖ ਬਾਰੇ, ਤਾਂ ਉਹਦੇ ਲਈ ਜਾਂ ਫਿਰ ਤੁਹਾਨੂੰ ਬਹੁਤ ਵੱਡਾ ਹੋਣਾ ਪੈਂਦਾ ਹੈ। ਜੀ ਜੀ ਜੀ। ਮੈਨੂੰ ਲੱਗਦਾ ਤੁਹਾਨੂੰ ਅਧਿਆਤਮ ਵਾਲੇ ਪਾਸੇ ਜਾਂ ਉਹ ਚੀਜ਼ਾਂ ਵੱਧ ਖਿੱਚਦੀਆਂ ਨੇ। ਹਾਂਜੀ, ਇਸ ਵਾਲੇ ਪਾਸੇ। ਅੱਛਾ, ਜੇ ਆਪਾਂ ਗੱਲ ਕਰੀਏ ਤੁਹਾਨੂੰ ਵੈਸੇ ਕਿਹਦਾ ਜ਼ਿਆਦਾ ਤੁਹਾਡੇ ਤੇ ਪ੍ਰਭਾਵ ਤੁਸੀਂ ਮੰਨਦੇ ਹੋ ਜ਼ਿਆਦਾ, ਕਿਸ ਪਾਸੇ? ਜੇ ਅਧਿਆਤਮ ਦੀ ਗੱਲ ਕਰੀਏ, ਜੇ ਤੁਸੀਂ ਕਿਸੇ ਨੂੰ ਸੂਫੀਜ਼ਮ ਸ਼ੁਰੂਆਤ 'ਚ ਮੈਨੂੰ ਸੂਫੀਵਾਦ ਨੇ ਬਹੁਤ ਵੱਧ ਪ੍ਰਭਾਵਿਤ ਕੀਤਾ, ਕਿਉਂਕਿ ਸਿਲੇਬਸ 'ਚ ਬਾਬਾ ਬੁੱਲੇ ਸ਼ਾਹ ਹੁਸੈਨ ਤੇ ਇਹਨਾਂ ਦੀਆਂ ਜਿਹੜੀਆਂ ਕਾਫੀਆਂ ਜਾਂ ਇਹਨਾਂ ਦੀਆਂ ਰਚਨਾਵਾਂ ਪੜ੍ਹਨ ਨੂੰ, ਸੁਣਨ ਨੂੰ ਮਿਲੀਆਂ। ਪਰ ਹੌਲੀ ਹੌਲੀ ਇਹ ਸਾਰਾ ਜਿਹੜਾ ਪ੍ਰਭਾਵ ਇਹ ਸੀਗਾ, ਫਿਰ ਉਹ ਜਿਹੜੀ ਯਾਤਰਾ ਆ, ਉਹ ਜਰਨੀ ਆ, ਉਹ ਗੁਰਬਾਣੀ ਵੱਲ ਨੂੰ ਆ ਗਈ। ਸੋ ਗੁਰਬਾਣੀ 'ਚ ਦਖਣੀ ਓਂਕਾਰ, ਜਪਜੀ ਸਾਹਿਬ, ਸੁਖਮਨੀ ਸਾਹਿਬ ਤੇ ਅਕਾਲ ਉਸਤਤ, ਮਤਲਬ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਵਾਲੀਆਂ ਬਾਣੀਆਂ ਬਾਰੇ ਵੀ ਗੱਲ ਕਰੀਏ ਤੇ ਉਹ ਇਹਨਾਂ ਚੰਡੀ ਦੀ ਵਾਰ, ਇਹਨਾਂ ਸਭ ਜਿਹੜੀਆਂ ਰਚਨਾਵਾਂ ਨੇ, ਇਹ ਜਿਹੜੀਆਂ ਮਤਲਬ ਹੈਗੀਆਂ ਨੇ ਰਚਨਾਵਾਂ, ਇਹਨਾਂ ਨੇ ਵੱਧ ਪ੍ਰਭਾਵਿਤ ਕੀਤਾ, ਕਿਉਂਕਿ ਟਿਕਾ ਇੱਥੇ ਹੀ ਆ। ਆਪਾਂ ਬਾਹਰ ਫਿਰ ਲਵਾਂਗੇ ਕੁਝ ਚੀਜ਼ਾਂ, ਕਿਉਂਕਿ ਤੁਹਾਨੂੰ ਚੰਗੀਆਂ ਲੱਗ ਸਕਦੀਆਂ ਨੇ, ਮੈਂ ਵੀ ਪੜ੍ਹਦਾ ਆ, ਜਾਂ ਜ਼ਿੰਦਗੀ ਜਾਂ ਬਹੁਤ ਵੱਡੀਆਂ ਕਲਾਸਿਕ ਕਿਤਾਬਾਂ, ਕਿਤਾਬੇ ਮੀਰਦਾਦ ਵਰਗੀਆਂ ਕਿਤਾਬਾਂ, ਉਹਦੇ ਵਿੱਚ ਵੀ ਅਧਿਆਤਮਿਕਤਾ ਦੀ ਗੱਲ ਆ। ਤੁਸੀਂ ਪੜ੍ਹੀ ਹੋਈ ਕਿਤਾਬੇ ਮੀਰਦਾਦ? ਜੀ, ਕਿਤਾਬੇ ਮੀਰਦਾਦ। ਅੱਛਾ, ਮੈਂ ਨਾ ਆਪਣੇ ਦਰਸ਼ਕਾਂ ਲਈ ਮੈਂ ਚਾਹੁੰਦਾ, ਦਰਅਸਲ ਮੈਂ ਵੀ ਪੜ੍ਹੀ ਹੋਈ ਹੈ ਥੋੜ੍ਹੀ ਬਹੁਤੀ, ਤੁਸੀਂ ਉਹਦੇ ਬਾਰੇ ਥੋੜ੍ਹਾ ਜਿਹਾ ਵੱਧ ਵਧੀਆ ਦੱਸ ਦਿਓਗੇ? ਕਿਤਾਬੇ ਮੀਰਦਾਦ ਬਾਰੇ ਦੱਸ ਦਿਓ। ਕਿਤਾਬੇ ਮੀਰਦਾਦ ਮਿਖਾਇਲ ਨੀਮੀ ਦੀ ਕਿਤਾਬ ਆ। ਮਿਖਾਇਲ ਨੀਮੀ ਖਲੀਲ ਜਿਬਰਾਨ ਦਾ ਦੋਸਤ ਸੀ ਬਹੁਤ ਚੰਗਾ। ਖਲੀਲ ਜਿਬਰਾਨ ਵੀ ਉਸ ਟਾਈਮ ਵੱਡਾ ਸਾਹਿਤਕਾਰ ਆ ਉਸ ਸਮੇਂ ਦਾ, ਲਿਬਨਾਨ ਦਾ, ਤੇ ਮਿਖਾਇਲ ਨੀਮੀ ਵੀ। ਹੁਣ ਮਿਖਾਇਲ ਨੀਮੀ ਜਦੋਂ ਕਿਤਾਬੇ ਮੀਰਦਾਦ ਲਿਖਦਾ ਹੈ ਤਾਂ ਮਤਲਬ ਉਹ ਇੱਕ ਅਧਿਆਤਮਿਕ ਜਰਨੀ ਆ, ਮੈਨੂੰ ਲੱਗਦਾ। ਕਹਿੰਦੇ ਉਹਨੂੰ ਉੱਤਰੀ ਹੈ ਕਿਤਾਬ ਉਹ। ਹਾਂ ਕਹਿੰਦੇ, ਔਰ ਉਸ ਕਿਤਾਬ ਬਾਰੇ ਇੱਕ ਹੋਰ ਗੱਲ ਆ ਕਿ ਉਹ ਕਿਤਾਬ ਕਿਸੇ ਪਾਠਕ ਕੋਲੇ ਕਹਿੰਦੇ ਉਦੋਂ ਹੀ ਪਹੁੰਚਦੀ ਆ ਜਦੋਂ ਉਸ ਕਿਸੇ ਪਾਠਕ ਨੂੰ ਉਹਦੀ ਉਦੋਂ ਸਭ ਤੋਂ ਵੱਧ ਲੋੜ ਹੁੰਦੀ ਹੈ। ਇਹ ਉਹਦੇ ਬਾਰੇ ਇੱਕ ਰਹੱਸਮਈ ਜਿਹਾ, ਉਹਦੇ ਬਾਰੇ ਇੱਕ ਇਹ ਵਾਰਤਾ ਬਣਦੀ ਆ। ਮੇਰੇ ਨਾਲ ਵੈਸੇ ਇਦਾਂ ਹੀ ਹੋਇਆ। ਮੈਂ ਉਸ ਕਿਤਾਬ ਨੂੰ ਆਪਣੇ BA 'ਚ ਪੜ੍ਹਨ ਦੀ ਕੋਸ਼ਿਸ਼ ਕੀਤੀ। BA ਮੇਰੀ 2010, 11, 12 3 ਸਾਲ, ਪਰ ਉਦੋਂ ਉਹ ਕਿਤਾਬ ਮੈਨੂੰ ਸਮਝ ਨਹੀਂ ਆਈ ਅਦਬ। ਮੈਨੂੰ ਉਹ ਕਿਤਾਬ MPhil 'ਚ ਜਾ ਕੇ ਸਮਝ ਆਈ। MPhil ਮਤਲਬ ਮੈਂ ਕਰ ਰਿਹਾ ਹਾਂ 2014, 15, 16,
ਉਹ ਮੈਨੂੰ 10 11 12 ਚ ਸਮਝ ਨਹੀਂ ਆ ਰਹੀ, ਮੈਨੂੰ 3-4 ਸਾਲਾਂ ਬਾਅਦ ਸਮਝ ਆ ਰਹੀ। ਉਹ ਜਦੋਂ ਮੈਨੂੰ ਉਸ ਕਿਤਾਬ ਦੀ ਸਭ ਤੋਂ ਵੱਧ ਲੋੜ ਸੀ, ਮੇਰੇ ਅੰਦਰ ਉਹਦਾ ਮਤਲਬ ਐਂ ਲੱਗਿਆ ਕਿ ਯਾਰ ਵੀ ਉਹ ਕਿਤਾਬ ਰਹਿ ਗਈ, ਉਹ ਕਿਤਾਬ ਰਹਿ ਗਈ। ਔਰ ਉਦੋਂ ਉਹ ਕਿਤਾਬ ਮੇਰੇ ਕੋਲੇ ਪਹੁੰਚੀ, ਉਦੋਂ ਮੈਂ ਪੜ੍ਹੀ, ਉਦੋਂ ਮੇਰੇ ਉਹ ਪੱਲੇ ਪਈ। ਮੈਂ ਖੁਦ ਦੱਸਦਾ ਕਿ ਮੇਰੇ ਕੋਲ ਵੀ ਕਿਤਾਬ ਉਹ ਆਈ ਸੀਗੀ, ਪਰ ਮੈਥੋਂ ਮੈਂ ਪੂਰੀ ਨਹੀਂ ਪੜ੍ਹ ਪਾਇਆ, ਪੂਰੀ ਪੜ੍ਹ ਹੀ ਨਹੀਂ ਸਕਿਆ। ਉਹ ਕਿਸੇ ਹੋਰ ਦੋਸਤ ਕੋਲੇ ਚਲੀ ਗਈ ਤੇ ਮੰਗ ਕੇ ਲੈ ਗਿਆ। ਖੈਰ ਹਾਲੇ ਵੀ ਮੈਨੂੰ ਪਤਾ ਨਹੀਂ ਮੇਰੀ ਕਿਤਾਬ ਵਾਪਸ ਆਊਗੀ ਕਿ ਨਹੀਂ। ਉਹ ਬਹੁਤ ਵੱਡੀ ਕਿਤਾਬ ਵੱਡੀ ਆ, ਔਰ ਉਹ ਕਿਤਾਬ ਮਤਲਬ ਡੁੱਬਦਿਆਂ ਨੂੰ ਸਹਾਰਾ ਦਿੰਦੀ ਆ। ਜਦੋਂ ਸਾਨੂੰ ਲੱਗਦਾ ਕਿ ਜ਼ਿੰਦਗੀ ਦੀਆਂ ਬਹੁਤ ਕੌੜੀਆਂ ਤਲਖ ਸੱਚਾਈਆਂ ਅੱਗੇ ਅਸੀਂ ਹਾਰ ਜੇ ਰਹੇ ਆ, ਤਾਂ ਉਹ ਕਿਤਾਬ ਮਤਲਬ ਉਹਨਾਂ ਸਮਿਆਂ 'ਚ ਵੱਡਾ ਆਸਰਾ ਬਣੀ। ਲੋਕਡਾਊਨ 'ਚ ਮੈਂ ਲੱਗਦਾ ਉਹਨੂੰ ਤੀਜੀ ਜਾਂ ਚੌਥੀ ਵਾਰ, ਜਾਂ ਹੋਰ ਮੈਨੂੰ ਲੱਗਦਾ ਮੈਨੂੰ ਹੁਣ ਵਾਰੀਆਂ ਵੀ ਭੁੱਲ ਗਈਆਂ ਮੈਂ ਕਿੰਨਵੀਂ ਵਾਰੀ ਪੜ੍ਹੀ ਉਹ। ਅੱਛਾ, ਮੈਂ ਖੁਦ ਪਰਸਨਲੀ ਜੇ ਕਿਸੇ ਨੂੰ ਕਹਾਂ ਵੀ ਤੁਸੀਂ ਜੇ ਕੋਈ ਅਧਿਆਤਮ ਬਾਰੇ ਜਾਣਨਾ ਚਾਹੁੰਦਾ, ਸਿੱਖਣਾ ਚਾਹੁੰਦਾ ਤਾਂ ਮੈਂ ਉਹ ਕਿਤਾਬ ਦਾ ਉਹ ਕਹਿਣਾ ਨਾ ਵੀ ਇਹ ਕਿਤਾਬ ਜ਼ਰੂਰ ਪੜ੍ਹੋ ਜੀ। ਅੱਛਾ, ਜੇ ਮੈਂ ਗੱਲ ਕਰਾਂ ਬਰਕਤ, ਤਾਂ ਤੁਸੀਂ ਲਿਖਤੀ, ਤੁਸੀਂ ਖੁਦ ਵੀ ਦੱਸਿਆ ਵੀ ਤੁਸੀਂ ਸ਼ੁਰੂਆਤ ਦੇ ਵਿੱਚ ਕਿਹਨੂੰ ਪੜ੍ਹਿਆ ਜੀ। ਆਪਣੇ ਵਿਊਅਰ ਜਿਹੜੇ ਵੇਖਦੇ ਨੇ ਬਾਹਰ ਦੇ ਹੈਗੇ ਨੇ ਹਨਾ ਸਾਰੇ, ਤਾਂ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਵੀ ਕਿਹੜੇ ਸਾਹਿਤ ਕਿੱਦਾਂ ਦਾ ਕੀ ਪੜ੍ਹਿਆ ਜਾਵੇ? ਜਿਹਨੇ ਸ਼ੁਰੂਆਤ ਕਰਨੀ ਆ ਉਹ ਕਿਹਨੂੰ ਪੜ੍ਹੇ? ਸ਼ੁਰੂਆਤੀ ਦੇਖੋ, ਅੱਜ ਕੱਲ ਸੋਸ਼ਲ ਮੀਡੀਆ ਨੇ ਨਾ ਇਹ ਜਿਹੜੀ ਰੰਗਤ ਆ ਜਿਹੜੀ ਸਾਡੀ ਅੰਦਰੂਨੀ ਜਾਂ ਬਾਹਰੀ ਉਹ ਬਦਲਣੀ ਸ਼ੁਰੂ ਕਰਤੀ। ਜਦੋਂ ਮਤਲਬ ਮੈਂ ਪੜ੍ਹਨਾ ਸ਼ੁਰੂ ਕੀਤਾ ਉਦੋਂ ਸੋਸ਼ਲ ਮੀਡੀਆ ਨਹੀਂ ਸੀਗਾ, ਤਾਂ ਸੋਸ਼ਲ ਮੀਡੀਆ ਦੇ ਹੁਣ ਵੱਖਰੇ ਪ੍ਰਭਾਵ ਆ। ਪਹਿਲਾਂ ਤਾਂ ਮੈਨੂੰ ਲੱਗਦਾ ਕਿ ਸਾਨੂੰ ਉਸ ਪ੍ਰਭਾਵ ਚੋਂ, ਉਹਦੇ ਮਾੜੇ ਪ੍ਰਭਾਵਾਂ ਚੋਂ ਨਿਕਲਣਾ ਪਊਗਾ। ਮਾੜਾ ਪ੍ਰਭਾਵ ਕਿਹੜਾ? ਮਾੜਾ ਪ੍ਰਭਾਵ ਇਹੀ ਆ ਕਿ ਜਿਵੇਂ ਅਸੀਂ ਜਦੋਂ ਐਡਿਕਟਡ ਹੁੰਨੇ ਆ ਉਹਦੇ, ਠੀਕ ਆ, ਕਿਉਂਕਿ ਪੜ੍ਹਾਂਗੇ ਅਸੀਂ ਉਦੋਂ ਹੀ ਜਦੋਂ ਅਸੀਂ ਫਰੈਸ਼ ਮਾਈਂਡ ਹੋਵਾਂਗੇ, ਸਾਨੂੰ ਸਾਡੇ ਲਈ ਟਾਈਮ ਹੋਊਗਾ, ਅਸੀਂ ਆਪਣੀ ਆਤਮਾ ਨੂੰ ਤਕੜਾ ਕਰਨਾ ਹੋਊਗਾ। ਜੇ ਹਰ ਵੇਲੇ ਅਸੀਂ ਅੱਖਾਂ ਦਿਖਾਉਣੀਆਂ ਨੇ, ਮਤਲਬ ਫਿਰ ਮੈਨੂੰ ਲੱਗਦਾ ਕਿ ਸੋਸ਼ਲ ਮੀਡੀਆ ਦੇ ਕੁਝ ਮਾੜੇ ਪ੍ਰਭਾਵ ਵੀ ਆ। ਪੜ੍ਹੋ ਉਹ ਸਾਰਾ ਕੁਝ ਪੰਜਾਬੀ 'ਚ ਜਿਹੜਾ ਕੁਝ ਪਹਿਲਾਂ ਲਿਖਿਆ ਗਿਆ। ਮੈਨੂੰ ਇਹ ਲੱਗਦਾ ਹੁੰਦਾ ਕਿ ਜੇ ਊੜਾ ਨਹੀਂ ਪਤਾ ਤਾਂ ਫਿਰ ਮਤਲਬ ਅਸੀਂ ਅੱਗੇ 35 ਤੱਕ ਅਖੀਰ ਤੱਕ ਕਿਵੇਂ ਸਫ਼ਰ ਕਰਾਂਗੇ ਅੱਗੇ ਜੀ। ਸੋ ਮੈਨੂੰ ਇਹ ਲੱਗਦਾ ਕਿ ਪਹਿਲਾਂ ਕੀ ਸੀ ਸਾਹਿਤ ਵਿੱਚ, ਕਿੱਥੋਂ ਜੇ ਸਾਡੀ ਵਧੀਆ ਸ਼ੁਰੂਆਤ ਹੁੰਦੀ ਆ, ਔਰ ਹੁਣ ਤੱਕ ਕੀ ਆ। ਸੋ ਇਹਦੇ ਵਿੱਚ ਤਾਂ ਇੱਕ ਮੈਨੂੰ ਲੱਗਦਾ ਬਾਬਾ ਫਰੀਦ ਤੋਂ ਸ਼ੁਰੂ ਕਰਨਾ ਪਊਗਾ ਸਾਨੂੰ, ਬਾਬਾ ਫਰੀਦ ਦੇ ਸਲੋਕਾਂ ਤੋਂ ਸ਼ੁਰੂ ਕਰਨਾ ਪਊਗਾ। ਹਾਲਾਂਕਿ ਅਸੀਂ ਉਹਨੂੰ ਗੁਰਬਾਣੀ 'ਚ ਵੀ ਗਿਣਦੇ ਹਾਂ ਤੇ ਲਿਟਰੇਚਰ ਵਿੱਚ ਉਹਨੂੰ ਸਾਹਿਤ ਵਿੱਚ ਵੀ ਗਿਣ ਲਿਆ ਜਾਂਦਾ। ਅਸੀਂ ਜਿਵੇਂ ਮਰਜ਼ੀ ਗਿਣੀਏ, ਉਹ ਨਾਪ ਤੋਲ ਪਾਸੇ ਰੱਖ ਦਈਏ, ਪਰ ਸਾਡੇ ਕੋਲੇ ਜਿਹੜੀਆਂ ਵੱਡੀਆਂ ਸੱਚਾਈਆਂ ਪਈਆਂ ਹੋਈਆਂ ਨੇ ਉਹ ਬਾਬਾ ਫਰੀਦ ਜੀ ਦੇ ਸਲੋਕਾਂ ਤੋਂ ਆ। ਤੁਸੀਂ ਇਹ ਕਮਾਲ ਦੇਖੋ ਕਿ 1469 'ਚ ਬਾਬਾ ਜੀ ਦਾ ਜਨਮ ਹੁੰਦਾ ਗੁਰੂ ਨਾਨਕ ਸਾਹਿਬ ਦਾ, ਤੇ 1173 ਵਿੱਚ ਬਾਬਾ ਫਰੀਦ ਜੀ ਜਨਮਦੇ ਆ। ਔਰ ਓਬਵੀਅਸਲੀ ਜਦੋਂ ਜਨਮੇ ਉਦੋਂ ਤਾਂ ਉਹਨਾਂ ਨੇ ਲਿਖਿਆ ਨਹੀਂ, ਤੇ ਮੈਨੂੰ ਲੱਗਦਾ ਹੈ ਕਿ ਜਿਹੜਾ ਹਵਾਲਾ ਆਉਂਦਾ ਆ ਕਿ ਵੀ 30 ਸਾਲ ਦੀ ਉਮਰ 'ਚ ਗੁਰੂ ਨਾਨਕ ਸਾਹਿਬ ਨੇ ਜਪਜੀ ਸਾਹਿਬ ਦਾ ਜਿਹੜੀ ਪਹਿਲੀ ਬਾਣੀ ਜਪਜੀ ਸਾਹਿਬ ਉਚਾਰੀ ਸੀਗੀ। ਹੁਣ ਜਪਜੀ ਸਾਹਿਬ ਜੇ ਬਾਬਾ ਜੀ 30ਵੇਂ ਸਾਲ 'ਚ ਉਚਾਰ ਰਹੇ ਆ, ਤਾਂ ਇਟ ਮੀਨਸ ਕਿ ਉਹ 1500 ਈਸਵੀ ਆ, 1469 ਤੇ 1500 ਈਸਵੀ ਦੇ ਵਿੱਚ ਆ, 30 ਸਾਲ 'ਚ ਉਚਾਰ ਰਹੇ ਆ। ਤੇ ਇਵੇਂ ਬਾਬਾ ਫਰੀਦ ਜੀ ਦੇ ਜਿਹੜੇ ਸੁਣਨ 'ਚ ਆਉਂਦੇ ਆ ਕਿ ਵੀ ਉਹਨਾਂ ਦੇ ਸਲੋਕ ਆ ਉਹ ਉਹਨਾਂ ਦੀ ਅਖੀਰਲੀ ਉਮਰ ਵਿੱਚ, ਕਿਉਂਕਿ ਪੂਰੀ ਜ਼ਿੰਦਗੀ ਦਾ ਨਿਚੋੜ ਆ, ਠੀਕ ਆ। ਫਰੀਦਾ ਖਾਕ ਨਾ ਨਿੰਦੀਏ ਖਾਕੂ ਜੇੜ ਨਾ ਕੋਈ, ਜੀਵਦਿਆਂ ਪੈਰਾਂ ਤਲੇ ਮੋਇਆਂ ਉੱਪਰ ਹੋਏ। ਮੈਨੂੰ ਲੱਗਦਾ ਜਦੋਂ ਅਸੀਂ ਇੱਥੋਂ ਸ਼ੁਰੂ ਕਰਾਂਗੇ ਔਰ ਨਾਲ ਅਰਥਾਂ ਸਹਿਤ ਸ਼ੁਰੂ ਕਰਾਂਗੇ, ਤਾਂ ਅਸੀਂ ਹੌਲੀ ਹੌਲੀ ਫਿਰ ਸਾਨੂੰ ਇੱਕ ਪੂਰੇ ਫੇਜ਼ ਦਾ ਪਤਾ ਲੱਗੇਗਾ ਕਿ ਸਾਡੇ ਕੋਲੇ ਪਹਿਲਾ ਇਹਦਾ ਫੇਜ਼ ਕੀ ਬਣਦਾ ਆ। ਫਿਰ ਉਸ ਤੋਂ ਬਾਅਦ ਸਾਡੇ ਕੋਲੇ ਨਾਲ ਪੰਜਾਬੀ 'ਚ ਸੂਫੀਜ਼ਮ ਜਾਂ ਸੂਫੀਵਾਦ ਦਾ ਕੀ ਪ੍ਰਭਾਵ ਬਣਦਾ, ਨਾਲ ਭਗਤੀ ਲਹਿਰ ਚੱਲਦੀ ਆ। ਫਿਰ ਸਾਡੇ ਕੋਲੇ ਮਿਡੀਵਲ 'ਚ ਕੀ ਪਿਆ ਹੋਇਆ, ਸਾਡਾ ਮੱਧਕਾਲੀ ਜਿਹਨੂੰ ਅਸੀਂ ਸਾਹਿਤ ਕਹਿੰਦੇ ਆ, ਉਹ ਖਜ਼ਾਨਾ ਕਿੱਸਿਆਂ ਨਾਲ ਭਰਿਆ ਹੋਇਆ ਆ, ਪਿਆਰ ਕਿੱਸੇ ਵੀ ਆ, ਸਦਾਚਾਰਕ ਕਿੱਸੇ ਵੀ ਆ। ਫਿਰ ਨਾਲ ਸਾਡੇ ਕੋਲੇ ਅਗਲੀ ਜਿਹੜੀ ਟ੍ਰੈਡੀਸ਼ਨ ਆਉਂਦੀ ਆ, ਜਾਂ ਉਹ ਜਿਹੜਾ ਇੱਕ ਵੱਡੇ ਪੱਧਰ ਤੇ ਟਾਈਮ ਚੇਂਜ ਹੁੰਦਾ, ਉਹ ਸਾਡੇ ਕੋਲੇ ਆ ਕੇ ਚੇਂਜ ਹੁੰਦਾ ਆ ਅੰਗਰੇਜ਼ਾਂ ਦੇ ਨਾਲ, ਜਿਹਨੂੰ ਅਸੀਂ ਮਾਡਰਨ ਲਿਟਰੇਚਰ ਦਾ ਨਾਮ ਦਿੰਦੇ ਆ। ਕਿਉਂਕਿ ਅਸੀਂ ਕਹਾਣੀ ਦੀਆਂ ਕੁਝ ਵਿਧੀਆਂ, ਕਵਿਤਾਵਾਂ ਦੀਆਂ ਕੁਝ ਵਿਧਾਵਾਂ ਅਸੀਂ ਉੱਧਰੋਂ ਲੈਣਾ ਸ਼ੁਰੂ ਕਰ ਦਿੰਦੇ ਆ। ਸਾਡੇ ਕੋਲੇ ਬਹੁਤ ਵੱਡਾ ਖਜ਼ਾਨਾ ਹੈ, ਪਰ ਕਿਉਂਕਿ ਜਦੋਂ ਤੁਹਾਡੇ ਤੇ ਕੋਈ 100 ਜਾਂ 200 ਸਾਲ ਰਾਜ ਕਰ ਰਿਹਾ ਆ, ਤਾਂ ਸੁਭਾਵਿਕ ਆ ਕਿ ਉਹਨਾਂ ਦੇ ਪ੍ਰਭਾਵ ਤੁਸੀਂ ਗ੍ਰਹਿਣ ਕਰੋਗੇ। ਤਾਂ ਉਹ ਆਉਂਦੇ ਵੀ ਆ, ਬਾਹਰੀ ਪੱਧਰ ਤੇ ਵੀ ਆਉਂਦੇ ਆ ਤੇ ਅੰਦਰੂਨੀ ਪੱਧਰ ਤੇ ਵੀ ਆਉਂਦੇ ਆ, ਤੇ ਉਹ ਸਾਹਿਤ ਨੂੰ ਵੀ ਪ੍ਰਭਾਵਿਤ ਕਰਦੇ ਆ। ਤਾਂ ਫਿਰ ਸਾਨੂੰ ਮੈਨੂੰ ਲੱਗਦਾ ਫਿਰ ਸਾਨੂੰ ਭਾਈ ਵੀਰ ਸਿੰਘ ਤੋਂ ਵੀ ਸ਼ੁਰੂ ਕਰਨਾ ਪਊਗਾ, ਪ੍ਰੋਫੈਸਰ ਮੋਹਨ ਸਿੰਘ ਵੀ ਸਾਨੂੰ ਪੜ੍ਹਨਾ ਜ਼ਰੂਰੀ ਆ, ਸਾਡੇ ਲਈ ਅੰਮ੍ਰਿਤਾ ਪ੍ਰੀਤਮ ਵੀ ਹੋਣੀ ਜ਼ਰੂਰੀ ਆ। ਜੇ ਆਪਾਂ ਵਿਸ਼ਵ ਸਾਹਿਤ ਦੀ ਗੱਲ ਕਰੀਏ ਜੀ, ਪੰਜਾਬੀ ਸਾਹਿਤ ਕਿੱਥੇ ਜੇ ਖੜਾ? ਪੰਜਾਬੀ ਸਾਹਿਤ ਵਿਸ਼ਵ ਸਾਹਿਤ 'ਚ ਦੇਖੋ, ਇਸ ਟਾਈਮ ਸਾਡੇ ਕੋਲੇ ਗੁਰਦਿਆਲ ਸਿੰਘ ਤੇ ਅੰਮ੍ਰਿਤਾ ਪ੍ਰੀਤਮ ਇਹੋ ਜਿਹੇ ਸਾਹਿਤਕਾਰ ਆ ਜਿਹੜੇ 40 ਤੋਂ ਵਿਸ਼ਵ ਦੀਆਂ 40 ਤੋਂ ਵੱਧ ਜਾਂ 50 ਭਾਸ਼ਾਵਾਂ ਵਿੱਚ ਟਰਾਂਸਲੇਟ ਹੋ ਚੁੱਕੇ ਆ। ਲਗਾਤਾਰ ਹੁਣ ਰਾਮ ਸਰੂਪ ਅਣਖੀ ਦੇ ਕੁਝ ਨਾਵਲ ਜਿਹੜੇ ਟਰਾਂਸਲੇਟ ਹੋ ਰਹੇ ਆ।
ਸੋ ਮੈਨੂੰ ਲੱਗਦਾ ਕਿ ਪੰਜਾਬੀ ਸਾਹਿਤ ਨੂੰ ਵਿਸ਼ਵ ਦੇ ਨਾਲ ਅਸੀਂ ਮਤਲਬ ਉਹਦੇ ਵਿੱਚ ਕਿਤੇ ਘੱਟ ਨਹੀਂ ਹੈ ਉਹ। ਤੇ ਅੱਜ ਦੇ ਦੌਰ ਵਿੱਚ ਲਗਾਤਾਰ ਜਿਹੜਾ ਦੇਖੋ ਸਮੇਂ ਦੇ ਨਾਲ ਕੁਝ ਗੱਲਾਂ ਬਦਲਣੀਆਂ ਹੁੰਦੀਆਂ ਨੇ, ਕਿਉਂਕਿ ਸਮੇਂ ਦੇ ਨਾਲ ਜਿਹੜਾ ਕਮਾਈ ਦੇ ਸਾਧਨ ਉਹ ਲਗਾਤਾਰ ਬਦਲਦੇ ਆ। ਕਿਸੇ ਨੇ ਅੱਜ ਤੋਂ 50 ਸਾਲ ਪਹਿਲਾਂ ਇਹ ਸੋਚਿਆ ਨਹੀਂ ਹੋਣਾ ਕਿ ਟੀਵੀ 'ਤੇ ਆਉਣ ਦੇ ਵੀ ਪੈਸੇ ਮਿਲਣਗੇ। ਫਿਰ ਟੀਵੀ 'ਤੇ ਆਉਣ ਦੇ ਪੈਸੇ ਮਿਲਣ ਤੋਂ ਬਾਅਦ ਕਿਸੇ ਨੇ ਇਹ ਨਹੀਂ ਸੋਚਿਆ ਹੋਣਾ ਵੀ ਟੀਵੀ ਤੁਹਾਡੇ ਹੱਥਾਂ 'ਚ ਹੀ ਹੋਊਗਾ ਤੇ ਤੁਸੀਂ ਘਰੇ ਬੈਠੇ ਵੀ ਪੈਸੇ ਕਮਾ ਸਕਦੇ ਹੋਵੋਗੇ। ਸੋ ਜਿਵੇਂ ਜਿਵੇਂ ਇਹ ਜਿਹੜੇ ਸਾਧਨ ਬਦਲਦੇ ਆ ਕਿਰਤ ਦੇ, ਤੋਵੇਂ ਤਿਵੇਂ ਸਾਡੇ ਜਿਹੜੇ ਜੀਵਨ ਦੇ ਕੁਝ ਜਿਹੜੇ ਹੈਗੇ ਆ ਢੰਗ ਤਰੀਕੇ ਬਦਲਣੇ ਵੀ ਸ਼ੁਰੂ ਹੁੰਦੇ ਆ। ਸੋ ਮੈਨੂੰ ਇਹ ਲੱਗਦਾ ਹੈ ਕਿ ਉਹਦੇ ਵਿੱਚ ਕੁਝ ਸਾਡੀਆਂ ਜਿਹੜੀਆਂ ਰਚਨਾਵਾਂ ਨੇ ਪੰਜਾਬੀ ਦੀਆਂ ਉਹ ਬਹੁਤ ਵਿਸ਼ਵ ਦੇ ਟਾਕਰੇ ਦੀਆਂ ਨੇ, ਤੇ ਬਾਕੀ ਹਾਲੇ ਲਗਾਤਾਰ ਉਹ ਪ੍ਰੋਸੈਸ 'ਚ ਆ ਕੁਝ ਚੀਜ਼ਾਂ, ਤੇ ਉਹਨਾਂ ਨੂੰ ਕਦੋਂ ਰਿਕੋਗਨਾਈਜੇਸ਼ਨ ਮਿਲਦੀ ਆ ਇਹ ਮਤਲਬ ਸਮੇਂ ਤੇ ਆ। ਜੇ ਆਪਾਂ ਗੱਲ ਕਰੀਏ ਨਵਾਂ ਕੋਈ ਨਵੇਂ ਬੱਚੇ ਪੜ੍ਹਨਾ ਚਾਹੁੰਦੇ ਆ ਸਾਹਿਤ, ਕਿਉਂਕਿ ਅੱਜ ਆਪਾਂ ਬਾਬਾ ਫਰੀਦ ਜੀ ਦੀ ਗੱਲ ਕਰੀਏ ਜਾਂ ਵੱਡੇ, ਉਹਨਾਂ ਦੇ ਸਮਝ ਤੋਂ ਬਾਹਰ ਦੀਆਂ ਗੱਲਾਂ ਹੋ ਜਾਣਗੀਆਂ, ਉਹ ਕਿੱਥੋਂ ਸ਼ੁਰੂਆਤ ਕਰ ਸਕਦੇ ਆ ਜੇ ਕਿਸੇ ਨੇ ਕਹਾਣੀ ਨਾਵਲ ਪੜ੍ਹਨਾ ਜਾਂ ਕਵਿਤਾ ਵਾਲੇ ਪਾਸੇ ਜੁੜਨਾ? ਸੁਰਜੀਤ ਪਾਤਰ ਤੋਂ ਕਰ ਸਕਦੇ ਆ ਜੀ, ਸੁਖਵਿੰਦਰ ਅੰਮ੍ਰਿਤ ਤੋਂ ਕਰ ਸਕਦੇ ਆ, ਕਿਉਂਕਿ ਜੇ ਉਹਨਾਂ ਨੇ ਸ਼ੁਰੂਆਤ ਕਰਨੀ ਹੈ। ਕਿਉਂਕਿ ਬਿਲਕੁਲ ਮੈਨੂੰ ਐ ਲੱਗਦਾ ਕਿ ਨਵਿਆਂ, ਮੈਂ ਫਿਰ ਉਹੀ ਕਹਿਣਾ ਕਿ ਤੁਸੀਂ ਇੱਕ ਕਿਸੇ ਚੀਜ਼ ਨੂੰ ਇੱਕ ਤਰਤੀਬ 'ਚ ਹੀ ਸਮਝ ਸਕਦੇ ਹੋ, ਠੀਕ ਆ। ਉਹ ਸਮਝਣ ਲਈ ਇੱਕ ਤਰਤੀਬ ਤੋਂ ਸ਼ੁਰੂ ਕਰਨਾ ਪਊਗਾ ਕਿ ਉਹਨਾਂ ਦੇ ਕੰਟੈਂਪਰੇਰੀ ਜਾਂ ਕੌਣ ਆ। ਸੁਰਜੀਤ ਪਾਤਰ ਸਾਡੇ ਕੋਲੇ ਇਸ ਟਾਈਮ ਦਾ ਵੱਡਾ ਹਸਤਾਖਰ ਹੈਗਾ ਆ, ਉੱਥੋਂ ਸ਼ੁਰੂ ਕੀਤਾ ਜਾ ਸਕਦਾ ਆ। ਔਰ ਮੈਨੂੰ ਇਹ ਲੱਗਦਾ ਹੁੰਦਾ ਕਿ ਹਰ ਬੰਦਾ ਹੀ ਨਹੀਂ ਪੜ੍ਹਦਾ ਹੁੰਦਾ, ਹਰ ਬੰਦੇ ਨੇ ਹੀ ਪੜ੍ਹਨਾ ਨਹੀਂ ਹੁੰਦਾ। ਖਾਸ ਕਰਕੇ ਮੈਨੂੰ ਲੱਗਦਾ ਕਿ ਉਹੀ ਬੰਦੇ ਜਿਹੜੇ BA ਆਨਰਸ 'ਚ ਹੁੰਦੇ ਆ ਪੰਜਾਬੀ ਜਾਂ MA ਆਨਰਸ 'ਚ ਹੁੰਦੇ ਆ, ਜੇ ਉਹੀ ਚੰਗੀ ਤਰ੍ਹਾਂ ਇਮਾਨਦਾਰੀ ਨਾਲ ਪੜ੍ਹਨ ਤਾਂ ਮੈਨੂੰ ਲੱਗਦਾ ਉਹ ਪੰਜਾਬੀ ਸਾਹਿਤ ਦੀ ਪ੍ਰਾਪਤੀ ਆ ਜੀ। ਤੇ ਬਾਹਰ ਬੈਠੇ ਬਿਨਾ ਉਹਨਾਂ ਤੋਂ ਵੀ ਜਿਹੜੇ ਪੜ੍ਹ ਰਹੇ ਆ ਉਹ ਸਾਡੇ ਲਈ ਮਤਲਬ ਇੱਕ ਹਿਸਾਬ ਦਾ ਵੀ ਉਹ ਸਾਡੇ ਲਈ ਹੋਰ ਐਡਵਾਂਟੇਜ ਬੋਨਸ ਹੀ ਆ ਸਾਡੇ ਲਈ ਉਹ। ਤੇ ਉਹ ਮੈਨੂੰ ਲੱਗਦਾ ਇਹਨਾਂ ਤੋਂ ਸ਼ੁਰੂਆਤ ਕਰ ਸਕਦੇ ਆ, ਕਿਉਂਕਿ ਇਹ ਜਿੰਦਾ ਜਾਗਦੇ ਹੁਣ ਹੈਗੇ ਆ। ਔਰ ਇਸ ਟਾਈਮ ਤਾਂ ਹੁਣ ਸੁਣਨ ਦਾ ਤੇ ਪੜ੍ਹਨ ਦਾ ਆਡੀਓ ਬੁੱਕਸ, ਹਾਂ ਹੁਣ ਤਾਂ ਉਹ ਵੀ ਚੀਜ਼ੇ ਵਸੀਲਾ ਹੀ ਹੋਰ ਵੱਧ ਗਏ ਆ, ਚੀਜ਼ਾਂ ਹੋਰ ਤਰੀਕੇ ਨਾਲ ਅਸੀਂ ਉਸ ਬੰਦੇ ਦੀ ਆਵਾਜ਼ ਵੀ ਸੁਣ ਸਕਦੇ ਆ ਨਾਲ ਨਾਲ। ਮੈਂ ਨਾ ਬੜਾ ਕੁਝ ਤੁਹਾਡੇ ਤੋਂ ਸਵਾਲ ਹੀ ਪੁੱਛੀ ਜਾ ਰਿਹਾ, ਮੈਂ ਤੁਹਾਨੂੰ ਇੱਕ ਵਾਰੀ ਵੀ ਨਹੀਂ ਕਿਹਾ ਭਾਈ ਮੈਨੂੰ ਕੋਈ ਕਵਿਤਾ ਸੁਣਾਓ ਜਾਂ ਆਪਦੀ ਕੋਈ ਰਚਨਾ ਸੁਣਾਓ, ਸੋ ਪਲੀਜ਼ ਸੁਣਾਓ ਸਾਨੂੰ ਕੁਛ ਨਾ ਕੁਛ। ਓਕੇ, ਮੈਂ ਬ੍ਰੇਕ ਲੈ ਲਈਏ? ਹਾਂਜੀ, ਬ੍ਰੇਕ ਤੋਂ ਬਾਅਦ ਸੁਣਾਉਂਗੇ? ਹਾਂਜੀ। ਸੋ ਵੇਲਾ ਇੱਕ ਨਿੱਕੀ ਜੀ ਬ੍ਰੇਕ ਦਾ ਹੋ ਗਿਆ। ਦੇਖੋ ਮੈਨੂੰ ਧੱਕੇ ਨਾਲ ਬ੍ਰੇਕ ਦਵਾ ਰਹੇ ਨੇ ਕਰਨਜੀਤ ਕੌਣ। ਅੱਛਾ, ਪਾਣੀ ਪੂਣੀ ਪੀਨੇ ਆ। ਸੋ ਆਪਾਂ ਬ੍ਰੇਕ ਦੇ ਅਗਲੇਰੇ ਪਾਰ ਇਹਨਾਂ ਤੋਂ ਇਹਨਾਂ ਦੀ ਰਚਨਾ ਸੁਣਾਂਗੇ, ਕਵਿਤਾ ਸੁਣਾਂਗੇ। ਸੋ ਆਜੋ ਮਿਲਦੇ ਆ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸਾਹਿਤਿਕ ਤੰਦਾਂ ਵਿੱਚ। ਸਾਹਿਤ ਦੀ ਤੰਦ ਬੜੀ ਪੀਢੀ ਪਈ ਹੋਈ ਆ ਕਰਨਜੀਤ ਕੋਮਲ ਹੋਰਾਂ ਦੇ ਨਾਲ ਜੀ। ਪਹਿਲਾਂ ਤਾਂ ਮਾਫੀ ਚਾਹੁੰਦਾ ਕਰਨਜੀਤ, ਮੈਂ ਤੁਹਾਨੂੰ ਪਹਿਲਾਂ ਨਹੀਂ ਕਿਹਾ ਵੀ ਕੁਝ ਸੁਣਾਓ, ਹੈ ਨਾ। ਤੁਸੀਂ, ਮੈਂ ਖੁਦ ਤੁਹਾਡੀਆਂ ਚੀਜ਼ਾਂ ਪੜ੍ਹ ਰਿਹਾ ਸੀ, ਬੋਲ ਰਿਹਾ ਸੀ, ਉਹਦੇ ਵਿੱਚ ਤੁਸੀਂ ਸੁਣਾਈ ਆ। ਸੋ ਸਾਡੇ ਦਰਸ਼ਕ ਸੁਣਨਾ ਚਾਹੁੰਦੇ ਆ ਤੁਹਾਡੀ ਲਿਖਤ, ਕੀ ਸੁਣਾਓਗੇ? ਮੈਂ ਇੱਕ ਕਵਿਤਾ ਜਿਹੜੀ ਬਰਕਤ ਤੋਂ ਬਾਅਦ ਦੀਆਂ ਕੁਝ ਕਵਿਤਾਵਾਂ ਨੇ, ਮੈਂ ਉਹਨਾਂ 'ਚ ਇੱਕ ਕਵਿਤਾ ਸਾਂਝੀ ਕਰ ਰਿਹਾ ਜੀ। ਕਿ ਧਰਤੀ ਜਿਵੇਂ ਸਾਡੀ ਤੋਰ ਸਾਂਭ ਲੈਂਦੀ ਹੈ, ਧਰਤੀ ਜਿਵੇਂ ਸਾਡੀ ਤੋਰ ਸਾਂਭ ਲੈਂਦੀ ਹੈ, ਸਿੱਪੀਆਂ ਜਿਵੇਂ ਮੋਤੀ ਸਾਂਭ ਲੈਂਦੀਆਂ ਨੇ, ਤੇ ਜਿਵੇਂ ਮਾਵਾਂ ਬੱਚਿਆਂ ਦੇ ਪਾਏ ਸਭ ਤੋਂ ਪਹਿਲੇ ਕੱਪੜੇ ਸਾਂਭ ਰੱਖਦੀਆਂ ਨੇ, ਦਾਦੀ ਦੇ ਸੰਦੂਕ 'ਚ ਜਿਵੇਂ ਦਾਦੇ ਦੀ ਫੋਟੋ ਸਾਂਭੀ ਪਈ ਹੈ, ਜਿਵੇਂ ਬਾਪੂ ਦੇ ਦਿਲ ਵਿੱਚ ਫਿਕਰ ਸਾਂਭੇ ਹੋਏ ਨੇ, ਤੇ ਜਿਵੇਂ ਸੁਪਨਿਆਂ ਲਈ ਕੋਈ ਰਾਖਵੀਂ ਨੀਂਦ ਸਾਂਭ ਲੈਂਦਾ ਹੈ। ਕੀ ਬਾਤ। ਜਿਵੇਂ ਕੱਚੀ ਉਮਰ 'ਚ ਲਿਖੇ ਪੱਕੇ ਪਿਆਰ ਦੇ ਕੋਈ ਖੱਤ ਸਾਂਭ ਰੱਖਦਾ ਹੈ, ਤੇ ਜਿਵੇਂ ਹੋਂਠ ਪਹਿਲੇ ਚੁੰਮਣ ਦਾ ਅਹਿਸਾਸ ਸਾਂਭ ਰੱਖਦੇ ਨੇ, ਰੀਤਾਂ ਰਸਮਾਂ ਰਿਵਾਜ਼ਾਂ ਵਿੱਚ ਜਿਵੇਂ ਇਸ਼ਕ ਦੀ ਪੀੜ ਸਾਂਭੀ ਜਾਂਦੀ ਹੈ, ਡੱਬੀ ਦੀਆਂ ਤੀਲਾਂ ਵਿੱਚ ਜਿਵੇਂ ਅੱਗ ਸਾਂਭੀ ਹੋਈ ਹੈ, ਤੇ ਤੈਨੂੰ ਨਹੀਂ ਪਤਾ ਮੈਂ ਤੈਨੂੰ ਕਿਵੇਂ ਸਾਂਭਿਆ ਹੋਇਆ। ਬਹੁਤ ਖੂਬਸੂਰਤ ਅਹਿਸਾਸ ਸਾਂਭੇ ਹੋਏ ਨੇ ਤੁਸੀਂ ਅੱਖਰਾਂ ਦੇ ਵਿੱਚ। ਸਮਝਣ ਵਾਲਾ ਸਮਝਦਾ, ਹਨਾ। ਹਰ ਕਿਸੇ ਦੇ ਪੱਲੇ ਵੀ ਨਹੀਂ ਪੈਂਦੀ ਕਵਿਤਾ, ਹਰ ਕਿਸੇ ਦੇ ਹਿਸਾਬ 'ਚ ਨਹੀਂ ਆਉਂਦੀ। ਪਰ ਇੱਕ ਗੱਲ ਦੱਸਾਂ ਤੁਹਾਨੂੰ, ਤੁਹਾਡੀ ਲਿਖਤਾਂ 'ਚ ਜਿਹੜੀ ਰਵਾਨਗੀ ਹੈ, ਤੁਸੀਂ ਥੋੜੀ ਜਿਹੀ ਖੁੱਲੀ ਕਵਿਤਾ ਸੁਣਾਈ ਆ ਜੀ। ਮੈਂ ਉਹ ਬਹਿਰ ਦਾ ਜਿਹੜਾ ਸਵਾਦ ਆ, ਜਿਹੜੀ ਰੰਗਤ ਆ ਤੁਹਾਡੀਆਂ ਲਿਖਤਾਂ ਦੇ ਵਿੱਚ, ਉਹ ਵੇਖਣੀ ਚਾਹੁੰਦਾ। ਦਰਸ਼ਕ ਉਹਦਾ ਵੀ ਕਹਿ ਲਓ ਵੀ ਆਨੰਦ ਮਾਣਨ। ਮੈਂ ਇੱਕ ਕਵਿਤਾ ਸਾਂਝੀ ਕਰਦਾ, ਮੱਥਿਆਂ ਦੇ ਨਕਸ਼ੇ ਜੀ। ਇਹ 5ਵੇਂ ਐਡੀਸ਼ਨ 'ਚ ਐਡ ਵੀ ਕੀਤੀ ਮੈਂ ਕਿਤਾਬ 'ਚ, ਕਿ ਬਹੁਤਿਆਂ ਦੀ ਗੱਲ ਤਾਂ ਕਿਤਾਬਾਂ ਵਿੱਚ ਮੁੱਕ ਜੇ, ਕਾਹਦੀ ਉਹ ਉਮੀਦ ਜੋ ਉਦਾਸੀਆਂ 'ਚ ਸੁੱਕ ਜੇ, ਕੋਈ ਕੋਈ ਸਾਂਭੇ ਜ਼ਿੰਦਗੀ ਦੇ ਤੜਥਲ ਨੂੰ, ਤੇ ਕੋਈ ਵਿਰਲਾ ਹੀ ਪੜੇ ਮੱਥਿਆਂ ਦੀ ਹਲਚਲ ਨੂੰ। ਹਾਂਜੀ। ਤੇ ਅਕਲਾਂ ਕੀ ਜਾਣਿਆ
ਸਰੀਰਾਂ ਨੇ ਕੀ ਸਿੱਖਿਆ, ਕੁਝ ਲੋਕ ਬੁੱਝ ਲੈਂਦੇ ਲੇਖਾਂ ਵਿੱਚ ਲਿਖਿਆ, ਦੇਖ ਲੈਣ ਔੜਾਂ ਵਿੱਚ ਪਾਣੀਆਂ ਦੀ ਛੱਲ ਨੂੰ, ਕੋਈ ਵਿਰਲਾ ਹੀ ਪੜੇ ਮੱਥਿਆਂ ਦੀ ਹਲਚਲ ਨੂੰ। ਤੇ ਕਿਹੜੀ ਕਿਹੜੀ ਭੁੱਖ ਹੈ ਤੇ ਕੀ ਕੀ ਇਲਾਜ ਹੈ, ਕਿਹੜੀ ਕਿਹੜੀ ਭੁੱਖ ਹੈ ਤੇ ਕੀ ਕੀ ਇਲਾਜ ਹੈ, ਕੁਝ ਲੋਕ ਜਾਣਦੇ ਨੇ ਰੂਹ ਦਾ ਰਿਆਜ਼ ਹੈ, ਬਹੁਤ ਘੱਟ ਜਾਣਦੇ ਨੇ ਜੀਣਾ ਪਲ ਪਲ ਨੂੰ, ਕੋਈ ਵਿਰਲਾ ਹੀ ਪੜੇ ਮੱਥਿਆਂ ਦੀ ਹਲਚਲ ਨੂੰ। ਬਹੁਤ ਸੋਹਣਾ ਇਹ ਗੀਤ ਆ, ਹਨਾ ਜੀ। ਇਹ ਗੀਤ ਆ, ਇਹ ਬੜਾ ਪਿਆਰਾ ਗੀਤ ਆ। ਦਰਅਸਲ ਇਹ ਆਪਣੇ ਅੰਦਰ ਬੜਾ ਕੁਝ ਚੱਲਦਾ ਰਹਿੰਦਾ ਹੈਗਾ। ਇਹ ਜਿਹੜੇ ਚੇਤਨਾ ਦਾ ਦੀਵਾ ਬਲਦਾ ਜਦੋਂ, ਹਨਾ, ਉਹਦੀ ਰੌਸ਼ਨੀ 'ਚ ਹੀ ਇੱਕ ਤੁਹਾਡੇ 'ਚ ਗੁਣ ਹੁੰਦਾ, ਕਲਾ ਹੁੰਦਾ, ਤੁਸੀਂ ਸਫ਼ਿਆਂ ਤੇ ਉਤਾਰਦੇ ਹੋ, ਅਹਿਸਾਸ ਨੂੰ ਮੜ੍ਹਦੇ ਹੋ। ਕੋਈ ਹੋਰ ਵੀ ਰਚਨਾ? ਮੈਂ ਇੱਕ ਕਵਿਤਾ ਹੋਰ ਸੁਣਾਉਂਗਾ, ਕਾਦਰ। ਰੱਬ ਕਿਵੇਂ ਮਤਲਬ ਸਾਨੂੰ ਮਿਲ ਸਕਦਾ ਆ, ਜਾਂ ਸਾਡੇ ਸਿਆਣੇ ਕਹਿੰਦੇ ਆ ਕਿ ਵੀ ਉਹ ਕਿਸੇ ਵੀ ਰੂਪ ਵਿੱਚ ਆ ਜਾਂਦਾ ਆ। ਤੇ ਉਹਦੇ ਬਾਰੇ ਇੱਕ ਸੀਗਾ ਕਿ ਕਾਦਰ, ਜਿਵੇਂ ਮੈਂ ਮਹਿਸੂਸ ਕਰਦਾ ਕਿ ਕਦੇ ਜ਼ਾਹਰ ਚੋਂ, ਕਦੇ ਆਤਮ ਚੋਂ, ਆਤਮ ਦੇ ਆਦ ਮਹਾਤਮ ਚੋਂ ਸਾਹਾਂ ਦੀ ਤੰਦ ਫੜਾਉਂਦਾ ਹੈ, ਮੈਨੂੰ ਜਿੱਤਦੀ ਨੂੰ, ਮੈਨੂੰ ਹਾਰਦੀ ਨੂੰ, ਕਦੇ ਜਗਤ ਸਮੁੰਦਰ ਤਰਦੀ ਨੂੰ, ਅੱਕ ਥੱਕ ਕੇ ਹੌਕੇ ਭਰਦੀ ਨੂੰ, ਦੂਰੋਂ ਖੜ ਡਲਕਾਂ ਦਿੰਦਾ ਹੈ, ਮੈਂ ਸੁਣਿਆ ਸਾਬਤ ਨਹੀਂ ਮਿਲਦਾ, ਉਹ ਢਲ ਢਲ ਰੂਪ ਆਕਾਰਾਂ ਵਿੱਚ ਬਸ ਇਦਾਂ ਹੀ ਝਲਕਾਂ ਦਿੰਦਾ ਹੈ। ਤੇ ਕੀਕਣ ਤਾਂ ਲਿਖਾਂ ਤਾਰੀਫਾਂ ਨੂੰ, ਕੀਕਣ ਤਾਂ ਲਿਖਾਂ ਤਾਰੀਫਾਂ ਨੂੰ, ਘੱਟ ਕਰਦਾ ਏ ਤਕਲੀਫਾਂ ਨੂੰ, ਮੈਨੂੰ ਨਾਲ ਹਵਾ ਦੇ ਤੋਲ ਦਿੰਦਾ, ਮੈਂ ਸੋਚ ਕੇ ਰੱਖਿਆ ਹੁੰਦਾ ਜੋ, ਉਹਦੀ ਸ਼ਾਨ 'ਚ ਅੱਖਰ ਜਿਹੜਾ ਵੀ ਮੇਰੇ ਸੁਪਨੇ ਦੇ ਵਿੱਚ ਆਉਂਦਾ ਏ, ਮੈਂ ਇੱਥੋਂ ਪਹਿਲਾਂ ਹੀ ਬੋਲ ਦਿੰਦਾ, ਕਦੇ ਉਖੜਾਂ ਜੇ, ਕਦੇ ਥਿੜਕਾਂ ਜੇ, ਉਹਦੀ ਅੱਖ ਰਹਿੰਦੀ ਏ ਬਿੜਕਾਂ ਤੇ, ਕਦੇ ਨਾਲ ਪਿਆਰਾਂ ਝਿੜਕਾਂ ਤੇ, ਮੇਰੇ ਪੈਰੀਂ ਪਲਕਾਂ ਦਿੰਦਾ ਹੈ, ਮੈਂ ਸੁਣਿਆ ਸਾਬਤ ਨਹੀਂ ਮਿਲਦਾ, ਉਹ ਢਲ ਢਲ ਰੂਪ ਆਕਾਰਾਂ ਵਿੱਚ ਬਸ ਇਦਾਂ ਹੀ ਝਲਕਾਂ ਦਿੰਦਾ ਹੈ। ਕੀ ਬਾਤ ਹੈ। ਤੇ ਉਹ ਜੋਗੀ ਸਾਧ ਲਿਖਾਰੀ ਹੈ, ਉਹ ਜੋਗੀ ਸਾਧ ਲਿਖਾਰੀ ਹੈ, ਕਦੇ ਰਾਂਝਾ ਕਦੇ ਮੁਰਾਰੀ ਹੈ, ਉਹਨੂੰ ਆਪਣੀ ਖੇਡ ਪਿਆਰੀ ਹੈ, ਤੇ ਇਸ ਖੇਡ ਦੇ ਸਿਰ ਤੋਂ ਹੀ ਉਹਨੇ ਕਲਾ ਦੀ ਕਲਗੀ ਵਾਰੀ ਹੈ, ਜਿਹਦੀ ਦੁਨੀਆ ਪਾਣੀ ਹਾਰੀ ਹੈ, ਕੀ ਆਖਾਂ ਮੌਜ ਸੁਦਾਗਰ ਦੀ, ਕੀ ਆਖਾਂ ਮੌਜ ਸੁਦਾਗਰ ਦੀ, ਸਭ ਤ੍ਰਿਸ਼ਨਾ ਜਾਣੇ ਗਾਗਰ ਦੀ, ਜੋ ਕੌਡੀ ਬਦਲੇ ਨਾਮ ਮੇਰੇ, ਲਿਖ ਲਿਖ ਕੇ ਖਲਕਾਂ ਦਿੰਦਾ ਹੈ, ਮੈਂ ਸੁਣਿਆ ਸਾਬਤ ਨਹੀਂ ਮਿਲਦਾ, ਉਹ ਢਲ ਢਲ ਰੂਪ ਆਕਾਰਾਂ ਵਿੱਚ ਬਸ ਇਦਾਂ ਹੀ ਝਲਕਾਂ ਦਿੰਦਾ ਹੈ, ਬਸ ਇਦਾਂ ਹੀ ਝਲਕਾਂ ਦਿੰਦਾ ਹੈ। ਬਹੁਤ ਖੂਬਸੂਰਤ, ਬਹੁਤ ਖੂਬਸੂਰਤ ਹੈ। ਸ਼ੁਕਰੀਆ। ਜਦੋਂ ਕਵੀ, ਸ਼ਾਇਰ ਕਹਿ ਲਓ, ਇੱਕ ਸੰਵੇਦਨਾ ਨਾਲ ਭਰਿਆ ਹੋਇਆ ਇੱਕ ਚਿੱਤ, ਇੱਕ ਦਿਲ, ਇੱਕ ਮਨ, ਹਨਾ, ਵਿਚਰਦਾ ਜਦੋਂ ਜਿੱਥੇ ਜਿੱਥੇ ਵੀ ਜਾਂਦਾ, ਕਿਤੇ ਕਿਤੇ ਵੀ ਜਾਂਦਾ, ਜਿਹੜੇ ਰਾਹਾਂ 'ਚੋਂ ਲੰਘ ਜੇ, ਜਿਹੜੀਆਂ ਥਾਵਾਂ 'ਤੇ ਚਲਾ ਜਾਵੇ, ਉਹਦੇ ਬਾਰੇ ਕੁਛ ਨਾ ਕੁਛ ਉਹ ਲਿਖਦਾ, ਉਹ ਲੀਕਦਾ ਜ਼ਰੂਰ, ਉੱਥੋਂ ਕੋਈ ਨਾ ਕੋਈ ਅਹਿਸਾਸ ਆਪਦੇ ਨਾਲ ਲੈ ਜਾਂਦਾ ਜੀ। ਤੁਹਾਡੀ ਇੱਕ ਰਚਨਾ ਯੂਨੀਵਰਸਿਟੀ ਬਾਰੇ, ਪੰਜਾਬੀ ਬਾਰੇ, ਪਟਿਆਲੇ ਬਾਰੇ, ਪਟਿਆਲਾ, ਸਾਡੇ ਨਾਲ ਸਾਂਝੀ ਕਰੋ ਜੀ। ਇੱਥੋਂ ਕਿਤੋਂ ਲੰਘਿਆ ਸੀ ਜੋਗੀਆਂ ਦੇ ਵੇਸ ਵਾਲਾ, ਇੱਥੇ ਕਿਤੇ ਬੋਲਿਆ ਸੀ ਕਾਂ, ਤੇ ਇੱਥੇ ਹੀ ਤਾਂ ਰੁੱਖੜੇ ਨੂੰ ਆਈਆਂ ਸੀ ਜਵਾਨੀਆਂ, ਇੱਥੇ ਕਿਤੇ ਖੇਡਦੀ ਸੀ ਚਾਂ, ਤੇ ਇੱਥੇ ਹੀ ਤਾਂ ਖਾਬ ਲਟਬੌਰੇ ਹੋ ਨੱਚਦੇ ਸੀ ਮਹਿਕਾਂ ਦੀ ਸੀ ਬਲਦੀ ਸ਼ਮਾ, ਇੱਥੇ ਹੀ ਤਾਂ ਤੇਰਾ ਹੱਥ ਫੜ ਚਿੱਤ ਕਰਦਾ ਸੀ, ਏਦਾਂ ਹੀ ਮੈਂ ਉੱਡਦਾ ਰਵਾਂ, ਤੇ ਇੱਥੇ ਹੀ ਤਾਂ ਗਾਨੀਆਂ ਵੀ ਗੀਤ ਗਾਉਣ ਲੰਗੀਆਂ ਸੀ, ਹੋ ਕੇ ਸੁਣਦੇ ਸੀ ਝੁੰਮ ਕੇ ਅਗਾਂਹ, ਇੱਥੇ ਹੀ ਤਾਂ ਖਿਆਲ ਦੇ ਬਨੇਰਿਆਂ ਤੇ ਹਾਲੇ ਪਈਆਂ, ਉਵੇਂ ਦੀਆਂ ਉਵੇਂ ਮੂਰਤਾਂ, ਇੱਥੋਂ ਕਿਤੋਂ ਲੰਘਿਆ ਸੀ ਜੋਗੀਆਂ ਦੇ ਵੇਸ ਵਾਲਾ, ਇੱਥੇ ਕਿਤੇ ਬੋਲਿਆ ਸੀਗਾ। ਬਹੁਤ ਖੂਬਸੂਰਤ, ਬਹੁਤ ਖੂਬਸੂਰਤ। ਮੈਂ ਨਾ ਜਿਵੇਂ ਜਿੰਨੇ ਇੱਕ ਨਵੇਂ ਰਾਈਟਰ ਆ, ਖੈਰ ਤੁਹਾਡਾ ਜਿਹੜੀ ਲਿਖਤ ਦਾ ਇੱਕ ਅਹਿਸਾਸ ਹੈ ਨਾ, ਤੁਹਾਡੇ ਕੋਲ ਜਿਹੜੀ ਇੱਕ ਕਲਾ ਹੈਗੀ, ਮੈਨੂੰ ਬੜਾ ਵਧੀਆ ਲੱਗਦਾ। ਬਹੁਤ ਪੁਰਾਣੇ ਜੁੜੇ ਹੋਏ ਆ ਆਪਾਂ, ਖੈਰ ਸੋਸ਼ਲ ਮੀਡੀਆ ਤੇ ਅਸੀਂ ਕਾਫੀ ਪੁਰਾਣੇ ਦੋਸਤ ਆ, ਤੁਹਾਨੂੰ ਮੈਂ ਦੱਸ ਦਿਆਂ ਰਾਜ ਦੀ ਗੱਲ, ਪਰ ਮਿਲੇ ਅੱਜ ਅਸੀਂ ਪਹਿਲੀ ਵਾਰੀ ਆ। ਹਾਂਜੀ। ਤੇ ਸਾਹਿਤਕ ਤੰਦਾਂ ਦੇ ਵਿੱਚ ਜੇ ਆਪਾਂ ਹੁਣ ਗੱਲ ਕਰੀਏ, ਗੱਲਾਂ ਤਾਂ ਬਹੁਤ ਆ, ਜਦੋਂ ਇੱਕ ਥੋੜਾ ਜਿਹੜਾ ਖਿਆਲ ਆ ਨਾ, ਖਿਆਲ ਉਹ ਚੀਜ਼, ਮੈਂ ਹੁਣ ਯੂਨੀਵਰਸਿਟੀ, ਮੇਰਾ ਇੱਕ ਖਿਆਲ ਯੂਨੀਵਰਸਿਟੀ 'ਚ ਫਿਰਦਾ ਬੈਠਾ, ਮੈਂ ਇੱਥੇ ਹੋਇਆ, ਤੁਸੀਂ ਬੋਲ ਰਹੇ ਸੀ ਨਾ ਉਹ ਗੋਬਿੰਦ ਭਵਨ ਕੋਲੇ, ਤੇ ਉਹ ਉੱਥੇ ਸਾਰੇ ਕਿਤੇ ਘੁੰਮ ਰਿਹਾ ਮੈਂ, ਕਿਉਂਕਿ ਤੁਸੀਂ ਇੱਕੋ ਜਗ੍ਹਾ ਇੱਕੋ ਵੇਲੇ ਨਹੀਂ ਹੁੰਦੇ। ਤੇ ਕੀ ਤੁਸੀਂ ਵੀ ਹਰ ਵੇਲੇ ਸ਼ਾਇਰ ਜਾਂ ਰਾਈਟਰ ਨਹੀਂ ਹੁੰਦੇ? ਹਾਂ, ਇਹ ਬਹੁਤ ਇੰਪੋਰਟੈਂਟ ਕੁਐਸਚਨ ਆ। ਇਹ ਇੱਦਾਂ ਬਿਲਕੁਲ ਹੁੰਦਾ ਆ। ਮੈਂ ਬਿਲਕੁਲ ਕਈ ਵਾਰੀ ਆਮ ਨਾਲੋਂ ਵੀ ਆਪਾਂ ਜਿੱਦਾਂ ਕਹਿੰਦੇ ਨਾ ਕਿ ਕਈ ਵਾਰੀ ਹੋ ਸਕਦਾ ਕਿ ਤੁਹਾਡੇ ਸਲੀਕੇ 'ਚੋਂ ਕੋਈ ਚੀਜ਼ ਨਾ ਕੋਈ
ਝਲਕਦੀ ਰਹਿੰਦੀ ਆ, ਪਰ ਬਿਲਕੁਲ ਆਮ ਸਧਾਰਨ ਵੀ ਹੋ ਜਾਂਦੇ ਆ ਤੁਸੀਂ। ਬਿਲਕੁਲ ਆਮ ਸਧਾਰਨ। ਮੇਰੇ ਇੱਕ ਦੋਸਤ ਨੇ ਕਿਹਾ ਸੀਗਾ ਕਿ ਵੀ ਮੈਂ ਤੈਨੂੰ ਉਦੋਂ ਮਿਲਣਾ ਚਾਹੁੰਦਾ ਆ ਜਦੋਂ ਤੂੰ ਕਵੀ ਹੁੰਦਾ ਆ। ਮੇਰੀ ਇੱਕ ਕਵਿਤਾ ਸੁਣਨ ਤੋਂ ਬਾਅਦ ਕਿਹਾ ਉਹਨੇ, ਕਹਿੰਦਾ ਵੀ ਇਹ ਬਿਲਕੁਲ ਹੋਰ ਕੋਮਲ ਆ, ਤੇ ਜਿਹੜੇ ਕੋਮਲ ਨੂੰ ਮੈਂ ਉਵੇਂ ਜਾਣਦਾ ਹੋਰ ਕੋਮਲ ਆ। ਤੇ ਇਦਾਂ ਬਿਲਕੁਲ ਹੀ ਹੋ ਸਕਦਾ ਕਿ ਮੈਂ ਜੀਵਨ ਦੇ ਕਿਸੇ ਇੱਕ ਪੱਧਰ ਤੇ ਬਿਲਕੁਲ ਆਮ ਵਿਚਰ ਰਿਹਾ ਹੋਵਾਂ, ਪਰ ਜਦੋਂ ਮੈਂ ਕਵਿਤਾ 'ਚ ਹੋਵਾਂ ਜਾਂ ਕਵਿਤਾ ਮੇਰੇ 'ਚ ਹੋਵੇ, ਉਦੋਂ ਮੈਂ ਬਿਲਕੁਲ ਵੱਖਰੇ ਤਰੀਕੇ ਨਾਲ ਵਿਚਰ ਰਿਹਾ ਹੋਵਾਂ। ਮੇਰੇ ਨਾਲ ਇਦਾਂ ਹੀ ਹੁੰਦਾ ਆ। ਬਾਕੀ ਲਿਖਣ ਵਾਲਿਆਂ ਨਾਲ ਕਿੱਦਾਂ ਹੁੰਦਾ ਹੈ ਉਹਦੇ ਬਾਰੇ ਮਤਲਬ ਉਹ ਜ਼ਿਆਦਾ ਬਿਹਤਰ ਦੱਸ ਸਕਦੇ ਆ। ਜਦੋਂ ਤੁਸੀਂ ਵੀ ਇੱਕ ਗੱਲ ਹੋਰ ਵੀ ਕਹਿ ਰਹੇ ਸੀ ਤੂੰ ਪਹਿਲਾਂ ਵੀ ਕਈ ਵਾਰੀ ਤੁਹਾਡੇ ਕਈ ਚੀਜ਼ਾਂ ਨੂੰ ਸਾਹਿਤ ਤੁਹਾਡੀਆਂ ਲਿਖਤਾਂ ਢੱਕ ਲੈਂਦੀਆਂ ਨੇ। ਮੈਨੂੰ ਐਂ ਲੱਗਦਾ ਹੁੰਦਾ ਕਿ ਵੀ ਸਾਹਿਤ ਦਾ ਜਿਹੜਾ ਸੋਝ ਆ ਨਾ, ਉਹ ਤੁਹਾਡੇ ਮਤਲਬ ਸ਼ਖਸੀਅਤ ਦੇ ਕਈ ਕੋਝਾਂ ਨੂੰ ਢੱਕਦਾ ਆ ਜੀ। ਮੈਂ ਹਮੇਸ਼ਾ ਇਹ ਗੱਲ ਸੋਚਦਾ ਆ ਕਿ ਸਾਹਿਤ ਤੁਹਾਡੇ ਕਈ ਜਿਹੜੇ ਤੁਹਾਡੀਆਂ ਘਾਟਾਂ ਕਮੀਆਂ ਨੂੰ ਪੂਰਾ ਕਰਦਾ ਆ, ਕਿਉਂਕਿ ਉਹ ਜੇ ਤੁਹਾਨੂੰ ਉਹ ਕੋਈ ਦਾਤ ਮਿਲੀ ਹੋਈ ਆ ਜਾਂ ਤੁਹਾਡੇ ਕੋਲੇ ਉਹ ਜਿਹੜੀ ਹੈਗੀ ਆ ਸਿਰਜਣਾ ਦਾ ਕੋਈ ਇੱਕ ਤੰਦ ਜੀ ਮਿਲੀ ਹੋਈ ਆ, ਇੱਕ ਤੁਪਕਾ ਵੀ ਮਿਲਿਆ ਹੋਇਆ, ਤਾਂ ਉਹ ਤੁਹਾਨੂੰ ਸੋਹਣਾ ਬਣਾ ਦਿੰਦਾ ਹੈ ਕੁਝ ਚੀਜ਼ਾਂ ਨੂੰ ਜੀ। ਬਹੁਤ ਸਾਰੇ ਤੁਸੀਂ ਦੇਖਦੇ ਹੋਵੋਗੇ, ਬਹੁਤ ਸਾਰੇ ਜਿਹੜੇ ਲੋਕ ਫਿਜ਼ੀਕਲੀ ਤੁਹਾਨੂੰ ਉਨੇ ਸੋਹਣੇ ਨਹੀਂ ਲੱਗਦੇ, ਪਰ ਕਲਾ ਜਦੋਂ ਬੋਲਦੇ ਆ ਉਹ ਕਹਿੰਦੇ ਆ ਉਹਨੂੰ ਮਿਲਣਾ ਨਹੀਂ ਚਾਹੀਦਾ ਹੁੰਦਾ। ਜਦੋਂ ਮਿਲੇ ਤਾਂ ਐਂ ਲੱਗਦਾ ਕੋਈ ਹੋਰ ਬੰਦਾ ਮਿਲ ਰਿਹਾ ਹੋਵੇ। ਆਪਾਂ ਤਾਂ ਉਹਦੀਆਂ ਲਿਖਤਾਂ ਕਰਕੇ ਜਾਣਦੇ ਹੁੰਦੇ ਆ। ਇੱਕ ਪੱਧਰ ਇਹ ਵੀ ਹੈ। ਇੱਕ ਤੁਸੀਂ ਇਹ ਦੇਖੋ ਕਿ ਬਹੁਤ ਸਾਰੇ ਲੋਕ ਜਿਹੜੇ ਕਲਾਕਾਰ ਨੇ, ਵੱਡੇ ਸ਼ਾਇਰ ਹੋਏ ਨੇ ਹੁਣ ਤੱਕ, ਵੱਡੇ ਸਿੰਗਰ ਹੋਏ ਨੇ, ਉਹ ਫਿਜ਼ੀਕਲੀ ਕਈ ਬੰਦੇ ਬਹੁਤ ਮੋਟੇ ਆ, ਕਈ ਬੰਦੇ ਬਹੁਤ ਮਤਲਬ ਕਈ ਰੰਗ ਦੇ ਬਹੁਤ ਇਦਾਂ ਆ। ਅਸੀਂ ਉਹਨਾਂ ਨੂੰ, ਪਰ ਜਦੋਂ ਸਟੇਜ ਤੇ ਆਉਂਦੇ ਆ ਉਹ ਛਾ ਜਾਂਦੇ ਆ। ਕਾਰਨ ਕਿਉਂਕਿ ਉਹਨਾਂ ਕੋਲੇ ਕਲਾ ਆ। ਕਲਾ ਉਹਨਾਂ ਨੂੰ ਮਤਲਬ ਮੇਰੇ ਚ ਤਾਂ ਕਈ ਐਬ ਹੋਣਗੇ, ਮਤਲਬ ਉਹਨੂੰ ਢੱਕਦੀ ਆ ਵੀ ਉਹ ਲੋਕ ਕਿਵੇਂ ਵੱਡੇ ਕਿਉਂ ਲੱਗਦੇ ਸਾਨੂੰ, ਕਿਉਂਕਿ ਉਹਨਾਂ ਕੋਲੇ ਕਲਾ ਆ। ਉਵੇਂ ਜੇ ਉਹੋ ਜਿਹਾ ਸਾਨੂੰ ਬੰਦਾ ਮਿਲੇ ਤੇ ਅਸੀਂ ਮਤਲਬ 2 ਮਿੰਟ ਨਾ ਬੈਠੀਏ। ਇੱਜ਼ਤ ਕਲਾ ਦੀ ਹੁੰਦੀ ਆ। ਕਲਾ ਕਰਕੇ ਸਾਨੂੰ ਉਹ ਬੰਦੇ ਸੋਹਣੇ ਲੱਗਦੇ ਆ। ਕਲਾ 'ਚ ਉਹਨਾਂ ਨੇ ਜਿਹੜੀਆਂ ਮੁਕਾਮ ਹਾਸਲ ਕੀਤੇ ਹੁੰਦੇ ਆ, ਸਾਡਾ ਸਲਾਮ ਉਹਨਾਂ ਨੂੰ ਹੁੰਦਾ ਆ, ਉਹਨਾਂ ਦੇ ਰਾਹੀਂ। ਉਹ ਜਸਟ ਮੀਡੀਅਮ ਹੁੰਦੇ ਆ। ਜਿਵੇਂ ਮਤਲਬ ਮੈਨੂੰ ਲੱਗਦਾ ਵੀ ਕਲਾਕਾਰ ਮੀਡੀਅਮ ਹੀ ਆ, ਚੀਜ਼ ਕਿਤੋਂ ਹੋਰੋਂ ਆ ਰਹੀ ਆ। ਤੁਸੀਂ ਜੇ ਆਪਾਂ ਕਲਾਕਾਰਾਂ ਦੀ, ਹੁਣ ਜੇ ਕਲਾਕਾਰਾਂ ਦੀ ਗੱਲ ਕਰੀਏ, ਦੂਜੇ ਕਲਾਕਾਰਾਂ ਦੀ ਗੱਲ ਕਰੀਏ, ਜਿਹੜੇ ਗਾਇਕ ਨੇ ਅੱਜ ਕੱਲ ਦਾ, ਹਨਾ, ਉਹਦੇ 'ਚ ਵੀ ਸਾਹਿਤ ਹੀ ਹੁੰਦਾ ਜੇ ਆਪਾਂ ਗੱਲ ਕਰੀਏ। ਪਰ ਮੌਜੂਦਾ ਗਾਇਕੀ ਬਾਰੇ ਤੁਹਾਡਾ ਕੀ ਕਹਿਣਾ? ਮੌਜੂਦਾ ਗਾਇਕੀ ਦੇ ਵਿੱਚ ਜਿਹੜੀ ਕਹਿ ਲਓ ਲਿਖਣ ਵਾਲਾ ਹੈਗਾ ਗਾ, ਰਾਈਟਰ ਨੇ ਜਿਹੜੇ ਲਿਖ ਰਹੇ ਨੇ, ਕਿੱਦਾਂ ਦੇ ਗੀਤ ਲਿਖ ਰਹੇ ਨੇ, ਕਿੱਦਾਂ ਦਾ ਗਾਇਆ ਜਾ ਰਿਹਾ, ਉਹਦੇ ਬਾਰੇ? ਮਸਲਾ ਇਹ ਹੁੰਦਾ ਹੈ ਕਿ ਵੀ ਜਦੋਂ ਹਮੇਸ਼ਾ ਇਹ ਕਿਹਾ ਜਾਂਦਾ ਆ ਕਿ ਵੀ ਇੱਦਾਂ ਦਾ ਗਾਇਆ ਜਾ ਰਿਹਾ। ਲੋਕ ਦੇਖੋ ਹਰ ਸਮੇਂ ਹੀ ਕੁਛ ਨਾ ਕੁਛ ਮਾੜਾ, ਜਾਂ ਕਹਿ ਲਈਏ ਕਿ ਆਪਣੀ ਨਜ਼ਰ 'ਚ ਮਾੜਾ, ਜਿਵੇਂ ਆਪਾਂ ਨਹੀਂ ਗਾਉਂਦੇ ਜਾਂ ਨਹੀਂ ਲਿਖਦੇ, ਕਿਸੇ ਨੂੰ ਕੁਛ ਚੰਗਾ ਲੱਗਦਾ, ਉਹਦੇ ਵਿੱਚ ਇੱਕ ਇਹ ਗੱਲ ਆ। ਮਸਲਾ ਇਸ ਟਾਈਮ ਇਹ ਹੋ ਗਿਆ ਕਿ ਤੁਸੀਂ ਲੋਕਾਂ ਨੂੰ ਪ੍ਰਭਾਵਿਤ ਕਿਵੇਂ ਕਰਨਾ ਆ, ਵੱਧ ਮਾਸਸ ਨੂੰ ਆਪਣੇ ਨਾਲ ਕਿੱਦਾਂ ਜੋੜ ਸਕਦੇ ਹੋ, ਕਿਉਂਕਿ ਜਿੰਨੇ ਤੁਸੀਂ ਲੋਕਾਂ ਨੂੰ ਜਿੰਨੇ ਵਿਊ ਖੱਟੋਗੇ ਉਨੇ ਤੁਹਾਨੂੰ ਪੈਸੇ ਆਉਣਗੇ। ਸੋ ਉਹਦੇ ਲਈ ਜਿਹੜੀ ਖਾਸ ਤਰੀਕੇ ਦੀ ਜਿਹਦੇ ਵਿੱਚ ਕੈਪਚਰ ਹੁੰਦੀ ਉਹ ਜਵਾਨੀ ਹੁੰਦੀ ਆ। ਸੋ ਜਵਾਨੀ ਨੂੰ ਕਿਹੜੇ ਤਰੀਕਿਆਂ ਨਾਲ ਪ੍ਰਭਾਵਿਤ ਕੀਤਾ ਜਾ ਸਕਦਾ ਆ, ਤੇ ਕੁਝ ਲੋਕ ਮਤਲਬ ਲਿਖਦੇ ਹੀ ਐਵੇਂ ਦੇ ਆ। ਪਰ ਐਜ਼ ਪੈਰਲਰ ਮੈਨੂੰ ਐਂ ਲੱਗਦਾ ਕਿ ਬਹੁਤ ਸਾਰੀਆਂ ਜਿਹੜੀਆਂ ਚੰਗੇ ਗੀਤ ਵੀ ਆ ਰਹੇ ਆ, ਸਾਡੇ ਕੋਲ ਚੰਗੇ ਸਿੰਗਰ ਵੀ ਹੈਗੇ ਆ, ਚੰਗੇ ਲਿਖਣ ਵਾਲੇ ਵੀ ਹੈਗੇ ਆ, ਤੇ ਹਮੇਸ਼ਾ ਰਹਿਣਗੇ ਤੇ ਹਮੇਸ਼ਾ ਸੀ। ਤੇ ਮੈਨੂੰ ਐ ਲੱਗਦਾ ਕਿ ਸਾਨੂੰ ਉਹਨਾਂ ਤੇ ਵੱਧ ਫੋਕਸ ਕਰਨਾ ਚਾਹੀਦਾ। ਪੈਰਲਰ ਚੱਲਦੀਆਂ ਚੀਜ਼ਾਂ, ਹਨਾ। ਮੈਨੂੰ ਐ ਲੱਗਦਾ ਵੀ ਜੋ ਚੰਗਾ ਆ ਸਾਨੂੰ ਉਹਨੂੰ ਵੱਧ ਕਰਨਾ ਚਾਹੀਦਾ, ਜਾਂ ਜਿਹੜਾ ਸਾਨੂੰ ਲੱਗਦਾ ਕਿ ਇਹ ਲਿਟਰੇਰੀ ਆ ਉਹਨੂੰ ਆਪਾਂ ਕੀ ਕਰਦੇ ਆ, ਆਪਾਂ ਮਾੜੇ ਨੂੰ ਨਿੰਦਣ ਦੇ ਵੱਧ ਸਮਾਂ ਟਾਈਮ ਖਰਾਬ ਕਰਦੇ ਆ, ਚੰਗੇ ਨੂੰ ਸਲਾਉਣਾ ਚਾਹੀਦਾ। ਮੈਂ ਇਹੀ ਕਹਿਣਾ ਕਿ ਸਾਨੂੰ ਪਹਿਲਾਂ ਤਾਂ ਸਾਡੇ ਕੋਲ ਇਹ ਪਛਾਣ ਹੋਣੀ ਚਾਹੀਦੀ ਕਿ ਅਸੀਂ ਆਹ ਕਰਨਾ ਆ। ਉਹੀ ਗੱਲ ਹੈ ਨਾ ਕਿ ਆਪਣੀ ਆਪ ਦੇ ਨਾਲ ਇਮਾਨਦਾਰੀ ਆ ਵੀ ਮੇਰੀ ਡਿਊਟੀ ਹੈ ਪਹਿਲੀ, ਵੀ ਮੈਂ ਪਹਿਲ ਕੀ ਕਰਨੀ ਹੈ, ਕਿ ਮੈਂ ਦੂਜੇ ਵੱਲ ਵੇਖਣਾ ਹੀ ਨਹੀਂਗਾ। ਹਰ ਸਮੇਂ ਇਸ ਦੁਨੀਆ 'ਚ ਹੁਣ ਵੀ ਆਪਾਂ ਬਾਹਰ ਬਾਜ਼ਾਰ 'ਚ ਚੱਲ ਜਾਈਏ, 10 ਬੰਦੇ ਮਾੜੇ ਮਿਲਣਗੇ, 2 ਚੰਗੇ ਵੀ ਮਿਲ ਜਾਣਗੇ। ਸੋ ਆਪਣਾ ਕੀ ਫਰਜ਼ ਆ ਕਿ ਉਹ ਜੋ ਚੰਗਿਆਈ ਆ ਉਹਨੂੰ ਵਡਿਆਈਏ, ਤੇ ਬਾਕੀ ਬਾਰੇ ਆਪਾਂ ਗੱਲ ਨਾ ਕਰੀਏ। ਠੀਕ ਆ, ਬਾਕੀ ਜਦੋਂ ਗੱਲ ਹੋਣੀ ਘੱਟ ਹੋ ਜੂਗੀ ਉਹਨਾਂ ਬਾਰੇ ਤਾਂ ਆਪਣੇ ਆਪ ਉਹ ਹਟ ਜਾਣਗੇ। ਪਰ ਉਹੀ ਹੈ ਨਾ ਕਿ ਸਾਡੇ ਚੋਂ ਹੀ ਉਹ ਬਹੁਤ ਸਾਰੇ ਸਰੋਤੇ ਵੀ ਬੈਠੇ ਹੋਏ ਆ ਜਿਹੜੇ ਉਹਨਾਂ ਦੇ ਸਰੋਤੇ ਆ। ਇੱਕ ਦਾ ਸਵਾਲ ਹੋਰ ਮੈਂ ਕਰਨਾ, ਕਿਉਂਕਿ ਆਪਾਂ ਜਿਹੜਾ ਸਾਹਿਤਕਾਰ ਹੁੰਦੇ ਆ ਉਹ ਸਮਾਜ ਦਾ ਆਈਨਾ ਹੁੰਦੇ ਆ, ਠੀਕ ਹੈ। ਉਹਨਾਂ ਅੰਦਰ ਮਤਲਬ ਵੀ ਸੰਵੇਦਨਾ ਕਰਕੇ ਹੀ ਉਹ ਚੀਜ਼ਾਂ ਨੂੰ ਜਿਹੜਾ ਆਮ ਲੋਕ ਕਹਿ ਨਹੀਂ ਸਕਦੇ ਉਹ ਕਹਿ ਦਿੰਦੇ ਆ ਜੀ। ਪੰਜਾਬ ਦੇ ਮੁੱਦਿਆਂ ਦੀ ਗੱਲ ਕਰੀਏ, ਪੰਜਾਬ ਦੀ ਜਵਾਨੀ ਦੀ ਗੱਲ ਕਰੀਏ, ਜਿਹੜਾ ਰੁੱਖ ਉਹਨੇ ਬਾਹਰ ਵੱਲ ਦਾ ਕਰਿਆ ਹੋਇਆ, ਠੀਕ ਹੈ, ਉਹਦੇ ਬਾਰੇ ਕੀ ਸੋਚਦਾ ਕੋਮਲ? ਮੈਂ ਇਹਦੇ ਬਾਰੇ ਇੰਨਾ ਹੀ ਸੋਚਦਾ ਹਾਂ ਕਿ ਵੀ ਪ੍ਰਵਾਸ ਸਾਡੇ ਲਈ ਬਿਲਕੁਲ ਨਵਾਂ ਨਹੀਂ ਹੈਗਾ ਪੰਜਾਬੀਆਂ ਲਈ। ਪੰਜਾਬੀ ਬਹੁਤ ਸਮੇਂ ਤੋਂ ਪ੍ਰਵਾਸ ਕਰਦੇ ਆਏ ਹਨ। ਅਫਰੀਕਾ ਵਰਗੇ ਦੇਸ਼ਾਂ ਦਾ ਪ੍ਰਵਾਸ ਕਰਨਾ ਪਿਆ ਪਹਿਲੇ, ਕੁਝ ਸਾਹਿਤਕਾਰ ਆ ਉਹਨਾਂ ਦੇ ਪਰਿਵਾਰਾਂ ਨੂੰ ਵੀ।
ਪਰ ਹੁਣ ਪ੍ਰਵਾਸ ਦੀ ਰਫ਼ਤਾਰ ਤੇਜ਼ ਹੋ ਗਈ ਆ। ਹੁਣ ਬਸ ਇੰਨਾ ਆ ਕਿ ਸਾਡੇ ਕੋਲੇ ਜਿਹੜੀ ਪ੍ਰਵਾਸ ਦੀ ਰਫ਼ਤਾਰ ਤੇਜ਼ ਹੋ ਗਈ ਤੇ ਇਹ ਸਿੱਧੀ ਜੀ ਗੱਲ ਹੈ ਕਿ ਚਿੰਤਾ ਦਾ ਵਿਸ਼ਾ ਹੈ। ਔਰ ਇਹਦੇ ਵਿੱਚ ਸਾਡੀਆਂ ਸਰਕਾਰਾਂ ਦੀਆਂ ਜਿਹੜੀਆਂ ਨਾਕਾਮੀਆਂ ਓਬਵੀਅਸਲੀ ਉਹਦੇ ਵਿੱਚ ਮਤਲਬ ਮੈਨੂੰ ਸਿੱਧਾ ਇਹ ਲੱਗਦਾ ਕਿ ਸਾਡੇ ਕੋਲੇ ਜਿਹੜੀਆਂ ਸੁੱਖ ਸਹੂਲਤਾਂ ਜਾਂ ਸਾਡੇ ਕੋਲੇ ਜਿਹੜੀ ਸਿੱਖਿਆ ਦਾ ਪੱਧਰ ਇੱਧਰ ਹੋਣਾ ਚਾਹੀਦਾ ਸੀ ਸ਼ਾਇਦ ਉਹ ਨਹੀਂ ਆ। ਉਸ ਕਰਕੇ ਹੀ ਮਤਲਬ ਸਾਡੇ ਜਿਹੜੇ ਬਹੁਤ ਸਾਰੀ ਜਿਹੜੀ ਨੌਜਵਾਨ ਪੀੜ੍ਹੀ ਆ ਜਦੋਂ ਉਹ ਇੱਧਰ ਉਹ ਸਾਰਾ ਮਾਹੌਲ ਉਹਨਾਂ ਨੂੰ ਸੁਖਾਵਾਂ ਨਹੀਂ ਮਿਲ ਰਿਹਾ ਤਾਂ ਉਹ ਦੂਸਰੇ ਦੇਸ਼ਾਂ ਦਾ ਰੁੱਖ ਕਰ ਰਹੀ ਆ। ਹਾਂ, ਪਰ ਇਹ ਜ਼ਰੂਰ ਆ ਕਿ ਇਹਦੇ ਨਾਲ ਅਸੀਂ ਫੈਲ ਵੀ ਰਹੇ ਹਾਂ, ਪਰ ਇਹਦੇ ਨਾਲ ਆਪਣੇ ਤਰੀਕੇ ਦੀ ਇੱਕ ਪੀੜ ਵੀ ਸਾਨੂੰ ਹੰਢਾਉਣੀ ਪੈਂਦੀ ਆ ਬਾਹਰ ਜਾ ਕੇ। ਬੇਗਾਨਗੀ ਉਹਦੇ ਵਿੱਚ ਸੱਭਿਆਚਾਰਕ ਬੇਗਾਨਗੀ ਆ ਜਾਂਦੀ ਹੈ ਕਿ ਅਸੀਂ ਇੱਕ ਹੇਰਵਾ, ਅਸੀਂ ਇੱਕ ਭੂ ਹੇਰਵਾ, ਅਸੀਂ ਇੱਕ ਸੱਭਿਆਚਾਰਕ ਬੇਗਾਨਗੀ, ਇੱਧਰਲੀਆਂ ਸਾਰੀਆਂ ਉਹ ਰੌ ਰੀਤਾਂ ਉਹ ਚੀਜ਼ਾਂ। ਅਗਲੀ ਪੀੜ੍ਹੀ ਸਾਡਾ ਉਦੋਂ ਅਗਲਾ ਜਿਹੜਾ ਦੁੱਖ ਉਹਨਾਂ ਦਾ ਇਹ ਬਣਦਾ ਆ ਕਿ ਉਹਨਾਂ ਦੀ ਅਗਲੀ ਜਿਹੜੀ ਪੀੜ੍ਹੀ ਆ ਉਹ ਬਿਲਕੁਲ ਹੀ ਚੇਂਜ ਹੋ ਜਾਂਦੀ ਆ, ਕਿਉਂਕਿ ਜਿਹੜੇ ਉੱਧਰ ਜਾ ਕੇ ਜਨਮ ਲੈਂਦੇ ਆ ਫਿਰ ਉਹਨਾਂ ਦੀ ਭਾਸ਼ਾ, ਉਹਨਾਂ ਦਾ ਪਹਿਰਾਵਾ, ਖਾਣ ਪੀਣ। ਕੀ ਅਸੀਂ ਆਉਣ ਵਾਲੇ ਸਮੇਂ 'ਚ ਆਪਦੀ ਭਾਸ਼ਾ, ਆਪਦੀ ਦਿੱਖ ਕੀ ਇਹਦੇ ਨਾਲੋਂ ਦੂਰ ਹੋ ਜਾਵਾਂਗੇ ਜੇ ਇਦਾਂ ਹੀ ਪ੍ਰਵਾਸ ਹੁੰਦਾ ਰਿਹਾ? ਮੈਨੂੰ ਇਹ ਲੱਗਦਾ ਕਿ ਅਸੀਂ ਪਹਿਲਾਂ ਵੀ ਇਦਾਂ ਹੀ ਹੋਏ ਆ। ਮਤਲਬ ਜੇ ਅਸੀਂ ਸ਼ੁਰੂਆਤ ਦੀ ਗੱਲ ਕਰੀਏ ਤਾਂ ਅਸੀਂ ਕੱਪੜਿਆਂ ਤੱਕ ਆਏ ਆ ਹੁਣ ਵੀ, ਠੀਕ ਆ। ਪਰ ਜੇ ਅਸੀਂ ਬਿਲਕੁਲ ਇਹ ਚੇਂਜ ਹੋਣਾ ਹੀ ਆ, ਕੁਝ ਚੀਜ਼ਾਂ ਨੇ ਬਦਲਣਾ ਹੀ ਆ ਔਰ ਉਹ ਸਮੇਂ ਨਾਲ ਬਦਲਣਗੀਆਂ। ਕਲਚਰ ਵੀ ਬਦਲਦੇ ਰਹੇ ਆ, ਬਹੁਤ ਸਾਰੇ ਕਲਚਰ ਇੱਕ ਦੂਜੇ 'ਚ ਮਰਜ ਵੀ ਹੁੰਦੇ ਰਹੇ ਆ ਤੇ ਮੈਨੂੰ ਇਹ ਲੱਗਦਾ ਕਿ ਹੁੰਦੇ ਰਹਿਣਗੇ ਵੀ, ਪਰ ਉਹਨੂੰ ਬਚਾਉਣ ਦੇ ਹੀਲੇ ਵਸੀਲੇ ਵੀ ਬਣੇ ਰਹਿੰਦੇ ਆ। ਤੇ ਕਿਸ ਪੱਧਰ ਤੱਕ ਅਸੀਂ ਵਿਚਾਰ ਰਹੇ ਆ ਇਹੋ ਜਿਹੇ ਮਤਲਬ ਮੈਨੂੰ ਲੱਗਦਾ ਕਿ ਇਹ ਕੋਈ ਸੱਭਿਆਚਾਰਕ ਵਿਗਿਆਨੀ ਜ਼ਿਆਦਾ ਵਧੀਆ ਤਰੀਕੇ ਨਾਲ ਦੱਸ ਸਕਦਾ ਆ ਕਿ ਇਹ ਕਿੱਥੋਂ ਤੱਕ ਬਚ ਸਕਦੇ ਜਾਂ ਇਹਨੂੰ ਬਚਾਉਣਾ। ਕਿਉਂਕਿ ਮੈਨੂੰ ਇਹ ਲੱਗਦਾ ਕਿ ਬੰਦੇ ਨੇ ਤਾਂ ਆਪਦੀ ਜਰਨੀ ਪੱਥਰ ਯੁੱਗ ਤੋਂ ਸ਼ੁਰੂ ਕੀਤੀ ਆ, ਫਿਰ ਮਤਲਬ ਸਾਨੂੰ ਕੀ ਕਰਨਾ ਚਾਹੀਦਾ ਅੱਜ ਟੈਕਨੋਲੋਜੀ ਦੇ ਜ਼ਮਾਨੇ 'ਚ ਅਸੀਂ ਫਿਰ ਕਿੱਥੇ ਖੜੇ ਆ। ਆਪਾਂ ਛੱਡ ਨਹੀਂ ਸਕਦੇ ਚੀਜ਼ਾਂ ਨੂੰ, ਪਰ ਇਹਨਾਂ ਨੂੰ ਨਾਲ ਤਾਂ ਲਿਜਾਇਆ ਜਾ ਸਕਦਾ। ਨਵੇਂ ਨੂੰ ਅਪਣਾਓ ਪਰ ਪੁਰਾਣੇ ਨੂੰ ਛੱਡੋ, ਜੜ੍ਹਾਂ ਨਾਲ ਜੁੜੇ ਰਹੋ। ਪੁਰਾਣੇ 'ਚੋਂ ਵੀ ਮੈਨੂੰ ਐ ਲੱਗਦਾ ਹੁੰਦਾ ਪੁਰਾਣੇ 'ਚੋਂ ਵੀ ਜਿਹੜਾ ਹੋ ਸਕਦਾ ਵੀ ਬਹੁਤ ਸਾਰੀਆਂ ਚੀਜ਼ਾਂ ਮਾੜੀਆਂ ਹੋਣ ਉਹ ਵੀ ਛੱਡ ਦਿਓ ਹਨਾ, ਤੇ ਉਹਦੇ ਵਿੱਚ ਜੋ ਰੱਖਣ ਯੋਗ ਆ, ਜੋ ਸਲਾਉਣ ਯੋਗ ਆ ਉਹਦੀ ਵਡਿਆਈ ਕਰੀਏ, ਬਿਲਕੁਲ ਉਹਨੂੰ ਅੱਗੇ ਲੈ ਕੇ ਜਾਈਏ। ਕਰਨਜੀਤ ਕੋਮਲ, ਤੁਸੀਂ ਜਸ ਪੰਜਾਬੀ ਦੇ ਵਿਹੜੇ ਆਏ, ਸਾਹਿਤਕ ਤੰਦਾਂ ਪ੍ਰੋਗਰਾਮ ਵਿੱਚ ਸਾਹਿਤ ਦੀ ਤੰਦ ਪਾਈ। ਤੁਹਾਡਾ ਆਉਣ ਤੇ ਤਹਿ ਦਿਲੋਂ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ। ਮੈਂ ਵੀ ਬਹੁਤ ਧੰਨਵਾਦ ਕਰਦਾ ਜਸ ਪੰਜਾਬੀ ਦਾ ਤੇ ਅਦਬ ਜੀ ਤੁਹਾਡਾ। ਤੁਸੀਂ ਮਤਲਬ ਮੈਨੂੰ ਇੱਥੇ ਆਉਣ ਦਾ ਸੁਨੇਹਾ ਦਿੱਤਾ ਤੇ ਮੈਨੂੰ ਬਹੁਤ ਚੰਗਾ ਲੱਗਾ। ਸਾਰੀ ਟੀਮ ਦਾ ਤੁਹਾਡੀ ਦਾ ਧੰਨਵਾਦ, ਸ਼ੁਕਰੀਆ ਜੀ। ਸੋ ਇਹ ਸਨ ਕਰਨਜੀਤ ਕੋਮਲ ਤੇ ਇਹਨਾਂ ਦੀ ਕਿਤਾਬ ਤੁਸੀਂ ਆਨਲਾਈਨ ਵੀ ਆਰਡਰ ਕਰ ਸਕਦੇ ਹੋ। ਬਰਕਤ ਬਹੁਤ ਖੂਬਸੂਰਤ ਕਿਤਾਬ ਆ, ਕਵਿਤਾਵਾਂ ਨੇ ਬੜੀਆਂ ਸੋਹਣੀਆਂ। ਸੋ ਅੱਜ ਦੇ ਪ੍ਰੋਗਰਾਮ ਸਾਹਿਤਕ ਤੰਦਾਂ ਵਿੱਚ ਫਿਲਹਾਲ ਅੱਜ ਦੇ ਲਈ ਇੰਨਾ ਹੀ। ਫੇਰ ਸਾਹਿਤਕ ਤੰਦਾਂ ਵਿੱਚ ਕਿਸੇ ਹੋਰ ਸਾਹਿਤਕਾਰ ਨਾਲ ਤੁਹਾਡੇ ਨਾਲ ਜੁੜਾਂਗੇ। ਸੋ ਆਪਣਾ ਰੱਖੋ ਖਿਆਲ, ਜੁੜੇ ਰਹੋ ਜਸ ਪੰਜਾਬੀ ਦੇ ਨਾਲ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।